ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਰਸ਼ਵਿੰਦਰ ਫਰੋਮ ਮਾਸਟਰ ਕਲਾਸਿਸ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਕਰਦਾ। ਆਪਣੀ ਜਿਹੜੀ ਅੱਜ ਦੀ ਡਿਸਕਸ਼ਨ ਹੈ ਇਹ ਰਹੇਗੀ ਜੀ ਕਰੰਟ ਅਫੇਅਰਸ 'ਤੇ। ਕਰੰਟ ਅਫੇਅਰਸ ਜਨਵਰੀ 2021 ਦੇ ਪਾਰਟ 2। ਪਹਿਲਾ ਪਾਰਟ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਮੈਂ ਤੁਹਾਡੇ ਨਾਲ, ਅਤੇ ਉਮੀਦ ਕਰਦਾ ਕਿ ਤੁਸੀਂ ਪਹਿਲਾ ਪਾਰਟ ਦੇਖ ਲਿਆ ਹੋਵੇਗਾ ਜਿਹੜੇ ਵੀ ਇਸ ਪਾਰਟ ਨੂੰ ਦੇਖਣ ਲੱਗੇ ਹੋਣਗੇ। ਜਿਹਨੇ ਨਹੀਂ ਦੇਖਿਆ ਇਸ ਤੋਂ ਪਹਿਲਾਂ ਆਪਣੀ ਪਲੇਲਿਸਟ ਦੇ ਵਿੱਚ ਜਾ ਕੇ ਜਾਂ ਫਿਰ ਵੀਡੀਓਜ਼ ਦੇ ਵਿੱਚ ਜਾ ਕੇ ਮਾਸਟਰ ਕਲਾਸਿਸ ਚੈਨਲ ਦੇ ਉੱਪਰ ਹੀ ਇਹਦੇ ਪਹਿਲੇ ਪਾਰਟ ਨੂੰ ਵੀ ਦੇਖ ਸਕਦੇ ਹੋ। ਅਤੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਡਿਸਕਸ਼ਨ ਪਾਰਟ 2। ਮੋਸਟ ਪ੍ਰੋਬਬਲੀ ਇਹਦੇ ਵਿੱਚ ਜਿਹੜਾ ਸੈਕਿੰਡ ਵੀਕ ਹੈ ਤੁਸੀਂ ਕਹਿ ਸਕਦੇ ਹੋ ਕਿ ਜਨਵਰੀ ਦਾ, ਉਹਨੂੰ ਕਵਰ ਕੀਤਾ ਗਿਆ ਸੈਕਿੰਡ ਵੀਕ ਦੇ ਕਰੰਟ ਅਫੇਅਰਸ ਨੂੰ। ਸਭ ਤੋਂ ਪਹਿਲਾ ਕਰੰਟ ਅਫੇਅਰ ਸਾਡਾ ਉਹ ਕੀ ਕਹਿੰਦਾ ਜੀ, ਪ੍ਰਵਾਸੀ ਭਾਰਤੀय ਦਿਵਸ। ਠੀਕ ਹੈ, ਪ੍ਰਵਾਸੀ ਭਾਰਤੀय ਦਿਵਸ ਜਾਂ ਕਹਿ ਲਓ ਪ੍ਰਵਾਸੀ ਭਾਰਤੀ ਦਿਵਸ ਕਿਹੜੀ ਤਰੀਕ ਨੂੰ ਮਨਾਇਆ ਜਾਂਦਾ? ਬੜਾ ਸਿੱਧਾ ਸੌਖਾ ਜਿਹਾ ਸਵਾਲ ਹੈ, ਠੀਕ ਹੈ, ਕਿਉਂਕਿ ਇਹ ਤਾਂ ਬੜਾ ਫੇਮਸ ਹੈ। ਪ੍ਰਵਾਸੀ ਭਾਰਤੀ ਦਿਵਸ 9 ਜਨਵਰੀ ਨੂੰ ਮਨਾਇਆ ਜਾਂਦਾ। ਇਹਨੂੰ ਅਸੀਂ NRI ਡੇ ਵੀ ਬੋਲਦੇ ਹਾਂ, NRI ਡੇ ਵੀ ਬੋਲ ਦਿੱਤਾ ਜਾਂਦਾ। ਕਿਉਂ ਮਨਾਇਆ ਜਾਂਦਾ? 9 ਜਨਵਰੀ 1915 ਨੂੰ ਮਹਾਤਮਾ ਗਾਂਧੀ ਸਾਊਥ ਅਫਰੀਕਾ ਤੋਂ ਇੰਡੀਆ ਆਏ ਸੀਗੇ ਵਾਪਸ। ਉਹਨਾਂ ਨੂੰ ਕੋਮੈਮੋਰੇਟ ਯਾਦਗਾਰ ਬਣਾਉਣ ਵਾਸਤੇ ਇਹ NRI ਡੇ ਦੇ ਤੌਰ 'ਤੇ ਮਨਾਇਆ ਜਾਂਦਾ। ਉਮੀਦ ਹੈ ਕਲੀਅਰ ਹੋ ਗਿਆ ਹੋਊਗਾ। ਅਗਲਾ ਸਵਾਲ ਨੰਬਰ 2। ਇੰਡੀਆ ਦਾ ਪਹਿਲਾ ਫਾਇਰ ਪਾਰਕ, ਠੀਕ ਹੈ, ਬਣਨ ਜਾ ਰਿਹਾ ਕਿਹੜੀ ਸਟੇਟ 'ਚ? ਇਹੋ ਜਿਹੇ ਸਵਾਲ ਆਮ ਤੌਰ 'ਤੇ ਪੇਪਰਾਂ ਦੇ ਵਿੱਚ ਪਾ ਦਿੱਤੇ ਜਾਂਦੇ ਨੇ। ਪਹਿਲਾਂ ਫਲਾਣੀ ਚੀਜ਼ ਕਿਤੇ ਬਣ ਰਹੀ ਹੈ ਜਾਂ ਇਹ ਹੋ ਰਿਹਾ ਹੈ ਨਾ, ਇਹਨਾਂ ਬਾਰੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਤਾਂ ਇਹ ਬਣਨ ਜਾ ਰਿਹਾ ਜੀ ਉੜੀਸਾ ਦੇ ਵਿੱਚ। ਉੜੀਸਾ 'ਚ ਵੀ ਕਿੱਥੇ? ਭੁਵਨੇਸ਼ਵਰ ਦੇ ਵਿੱਚ। ਭੁਵਨੇਸ਼ਵਰ ਉੜੀਸਾ ਦੇ ਵਿੱਚ ਬਣਨ ਜਾ ਰਿਹਾ। ਜੇ ਉੜੀਸਾ ਦੇ ਬਾਰੇ ਤੁਹਾਨੂੰ ਪੁੱਛਿਆ ਜਾਵੇ ਕਿ CM ਕੌਣ ਹੈ, ਤਾਂ ਨਵੀਨ ਪਟਨਾਇਕ ਜੀ ਦੇ CM ਨੇ। ਠੀਕ ਹੈ, ਬਿਜੂ ਜਨਤਾ ਦਲ ਪਾਰਟੀ ਤੋਂ ਉਹ ਬਿਲੋਂਗ ਕਰਦੇ ਨੇ। ਤਾਂ ਭਾਰਤ ਦਾ ਪਹਿਲਾ ਫਾਇਰ ਪਾਰਕ ਕਿੱਥੇ ਹੈ ਜੀ? ਉੜੀਸਾ ਦੇ ਵਿੱਚ। ਸਵਾਲ ਨੰਬਰ 3। ਵਰਲਡ ਦਾ ਸਭ ਤੋਂ ਲਾਰਜੈਸਟ ਫਲੋਟਿੰਗ ਸੋਲਰ ਪ੍ਰੋਜੈਕਟ, ਸਭ ਤੋਂ ਵੱਡਾ ਫਲੋਟਿੰਗ ਸੋਲਰ ਪ੍ਰੋਜੈਕਟ ਕਿੱਥੇ ਬਣਨ ਜਾ ਰਿਹਾ? ਇੰਪੋਰਟੈਂਟ ਸਵਾਲ ਹੈ, ਮਾਰਕ ਕਰ ਲਿਓ। ਠੀਕ ਹੈ, ਇੰਡੀਆ 'ਚ ਹੋਣ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਇੱਧਰ ਇੰਡੀਆ ਦੇ ਵਿੱਚ ਬਣਨ ਜਾ ਰਿਹਾ। ਕਿੱਥੇ? ਮੱਧ ਪ੍ਰਦੇਸ਼ ਦੇ ਵਿੱਚ। ਅਤੇ ਅਰਾਊਂਡ 600 ਮੈਗਾਵਾਟ ਦੇ ਅਰਾਊਂਡ ਸੋਲਰ ਪਾਵਰ ਹੈ ਜਿਹੜੀ ਉਹ ਪ੍ਰੋਡਿਊਸ ਕਰੂਗਾ ਇਹ। ਅਤੇ ਕਹਿ ਰਹੇ ਨੇ ਕਿ 2022-23 ਤੱਕ ਇਹਨੂੰ ਸ਼ੁਰੂ ਕਰ ਦਿੱਤਾ ਜਾਊਗਾ ਸੋਲਰ ਪਲਾਂਟ ਨੂੰ, ਯਾਨੀ ਕਿ ਕੰਪਲੀਟ ਕਰ ਦਿੱਤਾ ਜਾਊ। ਇੱਕ ਗੱਲ ਹੋਰ ਇੱਥੇ ਇਹ ਵੀ ਜਾਣ ਲੈਣੀ ਚਾਹੀਦੀ ਹੈ ਕਿ ਇਹਨੂੰ ਬਣਾ ਕੌਣ ਰਿਹਾ ਹੈ। ਠੀਕ ਹੈ, ਇੱਕ ਹੈਗੀ ਆ ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ, ਯਾਨੀ ਕਿ IFC, ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ। ਦੂਜਾ ਵਰਲਡ ਬੈਂਕ ਇਹਦੇ ਵਿੱਚ ਹਿੱਸੇਦਾਰੀ ਨਿਭਾ ਰਿਹਾ। ਤੀਜੀ ਪਾਵਰ ਗ੍ਰਿਡ। ਆ ਤਿੰਨ ਤੁਸੀਂ ਕਹਿ ਸਕਦੇ ਹੋ, ਵਿੱਚ ਹੀ ਬੈਂਕ ਆ ਗਏ, ਵਿੱਚ ਹੀ ਕਾਰਪੋਰੇਸ਼ਨ ਆ ਗਏ, ਅਤੇ ਵਿੱਚ ਹੀ ਸਾਡੀਆਂ ਸਰਕਾਰੀ ਕੰਪਨੀਆਂ ਆ ਗਈਆਂ। ਇਹ ਤਿੰਨੋਂ ਮਿਲ ਕੇ, ਯਾਨੀ ਕਿ ਜਿਹੜੀ ਇਹਦੇ ਵਿੱਚ ਜਿੰਨਾ ਪੈਸੇ ਨੂੰ ਲੈ ਕੇ ਤੁਸੀਂ ਕਹਿ ਲਓ ਜਾਂ ਏਡ ਦੇਣੀ ਹੈ ਨਾ ਪ੍ਰੋਜੈਕਟ, ਉਹ ਸਾਰੇ ਇਹ ਤਿੰਨੋਂ ਰਲ ਕੇ ਕਰਨਗੇ। ਇਸ ਪ੍ਰੋਜੈਕਟ ਨੂੰ ਇੰਪਲੀਮੈਂਟ ਕਰਨ ਲੱਗੇ ਹੋਏ ਨੇ। ਤਾਂ ਸਭ ਤੋਂ ਵੱਡਾ ਫਲੋਟਿੰਗ ਦਾ ਮਤਲਬ ਕੀ ਆ? ਪਾਣੀ 'ਚ ਤੈਰ ਰਿਹਾ ਹੋਊਗਾ। ਸੌਰ ਪ੍ਰੋਜੈਕਟ ਕਿੱਥੇ ਬਣਨ ਜਾ ਰਿਹਾ? ਮੱਧ ਪ੍ਰਦੇਸ਼ ਦੇ ਵਿੱਚ ਬਣਨ ਜਾ ਰਿਹਾ। ਸਵਾਲ ਨੰਬਰ 4। ਮਿਨਿਸਟਰੀ ਆਫ ਹੈਲਥ ਅਤੇ ਫੈਮਿਲੀ ਵੈਲਫੇਅਰ, ਸਾਡੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਜਿਹੜਾ ਹੈਗਾ ਇੰਡੀਆ ਦਾ, ਉਹਨੇ ਇੱਕ ਰਿਪੋਰਟ ਰਿਲੀਜ਼ ਕਰੀ ਹੈ, ਇੰਡੀਆ ਰਿਪੋਰਟ। ਨਾਮ ਉਹਦਾ ਦਿੱਤਾ ਇੰਡੀਆ ਰਿਪੋਰਟ। ਕਿਹਦੇ ਉੱਤੇ? ਲੇਜ਼ੀ ਵੇਵ 1। ਹੁਣ ਇੱਥੇ ਮੈਂ ਤੁਹਾਨੂੰ ਲੇਜ਼ੀ ਦੀ ਫੁੱਲ ਫਾਰਮ ਪੁੱਛੀ ਹੈ। ਠੀਕ ਹੈ, ਰਿਪੋਰਟ ਦਿੱਤੀ ਹੈ ਲੇਜ਼ੀ ਦੇ ਉੱਪਰ। ਤਾਂ ਲੇਜ਼ੀ ਦੀ ਫੁੱਲ ਫਾਰਮ ਇੰਪੋਰਟੈਂਟ ਹੈ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਲੇਜ਼ੀ ਦੀ ਫੁੱਲ ਫਾਰਮ ਹੈਗੀ ਆ ਲੌਂਗੀਟਿਊਡਨਲ ਏਜਿੰਗ ਸਟੱਡੀ ਆਫ ਇੰਡੀਆ। ਲੌਂਗੀਟਿਊਡਨਲ ਏਜਿੰਗ ਸਟੱਡੀ ਆਫ ਇੰਡੀਆ। ਇਹ ਨਾ ਇੱਕ ਸਰਵੇ ਹੈ। ਠੀਕ ਹੈ, ਲੇਜ਼ੀ ਇੱਕ ਨੈਸ਼ਨਲ ਲੈਵਲ ਦਾ ਸਰਵੇ ਕੀਤਾ ਗਿਆ ਹੈ। ਸਰਵੇ ਦਾ ਮੋਟਿਵ ਕੀ ਹੈ? ਸਰਵੇ ਦਾ ਕੀ ਕਾਰਨ ਹੈ? ਕਿਉਂ ਕੀਤਾ ਗਿਆ ਹੈ? ਠੀਕ ਹੈ, ਸਰਵੇ ਦਾ ਕਾਰਨ ਬੜਾ ਸਿੰਪਲ ਹੈ ਕਿ ਜਿਹੜੀ ਜਿਵੇਂ ਇਹਦੇ ਵਿੱਚ 45+ ਉਮਰ ਵਾਲੇ, 60+ ਉਮਰ ਵਾਲੇ ਅਤੇ 75+ ਉਮਰ ਵਾਲੇ ਬੰਦਿਆਂ ਦਾ ਸਰਵੇ ਕੀਤਾ ਹੈ। ਯਾਨੀ ਕਿ ਜਿਹੜੇ ਏਜਡ ਹੋ ਰਹੇ ਨੇ, ਬੁੱਢੇ ਹੁੰਦੇ ਜਾ ਰਹੇ ਨੇ ਹੁਣ ਆਪਣੀ ਪਾਪੂਲੇਸ਼ਨ, ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀਆਂ ਨੇ, ਹੈਲਥ ਨੂੰ ਲੈ ਕੇ ਕੀ ਪ੍ਰੋਬਲਮ ਆ ਰਹੀਆਂ ਨੇ, ਇਕਨੋਮਿਕਲੀ ਕੀ ਪ੍ਰੋਬਲਮ ਆ ਰਹੀਆਂ ਨੇ, ਆਰਥਿਕ ਤੌਰ 'ਤੇ, ਜਾਂ ਠੀਕ ਹੈ ਤੁਸੀਂ ਕਹਿ ਸਕਦੇ ਹੋ ਕਿ ਜਾਂ ਉਹਨਾਂ ਨੂੰ ਸਮਾਜਿਕ ਤੌਰ 'ਤੇ ਕੋਈ ਪ੍ਰੋਬਲਮ ਆ ਰਹੀਆਂ ਨੇ। ਉਹ ਸਾਰਿਆਂ ਦਾ ਮੁਲਾਂਕਣ ਕੀਤਾ ਗਿਆ ਹੈ ਇੱਕ ਸਰਵੇ ਕਰਕੇ।
ਤਾਂ ਕਿ ਫਿਊਚਰ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਨੂੰ ਲੈ ਕੇ ਬਣਾਉਣੀਆਂ ਨੇ, ਜਿਵੇਂ ਪੈਨਸ਼ਨ ਸਕੀਮ ਦੇਣੀ ਹੈ, ਕੋਈ ਹੋਰ ਉਹਨਾਂ ਨੂੰ ਸਕੀਮਾਂ ਦੇਣੀਆਂ ਨੇ, ਉਹਦੇ ਵਿੱਚ ਇਹ ਸਰਵੇ ਤੋਂ ਹੀ ਹੈਲਪ ਲਈ ਜਾ ਸਕੇ ਅਤੇ ਉਹਨਾਂ ਪ੍ਰੋਬਲਮਾਂ ਨੂੰ ਹੈਂਡਲ ਕੀਤਾ ਜਾ ਸਕੇ। ਤਾਂ ਉਮੀਦ ਹੈ ਕਿ ਕਲੀਅਰ ਹੋ ਗਿਆ ਹੋ। ਅੱਗੇ ਚੱਲਦੇ ਹਾਂ। ਹੂ ਵਾਜ਼ ਦਾ ਫਸਟ ਫੀਮੇਲ ਅੰਪਾਇਰ ਇਨ ਮੈਨ ਟੈਸਟ ਕ੍ਰਿਕਟ। ਕਾਫੀ ਨਿਊਜ਼ ਦੇ ਵਿੱਚ ਸੀ, ਇਹ ਇੰਪੋਰਟੈਂਟ ਸਵਾਲ ਆ, ਧਿਆਨ 'ਚ ਰੱਖਿਓ। ਨਾਮ ਕੀ ਸੀਗਾ? ਨਾਮ ਸੀਗਾ ਕਲੇਅਰ ਪੋਲੋਸੈਕ। ਇੰਡੀਆ ਅਤੇ ਆਸਟ੍ਰੇਲੀਆ ਦੇ ਵਿੱਚ ਟੈਸਟ ਮੈਚ ਹੋਇਆ ਸੀ। ਕਈ ਵਾਰ ਇਹ ਵੀ ਪੁੱਛ ਲੈਂਦੇ ਆ ਕਿਹਦੇ ਵਿੱਚ ਖੜੇ ਸੀ। ਇੰਡੀਆ ਅਤੇ ਆਸਟ੍ਰੇਲੀਆ ਦੇ ਵਿੱਚ ਟੈਸਟ ਮੈਚ ਸੀ SGC ਦੇ ਵਿੱਚ, ਸਿਡਨੀ ਕ੍ਰਿਕਟ ਗਰਾਊਂਡ ਦੇ ਵਿੱਚ, ਯਾਨੀ ਕਿ ਸਿਡਨੀ 'ਚ ਮੈਚ ਹੋਇਆ ਸੀ ਆਸਟ੍ਰੇਲੀਆ ਦੇ ਵਿੱਚ। ਉਹਦੇ ਵਿੱਚ ਇਹਨੇ 4th ਅੰਪਾਇਰ ਦੇ ਤੌਰ 'ਤੇ ਇਹ ਲੇਡੀ ਨੇ ਕੰਮ, ਯਾਨੀ ਕਿ ਅੰਪਾਇਰਿੰਗ ਕੀਤੀ ਸੀ 4th ਅੰਪਾਇਰ ਦੇ ਤੌਰ 'ਤੇ। ਤਾਂ ਨਾਮ ਯਾਦ ਰੱਖਿਓ, ਕਲੇਅਰ ਪੋਲੋਸੈਕ। ਅੱਗੇ, ਟਾਟਾ ਪਾਵਰ ਨੇ ਇੱਕ ਅਨਾਊਂਸ ਕੀਤੀ ਆ ਪਾਰਟਨਰਸ਼ਿਪ ਵਿਦ ਵਿਚ ਆਫ ਦਾ ਫੋਲੋਇੰਗ ਟੂ ਪ੍ਰੋਵਾਈਡ ਫਾਈਨੈਂਸਿੰਗ ਸਕੀਮ ਫॉर MSME ਸੈਕਟਰ ਇਨ ਸੋਲਰ ਸੈਕਟਰ ਦੇ ਵਿੱਚ। ਠੀਕ ਹੈ, ਹੁਣ ਇਹ ਵਧੀਆ ਸਵਾਲ ਹੈ ਇੱਕ, ਠੀਕ ਹੈ, ਧਿਆਨ 'ਚ ਰੱਖਿਓ। ਇਹ ਸਿਡਬੀ ਨਾਲ ਰਲ ਕੇ ਹੈ, ਸਮਾਲ ਇੰਡਸਟਰੀਜ਼ ਬੈਂਕ ਆਫ ਇੰਡੀਆ, ਅਤੇ ਐਂਡ ਇੱਥੇ ਡਿਵੈਲਪਮੈਂਟ ਵੀ ਹੋਣਾ ਚਾਹੀਦਾ, ਸਮਾਲ ਇੰਡਸਟਰੀਜ਼ ਐਂਡ ਡਿਵੈਲਪਮੈਂਟ ਬੈਂਕ ਆਫ ਇੰਡੀਆ, ਸ਼ਾਰਟ ਫਾਰਮ ਹੈਗੀ ਆ ਸਿਡਬੀ। ਸਿਡਬੀ ਦੇ ਨਾਲ ਮਿਲ ਕੇ ਮਤਲਬ ਕਲੈਟਰਲ ਫਰੀ ਦਾ ਮਤਲਬ ਕੀ ਹੁੰਦਾ ਕਿ ਜਿਵੇਂ ਨਹੀਂ ਤਾਂ ਸਾਨੂੰ ਜਦੋਂ ਤੁਸੀਂ ਕਿਸੇ ਬੈਂਕ ਤੋਂ ਲੋਨ ਲੈਂਦੇ ਹੋ ਕੁਛ ਨਾ ਕੁਛ ਤੁਹਾਨੂੰ ਰੱਖਣਾ ਪੈਂਦਾ, ਹੈ ਨਾ, ਜਾਂ ਗਿਰਵੀ ਕਹਿ ਲਓ, ਜਾਂ ਵੀ ਜੇ ਇਸ ਬੰਦੇ ਦੇ ਇੱਕ ਕਾਗਜ਼ ਭਰੋਗੇ ਤੁਸੀਂ ਵੀ ਜਿਹਨੇ ਲੋਨ ਨਾ ਭਰਿਆ ਇਹਦੀ ਆਹ ਚੀਜ਼ ਲੈ ਲਿਓ, ਤੁਸੀਂ ਘਰ ਚੱਕ ਲਿਓ, ਜਾਂ ਫਿਰ ਨਿਲਾਮੀ ਕਰ ਦਿਓ ਘਰ ਦੀ, ਜਾਂ ਜ਼ਮੀਨ ਦੀ ਨਿਲਾਮੀ ਕਰ ਦਿਓ। ਇਹਦੇ 'ਚ ਇਹੋ ਜਿਹਾ ਕੁਛ ਨਹੀਂ, ਕਲੈਟਰਲ ਫਰੀ ਹੈ, ਮਤਲਬ ਕੋਈ ਗਰੰਟੀ ਨਹੀਂ ਭਰਾਈ ਜਾਊਗੀ। ਠੀਕ ਹੈ, ਮੇਨਲੀ ਹੈ ਫਾਈਨਾਂਸ ਕਿਹਦੇ ਲਈ ਕਰਨਗੇ, ਪੈਸੇ ਦੇਣਗੇ ਕਿਹਦੇ ਲਈ? ਰੂਫ ਟਾਪ ਸੋਲਰਸ ਦੇ ਲਈ, ਜਿਹੜੇ ਛੱਤ 'ਤੇ ਆਪਾਂ ਸੋਲਰ ਲਵਾਉਂਦੇ ਆ ਉਹਨਾਂ ਦੇ ਲਈ ਫਾਈਨਾਂਸ ਕੀਤਾ ਜਾਊਗਾ ਇਸ ਪੂਰੇ ਪ੍ਰੋਜੈਕਟ ਦੇ ਤਹਿਤ। ਟਾਟਾ ਮੋਟਰ ਨੇ ਕਿਹਦੇ ਨਾਲ ਰਲੇ ਨੇ? ਸਿਡਬੀ ਦੇ ਨਾਲ। ਪੇਪਰ ਦਾ ਇੱਕ ਸਵਾਲ ਆ, ਕਈ ਵਾਰ ਪੁੱਛ ਲੈਂਦੇ ਨੇ, ਕਿਉਂਕਿ ਸਿਡਬੀ ਬਣੀ ਸੀ 1990 ਦੇ ਵਿੱਚ, ਸਿਡਬੀ ਹੋਈ ਜਾਂ ਫਿਰ, ਠੀਕ ਹੈ, ਇਹ ਇਹੋ ਜਿਹੇ ਜਿੰਨੇ ਵੀ ਆਪਣੇ ਨਬਾਰਡ ਹੋ ਗਈ, ਇਹਨਾਂ ਦੇ ਬਾਰੇ ਪੁੱਛ ਹੀ ਲੈਂਦੇ ਨੇ ਕਿ ਬੈਂਕ ਕਦੋਂ ਬਣੇ ਸੀ, ਜਾਂ ਇਹਨਾਂ ਦੇ ਹੈੱਡਕੁਆਟਰ ਬੜੇ ਮਸ਼ਹੂਰ ਹੁੰਦੇ ਨੇ। ਸਿਡਬੀ ਦਾ ਤਾਂ ਬਹੁਤ ਮਸ਼ਹੂਰ ਹੈ, ਤਾਂ ਇਹਦਾ ਹੈੱਡਕੁਆਟਰ ਕਿੱਥੇ ਹੈ ਜੀ? ਲਖਨਊ ਦੇ ਵਿੱਚ ਹੈ। ਇਹ ਵੀ ਧਿਆਨ 'ਚ ਰੱਖਿਓ, 1990 ਦੇ ਵਿੱਚ ਬਣੀ ਸੀਗੀ ਇਹ। ਉਮੀਦ ਹੈ ਕਿ ਗੱਲ ਕਲੀਅਰ ਹੋ ਗਈ ਹੋਊਗੀ। ਅੱਗੇ ਚੱਲਦੇ ਹਾਂ। ਚਿਤਰਾ ਘੋਸ਼ ਨਾਮ ਜਿਹਦਾ ਹੁਣੀ ਦੇਹਾਂਤ ਹੋ ਗਿਆ, ਯਾਨੀ ਕਿ ਡੈਥ ਹੋ ਗਈ, ਇਹਨਾਂ ਵਿੱਚੋਂ ਕਿਸ ਪ੍ਰਸਿੱਧ ਸ਼ਖਸੀਅਤ ਨਾਲ ਸੰਬੰਧਿਤ ਸੀ? ਮਤਲਬ ਇਹਦਾ ਨਾਮ ਕਿਉਂ ਫੇਮਸ ਸੀ? ਕਿਸੇ ਨਾਲ ਜੋੜ ਕੇ ਇਹਦਾ ਨਾਮ ਫੇਮਸ ਸੀ, ਊਂ ਤਾਂ ਇਹਨੂੰ ਕੌਣ ਜਾਣਦਾ ਸੀ? ਠੀਕ ਹੈ, ਉਹ ਸੀਗੇ ਸੁਭਾਸ਼ ਚੰਦਰ ਬੋਸ ਦੇ ਕੌਣ ਸੀਗੇ ਇਹ ਜਿਹੜੇ, ਯਾਨੀ ਕਿ ਚਿਤਰਾ ਘੋਸ਼ ਸੀਗੇ, ਇਹ ਨੀਸ ਸੀ, ਭਤੀਜੀ ਸੀ ਸੁਭਾਸ਼ ਚੰਦਰ ਬੋਸ ਦੀ। ਤਾਂ ਨਾਮ ਯਾਦ ਰੱਖਿਓ, ਨਿਊਜ਼ ਦੇ ਵਿੱਚ ਸੀ, ਮੋਦੀ ਜੀ ਨੇ ਵੀ ਟਵੀਟ ਕਰਕੇ ਸਪੈਸ਼ਲੀ। ਹੈ ਕੀ ਸੀਗੇ ਇਹ? ਕੁਝ ਨਹੀਂ, ਮਤਲਬ ਕਿ ਸੋਸ਼ਲ ਰਿਫਾਰਮਰ ਜਿਹੀ ਸੀ, ਜਾਂ ਰਿਫਾਰਮਰ ਨਹੀਂ ਕਹੋਗੇ ਤੁਸੀਂ, ਹਿਸਟੋਰੀਅਨ ਟਾਈਪ ਜਿਹੀ ਸੀਗੇ। ਤਾਂ ਬਸ ਨਾਮ ਤਾਂ ਸੁਭਾਸ਼ ਚੰਦਰ ਬੋਸ ਦੀ ਸੀ, ਜਿੰਨਾ ਕੁ ਸੀ, ਆਮ ਤਾਂ ਖੈਰ ਐਡੀ ਗੱਲ ਨਹੀਂ ਸੀ। ਤਾਂ ਬਸ ਯਾਦ ਰੱਖਿਓ ਨਾਮ ਚਿਤਰਾ ਘੋਸ਼, ਕਿ ਕੌਣ ਸੀ ਜਿਨ੍ਹਾਂ ਦਾ ਦੇਹਾਂਤ ਹੋਇਆਗਾ। 8ਵੇਂ ਨੰਬਰ ਦਾ ਕੁਐਸਚਨ ਤੇ ਆ ਜਾਓ। ਨਵੇਂ ਚੀਫ ਜਸਟਿਸ ਲਾਏ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਨਵਾਂ ਲਾਇਆ ਗਿਆ। ਕਿਹਨੂੰ ਲਾਇਆ ਗਿਆ? ਇੰਪੋਰਟੈਂਟ ਹੈ ਸਵਾਲ। ਲਾਇਆ ਗਿਆ ਜੀ ਅਰੂਪ ਕੁਮਾਰ ਗੋਸਵਾਮੀ। ਬਸ ਯਾਦ ਰੱਖਿਓ, ਕਾਫੀ ਨਿਊਜ਼ ਦੇ ਵਿੱਚ ਸੀ, ਚਰਚਾ ਦੇ ਵਿੱਚ ਸੀ ਕਿ ਇਹਨਾਂ ਨੂੰ ਲਾਇਆ ਗਿਆ। ਠੀਕ ਹੈ, ਅਤੇ ਕੀ ਨਾਮ ਆ? ਅਰੂਪ ਕੁਮਾਰ ਗੋਸਵਾਮੀ। ਪਹਿਲਾਂ ਸਿੱਕਮ ਦੇ ਸੀ, ਸਿੱਕਮ ਤੋਂ ਟਰਾਂਸਫਰ ਕਰਕੇ ਆਂਧਰਾ ਪ੍ਰਦੇਸ਼ 'ਚ ਲੈ ਗਏ। ਠੀਕ ਹੈ, ਹੁਣ ਇਹ ਮਤਲਬ ਜੇ ਤੁਹਾਨੂੰ ਮੈਂ ਪੁੱਛਾਂ ਕਿ ਜਿਹੜਾ ਆਪਣੇ ਕੋਲ ਇਹ ਹੁੰਦਾ, ਕੀ ਕਹਿੰਦੇ ਹੁੰਦੇ ਨੇ, ਚੀਫ ਜਸਟਿਸ, ਇਹਨੂੰ ਹਾਈ ਕੋਰਟ ਦੇ ਚੀਫ ਜਸਟਿਸ ਦੀ ਗੱਲ ਕਰ ਰਹੇ ਹਾਂ, ਇਹਨੂੰ ਸਹੁੰ ਕੌਣ ਚੁਕਾਉਂਦਾ ਹੁੰਦਾ? ਤਾਂ ਇਹਨੂੰ ਸਹੁੰ ਚੁਕਾਉਂਦਾ ਗਵਰਨਰ। ਯਾਦ ਰੱਖਿਓ, ਪੋਲਿਟੀ ਦਾ ਸਵਾਲ ਆ, ਵੈਸੇ ਵਿੱਚ ਆ ਗਿਆ ਦਿਮਾਗ 'ਚ ਤਾਂ ਮੈਂ ਦੱਸ ਦੇਵਾਂ ਕਿ ਗਵਰਨਰ ਇਹਨੂੰ ਸਹੁੰ ਚੁਕਾਉਂਦਾ ਹੈ। ਅਤੇ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਮੈਂਟ ਕਰਿਓ ਕਿ ਜੇ ਆਂਧਰਾ ਪ੍ਰਦੇਸ਼ ਦੇ ਵਿੱਚ ਇਹਨੇ ਸਹੁੰ ਚੁੱਕੀ ਹੈ ਤਾਂ ਆਂਧਰਾ ਪ੍ਰਦੇਸ਼ ਦੇ ਗਵਰਨਰ ਨੇ ਚੁਕਾਈ ਹੋ। ਇਹਦਾ ਮਤਲਬ ਨਿਊਜ਼ 'ਚ ਫਿਰ ਆਂਧਰਾ ਪ੍ਰਦੇਸ਼ ਦਾ ਗਵਰਨਰ ਵੀ ਆ ਗਿਆ ਹੋਣਾ। ਤਾਂ ਆਂਧਰਾ ਪ੍ਰਦੇਸ਼ ਦੇ ਗਵਰਨਰ ਦਾ ਨਾਮ ਕੀ ਹੈ? ਕਮੈਂਟ ਬਾਕਸ ਦੇ ਵਿੱਚ ਮੈਨੂੰ ਕਮੈਂਟ ਕਰਿਓ। ਲਓ ਜੀ, ਅੱਗੇ ਚੱਲਦੇ ਹਾਂ ਸਵਾਲ ਨੰਬਰ 9ਵੇਂ ਦੇ ਉੱਤੇ। 9ਵਾਂ ਕੁਐਸਚਨ ਕੀ ਕਹਿੰਦਾ ਹੈ? ਰੀਸੈਂਟਲੀ ਕਿਹੜੀ ਸਟੇਟ ਦੇ ਮੁੱਖ ਮੰਤਰੀ ਨੇ ਇੱਕ ਨਵੀਂ ਸਕੀਮ ਨੂੰ ਹਰੀ ਝੰਡੀ ਦਿਖਾਈ ਹੈ? ਕ੍ਰਿਸ਼ੀ ਸੰਜੀਵਨੀ ਵਹੀਕਲਸ। ਕ੍ਰਿਸ਼ੀ ਸੰਜੀਵਨੀ ਵਹੀਕਲਸ ਦੇ ਲਈ, ਠੀਕ ਹੈ, ਇਹਨੂੰ ਇਹ ਵੀ ਬੋਲ ਦਿੱਤਾ ਜਾਂਦਾ ਅੰਗਰੇਜ਼ੀ 'ਚ ਮੋਬਾਈਲ ਐਗਰੋ ਕਲੀਨਿਕਸ। ਬੜਾ ਫੇਮਸ ਰਿਹਾ ਇਹ ਪ੍ਰੋਜੈਕਟ ਪਿੱਛੇ ਜੇ, ਠੀਕ ਹੈ, ਨਿਊਜ਼ ਦੇ ਵਿੱਚ ਕਾਫੀ ਸੀਗਾ। ਕੀ ਹੈ ਇਹ ਕਰਨਾਟਕਾ ਨੇ ਦਿਖਾਈ ਹੈ। ਕਰਨਾਟਕਾ ਦੇ ਮੁੱਖ ਮੰਤਰੀ ਦਾ ਨਾਮ ਤੁਹਾਨੂੰ ਪਤਾ ਹੀ ਹੋਊਗਾ, CM ਜੈਡੀਯੂਰੱਪਾ, BS ਜੈਡੀਯੂਰੱਪਾ।
ਠੀਕ ਹੈ, ਬੜਾ ਫੇਮਸ ਚੱਲਿਆ ਉਦੋਂ ਸ਼ਾਇਦ ਬੜਾ ਵਿਵਾਦ ਤਾ ਸ਼ਾਇਦ। ਮੈਂ ਉਮੀਦ ਕਰਦਾ ਕਿ ਸਭ ਨੂੰ ਯੂਰਪ ਦਾ ਨਾਮ ਯਾਦ ਹੀ ਹੋਊਗਾ। ਉਹਨਾਂ ਨੇ ਇਹ ਸਕੀਮ ਲਾਂਚ ਕੀਤੀ ਹੈ। ਮਤਲਬ ਪਤਾ ਕੀ, ਕਿ ਤੁਰਦੀਆਂ ਫਿਰਦੀਆਂ ਵੈਨਾਂ ਜੀਆਂ ਨੇ, ਉਹ ਵੈਨ ਜਾਣਗੀਆਂ ਕਿਸਾਨਾਂ ਕੋਲ, ਪਹੁੰਚਣਗੀਆਂ ਖੇਤੋਂ ਖੇਤ, ਅਤੇ ਉੱਥੇ ਜਾ ਕੇ ਉਹਨਾਂ ਨੇ ਵੱਖਰੇ ਵੱਖਰੇ ਸਰਵਿਸਾਂ ਪ੍ਰੋਵਾਈਡ ਕਰਨੀਆਂ ਨੇ। ਕਿਹੋ ਜਿਹੀਆਂ ਸਰਵਿਸਿਜ਼ ਦੇਣੀਆਂ ਨੇ, ਜਿਵੇਂ ਕਿਸੇ ਨੇ ਆਪਦੀ ਸੋਇਲ ਟੈਸਟ ਕਰਾਉਣੀ ਹੈ, ਠੀਕ ਹੈ, ਕਿ ਉਹ 'ਚ pH ਵੱਧਦਾ ਹੈ ਜਾਂ ਕਿਹੜੀ ਚੀਜ਼ ਵੱਧ ਹੈ, ਉਹਦੇ ਵਿੱਚ ਘੱਟ ਹੈ, ਜਿਵੇਂ ਆਪਣੇ ਉਰੇ ਸੋਇਲ ਹੈਲਥ ਕਾਰਡ ਬਣਿਆ ਹੋਇਆ, ਐਵੇਂ ਇਹ ਸੋਇਲ ਟੈਸਟਿੰਗ ਦਾ ਕੰਮ ਕਰਨਗੀਆਂ। ਸੀਡ ਟੈਸਟ ਕਰਾਉਣਾ, ਬੀਜ ਟੈਸਟ ਕਰਾਉਣਾ ਆਪਦਾ, ਉਹ ਵੀ ਕਰਨਗੀਆਂ। ਪੈਸਟ ਕੰਟਰੋਲ ਵਾਸਤੇ, ਮਤਲਬ ਵੀ ਜਿਵੇਂ ਆ ਚੂਹੇ ਚਾਹੇ ਬਹੁਤ ਕੰਟਰੋਲ ਕਰਦੇ ਨੇ, ਇਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ। ਜਿਹੜੇ ਵੀਡ ਮੈਨੇਜਮੈਂਟ, ਜਿਵੇਂ ਗੁੱਲੀ ਡੰਡਾ ਵਗੈਰਾ ਆ ਜਾਂਦਾ, ਮਤਲਬ ਸੁਜੈਸ਼ਨਾਂ ਦੇਣਗੇ ਕਿਸਾਨਾਂ ਨੂੰ ਵੀ ਤੁਸੀਂ ਕਿਵੇਂ ਆਪਦੀ ਇੰਪਰੂਵਮੈਂਟ ਕਰ ਸਕਦੇ ਹੋ, ਤਾਂ ਕਿ 2022 ਤੱਕ ਉਹਨਾਂ ਦੀ ਡਬਲ ਕਰੀ ਜਾ ਸਕੇ ਟੋਟਲੀ ਜਿੰਨੀ ਇਨਕਮ ਹੈ। ਠੀਕ ਹੈ ਜੀ, ਤਾਂ ਉਮੀਦ ਹੈ ਕਿ ਇਹ ਗੱਲ ਕਲੀਅਰ ਹੋ ਗਈ ਹੋ। ਅੱਗੇ ਚੱਲਦੇ ਹਾਂ ਸਵਾਲ ਨੰਬਰ 10 ਦੇ ਉੱਤੇ। 10th ਕੁਐਸਚਨ ਆਪਣੇ ਕੋਲੇ ਕੀ ਹੈ ਕਿ ਸਾਡਾ ਜਿਹੜਾ 10ਵਾਂ ਸਵਾਲ ਕਹਿੰਦਾ ਕਿ ਜਿਹੜਾ ਸਾਡਾ ਕੇਂਦਰੀ ਕਾਨੂੰਨ ਮੰਤਰਾਲੇ ਮਿਨਿਸਟਰੀ ਹੈਗੀ, ਉਹਨਾਂ ਨੇ ਨੋਟੀਫਾਈ ਕੀਤੀ ਹੈ, ਕੀ ਨੋਟੀਫਿਕੇਸ਼ਨ ਕੱਢੀ ਹੈ ਕਿ ਜਿਹੜੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਉਹ ਚੀਫ ਜਸਟਿਸ ਹੋਣਗੇ ਕਿਹੜੇ ਸਟੇਟ ਦੇ ਹਾਈ ਕੋਰਟ ਦੇ। ਠੀਕ ਹੈ, ਹੁਣ ਘੁਮਾ ਕੇ ਪੁੱਛ ਲਿਆ ਵੀ ਨਵੇਂ ਇੱਕ ਹਾਈ ਕੋਰਟ ਦੇ ਵਿੱਚ ਯਾਨੀ ਕਿ ਚੀਫ ਜਸਟਿਸ ਲਾਏ ਗਏ ਨੇ, ਤਾਂ ਨਾਮ ਕੀ ਆ, ਬਸ ਨਾਮ ਯਾਦ ਰੱਖਿਓ, ਸੁਧਾਂਸ਼ੂ ਧੂਲੀਆ। 2-3 ਲੱਗੇ ਨੇ ਇਸ ਹਫ਼ਤੇ ਦੇ ਵਿੱਚ, ਤਾਂ ਸਾਰਿਆਂ ਦੇ ਮੈਂ ਨਾਮ ਇੱਥੇ ਪਾਤੇ, ਕਈ ਵਾਰ ਪੁੱਛਿਆ ਲਿਆ ਜਾਂਦਾ। ਤਾਂ ਇਹਦਾ ਆਨਸਰ ਕੀ ਹੈ ਜੀ, ਇਹਦਾ ਆਨਸਰ ਹੈਗਾ ਗੁਹਾਟੀ ਹਾਈ ਕੋਰਟ। ਤਾਂ ਗੁਹਾਟੀ ਹਾਈ ਕੋਰਟ ਕਹਿ ਲਓ। ਠੀਕ ਹੈ, ਤਾਂ ਅਸਾਮ ਦੇ ਵਿੱਚ ਗੁਹਾਟੀ ਹਾਈ ਕੋਰਟ ਦੇ ਕੀ ਲਾਏ ਨੇ, ਇਹ ਚੀਫ ਜਸਟਿਸ ਲਾਏ ਨੇ। ਤੁਹਾਡੇ ਤੋਂ ਮੈਂ ਇੱਕ ਸਵਾਲ ਹੋਰ ਇੱਥੇ ਪੁੱਛਦਾ, ਤੁਸੀਂ ਮੈਨੂੰ ਇਹ ਦੱਸਣਾ, ਕਈ ਸਟੇਟਾਂ ਦੇ ਵਿੱਚ ਤਾਂ ਆਪਦੀ ਰਾਜਧਾਨੀ ਦੇ ਵਿੱਚ ਹੀ ਹਾਈ ਕੋਰਟ ਹੈਗੇ ਨੇ, ਠੀਕ ਹੈ, ਪਰ ਗੁਹਾਟੀ ਅਸਾਮ ਦਾ ਇੱਕ ਇਹੋ ਜਿਹਾ ਹਾਈ ਕੋਰਟ ਹੈ ਜਿਹੜਾ ਨਾਰਥ ਈਸਟ ਦੀਆਂ ਜਿਹੜੀਆਂ ਸਾਡੀਆਂ ਸਟੇਟਾਂ ਨੇ, ਠੀਕ ਹੈ, ਜਿਵੇਂ ਸਿੱਕਮ ਲਾ ਲਓ, ਚਲੋ ਜਿਵੇਂ ਦੂਜੀਆਂ ਸਿੱਕਮ ਨੂੰ ਛੱਡ ਕੇ ਤੁਸੀਂ ਕਹੋ ਤ੍ਰਿਪੁਰਾ ਆ ਗਿਆ, ਮੇਘਾਲਿਆ ਆ ਗਿਆ, ਮਨੀਪੁਰ ਆ ਗਿਆ, ਇਹ ਸਾਰੀਆਂ ਸਟੇਟਾਂ 'ਚੋਂ ਕਈ ਸਟੇਟਾਂ ਦੀ ਨੂੰ ਇਹੀ ਹਾਈ ਕੋਰਟ ਲੱਗਦੀ ਹੈ, ਗੁਹਾਟੀ ਵਾਲੀ ਹਾਈ ਕੋਰਟ ਲੱਗਦੀ ਹੈ। ਤੁਸੀਂ ਮੈਨੂੰ ਉਹਨਾਂ ਸਟੇਟਾਂ ਦੇ ਨਾਮ ਗਿਣਾਉਣੇ ਨੇ ਕਿ ਕਿਹੜੀਆਂ-ਕਿਹੜੀਆਂ ਸਟੇਟਾਂ ਨੇ ਜਿਨ੍ਹਾਂ ਨੂੰ ਗੁਹਾਟੀ ਵਾਲੀ ਹਾਈ ਕੋਰਟ ਲੱਗਦੀ ਹੈ। ਬਹੁਤ ਇੰਪੋਰਟੈਂਟ ਸਵਾਲ ਹੈ, ਪੇਪਰਾਂ ਦੇ ਪੁਆਇੰਟ ਆਫ ਵਿਊ ਤੋਂ ਪੋਲਿਟੀ ਦਾ ਸਵਾਲ ਬਣਦਾ ਹੈ। ਦੇਖਦੇ ਹਾਂ ਕਿੰਨੇ ਜਣੇ ਕਮੈਂਟ ਕਰ ਪਾਉਂਦੇ ਨੇ। ਅੱਗੇ ਆ ਗਿਆ ਜੀ 11ਵਾਂ ਸਵਾਲ। 11ਵਾਂ ਸਵਾਲ ਮੈਨੂੰ ਕੀ ਕਹਿੰਦਾ, ਇੰਡੀਆ ਵਿਲ ਬੀ ਚੇਅਰਿੰਗ 3 ਇੰਪੋਰਟੈਂਟ ਕਮੇਟੀਜ਼ ਆਫ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਮਾਰਕ ਕਰ ਲਿਓ। ਇੰਡੀਆ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦੇ ਵਿੱਚ, ਪਿਛਲੀ ਵੀਡੀਓ ਦੇ ਵਿੱਚ ਸਿਕਿਉਰਿਟੀ ਕਾਊਂਸਲ 'ਤੇ ਆਪਾਂ ਚਰਚਾ ਕੀਤੀ ਸੀ, 6 ਆਰਗਨ ਹੁੰਦੇ ਨੇ। ਠੀਕ ਹੈ, ਮੈਂ ਦੁਬਾਰਾ ਉਹਨੂੰ ਰਿਪੀਟ ਨਹੀਂ ਕਰੂੰਗਾ, ਉੱਥੋਂ ਹੀ ਸੁਣ ਸਕਦੇ ਹੋ ਕਿ ਕਿਹੜੇ 6 ਆਰਗਨ ਹੁੰਦੇ ਨੇ। ਉਹਨਾਂ 'ਚੋਂ ਇੱਕ ਸਿਕਿਉਰਿਟੀ ਕਾਊਂਸਲ ਹੁੰਦਾ, ਜਿਹ 'ਚ 10+5 10 ਟੈਂਪਰੇਰੀ 5 ਪੱਕੇ ਮੈਂਬਰ ਹੁੰਦੇ ਨੇ। ਇੰਡੀਆ ਨੂੰ ਮੈਂਬਰਸ਼ਿਪ ਮਿਲੀ ਹੈ, ਇਹ ਪਿਛਲੀ ਵੀਡੀਓ 'ਚ ਆਪਾਂ ਸਵਾਲ ਡਿਸਕਸ ਕੀਤਾ ਸੀ। ਉਸੇ ਦੇ ਉੱਤੇ ਦੁਬਾਰਾ ਇਸ ਹਫ਼ਤੇ 'ਚ ਵੀ ਕਿਵੇਂ ਨਾ ਕਿਵੇਂ ਚਰਚਾ ਆ ਗਈ। 3 ਇੰਪੋਰਟੈਂਟ ਕਮੇਟੀਆਂ ਬਣਾਈਆਂ ਨੇ ਉਹਨੇ, ਠੀਕ ਹੈ, ਬਣਾਈਆਂ ਤਾਂ ਵੱਧ ਹੋਣਗੀਆਂ, ਪਰ 3 ਕਮੇਟੀਆਂ ਇਹੋ ਜਿਹੀਆਂ ਬਣਾਈਆਂ ਨੇ ਜਿਨ੍ਹਾਂ ਨੂੰ ਇੰਡੀਆ ਹੈੱਡ ਕਰੂਗਾ, ਮਤਲਬ ਉਹਦਾ ਚੇਅਰਮੈਨ ਇੰਡੀਆ ਨੂੰ ਲਾਤਾ। ਠੀਕ ਹੈ, ਤੁਸੀਂ ਮੈਨੂੰ ਇਹ ਦੱਸਣਾ ਕਿ ਉਹ ਕਿਹੜੀਆਂ-ਕਿਹੜੀਆਂ ਕਮੇਟੀਜ਼ ਨੇ, ਇਹ ਆਨਸਰ ਕੱਢ ਕੇ ਦੇਣਾ। ਸਭ ਤੋਂ ਪਹਿਲਾਂ ਤਾਂ ਕਮੇਟੀਆਂ ਤੋਂ ਪਹਿਲਾਂ ਇੱਥੇ ਇੱਕ ਬਹੁਤ ਇੰਪੋਰਟੈਂਟ ਸਵਾਲ ਬਣਦਾ ਹੈ ਕਿ UN ਦੇ ਵਿੱਚ ਇੰਡੀਆ ਨੂੰ ਕੌਣ ਰਿਪਰੈਜ਼ੈਂਟ ਕਰਦਾ ਹੈ, ਮਤਲਬ ਇੰਡੀਆ ਦੀ ਗੱਲ ਰੱਖਣ ਵਾਸਤੇ UN ਦੇ ਵਿੱਚ, ਯੂਨਾਈਟਿਡ ਨੇਸ਼ਨ ਦੇ ਵਿੱਚ ਕੌਣ ਜਾਂਦਾ ਹੈ, ਉਹਦਾ ਨਾਮ ਕੀ ਹੈ। ਪਿੱਛੇ ਜੇ ਅਪਾਇੰਟਮੈਂਟ ਹੋਈ ਸੀ, ਬੜਾ ਇੰਪੋਰਟੈਂਟ ਨਾਮ ਆ, ਯਾਦ ਰੱਖਿਓ, TS ਤਿਰੂਮੂਰਤੀ। TS ਤਿਰੂਮੂਰਤੀ, ਇਹ ਕਿਸੇ ਨਾ ਕਿਸੇ ਪੇਪਰ 'ਚ ਸਵਾਲ ਬਣ ਸਕਦਾ ਹੈ। ਹੁਣ ਗੱਲ ਕਰਦੇ ਹਾਂ ਕਮੇਟੀਆਂ ਦੇ ਉੱਤੇ, ਕਿਹੜੀਆਂ-ਕਿਹੜੀਆਂ 3 ਦੇ ਵਿੱਚ ਦਿੱਤਾ ਗਿਆ। ਇੱਥੇ ਤਾਂ ਮੈਂ ਪੁੱਛਿਆ ਕਿਹੜੀ 'ਚ ਨਹੀਂ ਹੈਗਾ, ਕਿਉਂਕਿ 3 ਦਾ ਤਾਂ ਮੈਂ ਆਨਸਰ ਕਰ ਨਹੀਂ ਸਕਦਾ ਸੀ, ਤਾਂ ਇੱਕ 'ਚ ਨਹੀਂ ਹੈਗਾ, ਬਾਕੀ 3 'ਚ ਹੈਗਾ। ਕਿਹੜੀ 'ਚ ਨਹੀਂ ਹੈਗਾ, ਇਹਦੇ 'ਚ ਨਹੀਂ ਹੈਗਾ, ਨੌਨ ਪ੍ਰੋਲੀਫਰੇਸ਼ਨ ਕਮੇਟੀ 'ਚ ਨਹੀਂ ਹੈਗਾ। ਠੀਕ ਹੈ, ਹੁਣ ਬਾਕੀ ਸਾਰੀਆਂ, ਤਾਲਿਬਾਨ ਸੈਂਕਸ਼ਨ ਨੂੰ ਲੈ ਕੇ ਇਹ ਕਮੇਟੀ 'ਚ ਵੀ ਹੈ, ਕਾਊਂਟਰ ਟੈਰਰਿਜ਼ਮ ਕਮੇਟੀ 'ਚ ਵੀ ਹੈ, ਲਿਬੀਆ ਸੈਂਕਸ਼ਨਸ 'ਤੇ ਵੀ ਹੈਗੀ ਹੈ। ਹੁਣ ਕੁਛ ਨਹੀਂ ਹੈਗਾ, ਜਿਵੇਂ ਤਾਲਿਬਾਨ ਨੂੰ ਲੈ ਕੇ ਵੀ ਤਾਲਿਬਾਨ ਦੇ ਨਾਲ ਕਿੰਨਾ ਕੁ ਨੁਕਸਾਨ ਹੋ ਰਿਹਾ, ਸ਼ਾਂਤੀ ਨੂੰ ਲੈ ਕੇ ਵੀ ਸ਼ਾਂਤੀ ਕਿੰਨੀ ਕੁ ਅਫਗਾਨਿਸਤਾਨ ਦੇ ਵਿੱਚੋਂ ਨੁਕਸਾਨ ਕਰ ਰਿਹਾ, ਉੱਥੋਂ ਦੀ ਇਕੋਨਮੀ ਨੂੰ, ਜਾਂ ਤੁਸੀਂ ਕਹਿ ਲਓ ਕਿ ਓਵਰਆਲ ਦੇਸ਼ ਦੇ ਸਟਰਕਚਰ ਨੂੰ ਹੀ ਹਿਲਾ ਰੱਖਿਆ ਤਾਲਿਬਾਨ ਨੇ, ਤਾਂ ਉਹਨੂੰ ਲੈ ਕੇ ਸੈਂਕਸ਼ਨਾਂ ਉਹ 'ਤੇ ਲੱਗਣੀਆਂ ਚਾਹੀਦੀਆਂ ਨੇ, ਨਹੀਂ ਲੱਗਣੀਆਂ ਚਾਹੀਦੀਆਂ, ਇਹਨੂੰ ਲੈ ਕੇ ਇੱਕ ਕਮੇਟੀ ਬਣੀ ਹੈ। ਟੈਰਰਿਜ਼ਮ ਨੂੰ ਕਿਵੇਂ ਹੈਂਡਲ ਕਰਿਆ ਜਾਵੇ, ਕਿਉਂਕਿ ਇੰਡੀਆ 'ਤੇ ਤਾਂ ਸਭ ਤੋਂ ਵੱਡਾ ਸ਼ਿਕਾਰ ਹੈ, ਇਸ ਕਰਕੇ ਇੰਡੀਆ ਨੂੰ ਲਾਇਆ ਗਿਆ। ਸਿਮਿਲਰਲੀ ਲਿਬੀਆ ਦੇ ਵਿੱਚ ਹੈ, ਲਿਬੀਆ ਦੇ ਵਿੱਚ ਵੀ ਆਹੀ ਕੁਛ ਚੱਲ ਰਿਹਾ, ਸਿਵਲ ਵਾਰ ਵਾਲਾ ਹਾਲ ਹੀ ਰਹਿੰਦਾ ਉੱਥੇ 24 ਘੰਟੇ। ਤਾਂ ਇਹਦੇ ਉੱਤੇ ਵੀ ਇਹ 3 ਕਮੇਟੀਆਂ ਨੇ, ਯਾਦ ਰੱਖਿਓ, ਕਾਫੀ ਇੰਪੋਰਟੈਂਟ ਸਵਾਲ
ਬਣ ਸਕਦਾ ਇੱਥੋਂ। ਅੱਗੇ 12ਵਾਂ ਸਵਾਲ, ਇਜ਼ਰਾਈਲ ਦੇ ਵਿੱਚ ਤੈਲ ਅਵੀਵ ਯੂਨੀਵਰਸਿਟੀ ਹੈ, ਸਭ ਤੋਂ ਵੱਡੀ ਸਰਕਾਰੀ ਯੂਨੀਵਰਸਿਟੀ ਹੈ, ਉਹਨੇ MOU ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਹੈ ਰਿਸਰਚ ਇਨ ਕੁਆਂਟਮ ਕੰਪਿਊਟਿੰਗ ਦੇ ਵਿੱਚ ਰਿਸਰਚ ਲਈ ਕਿਹੜੀ ਕੰਪਨੀ ਦੇ ਨਾਲ? ਇੰਡੀਆ ਦੀ ਨਾਲ। ਵਧੀਆ ਸਵਾਲ ਹੈ। ਵਿਪਰੋ ਦੇ ਨਾਲ ਕੀਤਾ। ਵਿਪਰੋ ਕੰਪਨੀ ਉਹੀ ਹੈ ਅਜੀਮ ਪ੍ਰੇਮਜੀ ਵਾਲੀ, ਠੀਕ ਹੈ, ਅਜੀਮ ਪ੍ਰੇਮਜੀ ਨੇ ਸ਼ੁਰੂ ਕੀਤੀ ਸੀ, ਤਾਂ ਕਾਫੀ ਉਹਨਾਂ ਦਾ ਨਾਮ ਫੇਮਸ ਹੈ ਵਿਪਰੋ ਨੂੰ ਹੀ ਲੈ ਕੇ, ਠੀਕ ਹੈ। ਤਾਂ ਵਿਪਰੋ ਨੇ ਇੱਕ ਸਾਡੀ ਤੁਸੀਂ ਉਹ ਕਹਿ ਸਕਦੇ ਹੋ IT ਕੰਪਨੀ ਹੈ, ਇਨਫੋਰਮੇਸ਼ਨ ਐਂਡ ਟੈਕਨੋਲੋਜੀ। ਤਾਂ ਯਾਦ ਰੱਖਿਓ ਕਿ ਕਿਹਦੇ ਨਾਲ ਰਲ ਕੇ? ਇਹਦੇ ਨਾਲ। ਹੁਣ ਇੱਕ ਗੱਲ ਆ ਗਈ ਕੁਆਂਟਮ ਕੰਪਿਊਟਿੰਗ। ਵੈਸੇ ਤਾਂ ਕੁਆਂਟਮ ਕੰਪਿਊਟਿੰਗ ਕਿਸੇ ਦਿਨ ਇਹ 'ਤੇ ਅਲੱਗ ਤੋਂ ਹੀ ਸਾਇੰਸ ਐਂਡ ਟੈਕ ਦੇ ਥਰੂ ਕਦੇ ਨਾ ਕਦੇ ਆਪਾਂ ਕਵਰ ਕਰ ਲਾਂਗੇ, ਪਰ ਮੋਟੀ ਮੋਟੀ ਜੀ ਗੱਲ ਦੱਸ ਦੇਣਾ ਕਿ ਜਿਹੜੀ ਇਹ ਕੁਆਂਟਮ ਕੰਪਿਊਟਿੰਗ ਹੈ, ਇਹਦੇ 'ਚ ਜਿਹੜੇ ਕੰਪਿਊਟਰ ਬਣਦੇ ਨੇ ਉਹ ਕੁਆਂਟਮ ਫਿਜ਼ਿਕਸ 'ਤੇ ਕੰਮ ਕਰਦੇ ਨੇ, ਕੁਆਂਟਮ ਫਿਜ਼ਿਕਸ ਦੇ ਪ੍ਰਿੰਸੀਪਲ 'ਤੇ ਕੰਮ ਕਰਦੇ ਨੇ। ਉਹਨਾਂ ਨੇ ਜਿਹੜੀ ਕੰਪਿਊਟਰ ਨੇ ਡਾਟਾ ਸਟੋਰ ਕਰਨਾ ਹੈ, ਜਮ੍ਹਾਂ ਕਰਨਾ, ਅੰਦਰ ਸਟੋਰ ਕਰਨਾ ਪੈਨ ਡਰਾਈਵਾਂ ਵਾਂਗੂ, ਉਹ ਸਾਰਾ ਕੁਝ ਇਹਦੇ 'ਤੇ ਕੰਮ ਕਰਦੇ ਨੇ। ਕਹਿੰਦੇ ਇੰਨੇ ਕੁ ਪਾਵਰਫੁੱਲ ਜਾਂ ਇੰਨੇ ਕੁ ਵਧੀਆ ਤੇਜ਼ ਕੁਆਂਟਮ ਕੰਪਿਊਟਰ ਬਣਾਏ ਜਾ ਸਕਦੇ ਨੇ, ਜਿਹੜੇ ਕਿ ਬੈਸਟ ਤੋਂ ਬੈਸਟ ਜਿਹੜੇ ਸੁਪਰ ਕੰਪਿਊਟਰ ਵੀ ਨੇ ਸਾਡੇ ਕੋਲ ਆਉਂਦੇ, ਠੀਕ ਹੈ। ਸੁਪਰ ਕੰਪਿਊਟਰ ਸਭ ਤੋਂ ਪਾਵਰਫੁੱਲ ਮੰਨਦੇ ਆਪਾਂ ਅੱਜ ਦੇ ਟਾਈਮ ਦੇ ਵਿੱਚ। ਫੋਗਾਕੂ ਜਿਵੇਂ ਇੱਕ ਨਾਮ ਹੈ ਸੁਪਰ ਕੰਪਿਊਟਰ ਦਾ, ਜਾਪਾਨ ਦਾ ਸਭ ਤੋਂ ਤਕੜਾ, ਉਹਨੂੰ ਕੱਢਦੇ ਨੇ ਇਹ, ਕੱਢਿਆ ਪਿੱਛੇ ਜੇ ਹੁਣ ਇੱਕ ਸਰਵੇ ਦੇ ਵਿੱਚ। ਸਰਵੇ ਨਹੀਂ, ਤੁਸੀਂ ਕੋਈ ਜਿਹੜਾ 500 ਕੰਪਿਊਟਰਾਂ ਦੀ ਲਿਸਟ ਨਿਕਲਦੀ ਹੁੰਦੀ ਹੈ ਕਿ ਕਿਹੜੇ ਸਭ ਤੋਂ ਪਾਵਰਫੁੱਲ ਕੰਪਿਊਟਰ ਨੇ, ਫੋਗਾਕੂ ਜਾਪਾਨ ਦਾ ਸਭ ਤੋਂ ਤਕੜਾ ਕੱਢਿਆ ਗਿਆ ਸੀ। ਮਤਲਬ ਉਹਨੂੰ ਵੀ ਹਰਾ ਸਕਦੇ ਆ ਤੁਸੀਂ ਕੁਆਂਟਮ ਫਿਜ਼ਿਕਸ 'ਤੇ। ਇਸੇ ਕਰਕੇ ਇਹਦੇ 'ਤੇ ਰਿਸਰਚ ਚੱਲ ਰਹੀ ਹੈ, ਕਾਫੀ ਇੰਪੋਰਟੈਂਟ ਹੈ। ਅੱਗੇ ਚੱਲਦੇ ਹਾਂ। 13ਵਾਂ ਕੁਐਸਚਨ ਮੈਨੂੰ ਕੀ ਕਹਿੰਦਾ? ਆਂਧਰਾ ਪ੍ਰਦੇਸ਼ ਗੌਰਮੈਂਟ ਨੇ ਸਾਈਨ ਕੀਤਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਕਿਹਦੇ ਨਾਲ? ਕਿਹੜੀ ਇੰਟਰਨੈਸ਼ਨਲ ਯੂਨੀਵਰਸਿਟੀ ਨਾਲ? ਟੂ ਇੰਪਰੂਵ ਦਾ ਇੰਗਲਿਸ਼ ਪ੍ਰੋਫੀਸ਼ੀਐਂਸੀ, ਵੀ ਸਟੇਟ ਦੇ ਵਿੱਚ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਸੁਧਾਰਿਆ ਜਾ ਸਕੇ, ਇਸ ਚੀਜ਼ ਨੂੰ ਲੈ ਕੇ, ਠੀਕ ਹੈ। ਆਂਧਰਾ ਪ੍ਰਦੇਸ਼ ਨੇ ਸਾਈਨ ਕੀਤਾ, ਤਾਂ ਕਿਹਦੇ ਨਾਲ ਕੀਤਾ? ਯੂਨੀਵਰਸਿਟੀ ਆਫ ਕੈਂਬਰਿਜ ਦੇ ਨਾਲ। ਤਾਂ ਯਾਦ ਰੱਖਿਓ, ਫੈਕਚੁਅਲ ਸਵਾਲ ਆ ਸਿੱਧਾ, ਯੂਨੀਵਰਸਿਟੀ ਆਫ ਕੈਂਬਰਿਜ। ਅੱਗੇ 14ਵਾਂ ਸਵਾਲ, ਰੀਸੈਂਟਲੀ ਹੂ ਹੈਜ਼ ਸਵੋਰਨ ਇਨ ਐਜ਼ ਫਸਟ ਵਿਮਨ ਚੀਫ ਜਸਟਿਸ ਆਫ ਤੇਲੰਗਾਨਾ ਹਾਈ ਕੋਰਟ? 2-3 ਆ ਗਏ, ਇਹ ਜ਼ਿਆਦਾ ਇੰਪੋਰਟੈਂਟ ਹੈ ਸਭ ਤੋਂ, ਠੀਕ ਹੈ, ਕਿਉਂਕਿ ਇਹ ਪਹਿਲੀ ਵਿਮਨ ਹੈ। ਅੱਜ ਤੱਕ ਵਿਮਨ ਕਦੇ ਲਾਈ ਨਹੀਂ ਸੀ। ਵੈਸੇ ਤਾਂ ਚਲੋ ਤੇਲੰਗਾਨਾ ਬੜਾ ਹੀ ਕਿੰਨਾ ਕੁ ਚਿਰ ਹੋਇਆ, ਪਰ ਫਿਰ ਵੀ ਵਿਮਨ ਦੇ ਤੌਰ 'ਤੇ ਤਾਂ ਤੇਲੰਗਾਨਾ ਲਈ ਤਾਂ ਪਹਿਲੀ ਹੋਈ ਹੋਊਗੀ, ਠੀਕ ਹੈ। ਤਾਂ ਤੇਲੰਗਾਨਾ ਲਈ ਜੇ ਪਹਿਲੀ ਹੋ ਗਈ ਤਾਂ ਕੀ ਹੈ ਇਹਦਾ ਨਾਮ? ਤਾਂ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਨਾਮ ਹੈਗਾ ਹਿਮਾ ਕੋਹਲੀ, ਯਾਦ ਰਹਿ ਜੂਗਾ। ਕੋਹਲੀ ਕ੍ਰਿਕਟ 'ਚ ਵੀ ਛਾਏ ਹੋਏ ਨੇ, ਜੱਜਾਂ ਦੀਆਂ ਪੋਸਟਾਂ 'ਤੇ ਵੀ ਬੈਠੇ ਨੇ, ਅਤੇ ਕੋਹਲੀਆਂ ਦੀ ਚੜ੍ਹਾਈ ਆ ਤੁਸੀਂ ਕਹਿ ਸਕਦੇ ਹੋ। ਤਾਂ ਜਸਟਿਸ ਹਿਮਾ ਕੋਹਲੀ, ਠੀਕ ਹੈ, ਪਹਿਲੀ ਵਿਮਨ ਚੀਫ ਜਸਟਿਸ ਲਾਈ ਗਈ ਹੈ, ਯਾਦ ਰੱਖਿਓ। ਅਤੇ ਜੇ ਮੈਂ ਤੁਹਾਨੂੰ ਪੁੱਛਾਂ CM ਕੌਣ ਹੈ ਤੇਲੰਗਾਨਾ ਦਾ? ਉਹਦਾ ਨਾਮ ਹੈਗਾ ਚੰਦਰ ਸ਼ੇਖਰ ਰਾਓ CM ਹੈ। ਗਵਰਨਰ ਕੌਣ ਹੈ ਜੇ ਪੁੱਛ ਲਿਆ ਜਾਵੇ? ਕਿਉਂਕਿ 2 ਤਾਂ ਨਾਮ ਪੱਕੇ ਪਤਾ ਹੋਣੇ ਚਾਹੀਦੇ ਨੇ ਗਵਰਨਰ, ਅਤੇ ਉਹ ਜਿਹੇ ਨਿਊਜ਼ ਦੇ ਵਿੱਚ ਆ ਗਈ, ਕਿਉਂਕਿ ਗਵਰਨਰ ਨੇ ਹੀ ਇਹਨੂੰ ਸਹੁੰ ਚੁਕਾਈ ਹੋਊ। ਗਵਰਨਰ ਹੈਗਾ ਤਮਿਲਾ ਸਾਈ, ਮੈਂ ਨਾਮ ਲਿਖ ਦੇਣਾ ਬੜਾ ਪੁੱਠਾ ਜਿਹਾ, ਤਮਿਲੀ ਸਾਈ, ਠੀਕ ਹੈ। ਤਾਂ ਇਹ ਐਵੇਂ ਜਿਹੇ ਕੁਛ ਨਾਮ ਆ, ਬਸ ਯਾਦ ਰੱਖ ਲਿਓ ਤਮਿਲਾ, ਜੇ ਤੋਂ ਯਾਦ ਰੱਖ ਸਕਦੇ ਹੋ ਤੁਸੀਂ। ਅਤੇ ਇਹ ਮੇਰੇ ਕੋਲ ਹੋ ਗਏ ਗਵਰਨਰ ਅਤੇ CM ਦੇ ਨਾਮ। 15ਵਾਂ ਸਵਾਲ ਗੱਲ ਕਰਦੇ ਹਾਂ। ਕਿਹੜੀ ਏਅਰਲਾਈਨ ਹੈ ਕੰਟਰੀ ਦੀ ਜਿਹੜੀ ਪਹਿਲੀ ਬਣ ਗਈ ਜਿਹੜੀ ਯੂਜ਼ ਕਰ ਰਹੀ ਹੈ ਅਲਟਰਾ ਵਾਇਲਟ ਰੋਬੋਟਸ ਨੂੰ? ਮਤਲਬ UV ਰੇਜ਼ ਮਾਰਦੇ ਨੇ, ਅਲਟਰਾ ਵਾਇਲਟ ਰੇਜ਼ ਮਾਰਦੇ ਨੇ, ਟੂ ਕਲੀਨ ਐਂਡ ਡਿਸਇਨਫੈਕਟ ਇਟਸ ਏਅਰਕ੍ਰਾਫਟਸ। ਦੇਸ਼ ਦੀ ਇਹਨਾਂ ਦੇ ਵਿੱਚੋਂ ਕਿਹੜੀ ਏਅਰਲਾਈਨ ਹੈ ਜਿਹੜੀ ਆਪਣੇ ਹਵਾਈ ਜਹਾਜ਼ਾਂ ਨੂੰ ਸਾਫ਼ ਅਤੇ ਰੋਗਾਣੂ ਮੁਕਤ ਕਰਨ ਲਈ, ਯਾਨੀ ਕਿ ਡਿਸਇਨਫੈਕਟ ਕਰਨ ਲਈ ਅਲਟਰਾ ਵਾਇਲਟ ਰੋਬੋਟਸ ਦੀ ਵਰਤੋਂ ਕਰ ਰਹੀ ਹੈ? ਆਹ ਦੇਖੋ, ਆਹ ਇੱਕ ਰੋਬੋਟ ਹੈ ਜਿਹੜੀ ਲਾਈਟ ਮਾਰ ਰਹੀ ਹੈ, ਅਲਟਰਾ ਵਾਇਲਟ ਰੇਜ਼ ਹੀ ਆ ਰਹੀਆਂ। ਤਾਂ ਦੇਖੋ ਕੌਣ ਕਰ ਸਕਦਾ ਤੁਹਾਡੇ ਹਿਸਾਬ ਨਾਲ? ਤਾਂ ਏਅਰ ਇੰਡੀਆ ਇਹ ਕਰ ਰਹੀ ਹੈ ਕਿ ਅਲਟਰਾ ਵਾਇਲਟ ਰੇਜ਼ ਨਾਲ ਮਾਰ ਕੇ, ਤਾਂ ਕਿ ਕਰੋਨਾ ਤੋਂ ਇਹਨਾਂ ਨੂੰ, ਜੇ ਕਿਤੇ ਮਾੜਾ ਮੋਟਾ ਕਰੋਨਾ ਬੈਠਾ ਉਹ UV ਰੇਜ਼ ਨਾਲ ਮਰ ਜੂਗਾ ਨਾਲ ਦੀ ਨਾਲ, ਅਲਟਰਾ ਵਾਇਲਟ ਰੇਜ਼ ਨਾਲ। 16ਵਾਂ ਕੁਐਸਚਨ ਆ ਗਿਆ ਜੀ ਅੱਗੇ ਆਪਣੇ ਕੋਲੇ। ਰੀਸੈਂਟਲੀ ਇੱਕ ਮੋਬਾਈਲ ਐਪਲੀਕੇਸ਼ਨ ਹੈ ਜਿਹਦਾ ਨਾਮ ਹੈਗਾ ਸਤਰਕ ਨਾਗਰਿਕ, ਲਾਂਚ ਕੀਤੀ ਗਈ ਹੈ ਕਿਹੜੀ UT ਦੇ ਵਿੱਚ? ਸਤਰਕ ਨਾਗਰਿਕ। ਤਾਂ ਬੜਾ ਸਿੱਧਾ ਜਿਹਾ ਸਵਾਲ ਹੈ, ਕਿੱਥੇ ਸਤਰਕ ਨਾਗਰਿਕ ਕੀਤੀ ਗਈ ਹੈ? ਜੰਮੂ ਐਂਡ ਕਸ਼ਮੀਰ UT ਦੇ ਵਿੱਚ, ਠੀਕ ਹੈ। ਉਹੀ ਟੈਰਰਿਜ਼ਮ ਨੂੰ ਹੀ ਟੈਕਲ ਕਰਨ ਵਾਸਤੇ, ਆਤੰਕਵਾਦ ਨੂੰ ਹੀ, ਠੀਕ ਹੈ, ਹੈਂਡਲ ਕਰਨ ਵਾਸਤੇ ਇਹ ਰੱਖੀ ਗਈ ਹੈ। ਵਧੀਆ ਸਵਾਲ ਇੱਥੇ ਬਣਦਾ LG ਨੂੰ ਲੈ ਕੇ, ਕਿਉਂਕਿ ਚੇਂਜ ਕੀਤਾ ਸੀ ਪਿੱਛੇ ਜੇ ਸਤਿਆਪਾਲ ਮਲਿਕ ਨੂੰ। ਹੁਣ ਇਸ ਟਾਈਮ LG ਕੌਣ ਹੈ ਜਿਹੜਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੈ? ਨਾਮ ਯਾਦ ਰੱਖਿਓ, ਮਨੋਜ ਸਿਨਹਾ।
मनोज सिन्हा इस टाइम LG लाए हुए ने ਲੈਫਟੀਨੈਂਟ ਗਵਰਨਰ ਯਾਨੀ ਕਿ ਜੰਮੂ ਐਂਡ ਕਸ਼ਮੀਰ 'ਚ। 17ਵਾਂ ਸਵਾਲ ਆ ਗਿਆ, ਸ਼੍ਰੀ ਮਾਧਵ ਸਿੰਘ ਸੋਲੰਕੀ, ਮਾਧਵ ਸਿੰਘ ਕਹਿ ਲਓ ਚਾਹੇ ਸਿੰਘ ਹੈ ਵੈਸੇ ਤਾਂ, ਸੋਲੰਕੀ ਫਾਰਮਰ ਚੀਫ ਮਿਨਿਸਟਰ ਸੀ ਅਤੇ ਯੂਨੀਅਨ ਮਿਨਿਸਟਰ ਵੀ ਰਹੇ ਨੇ। ਹੁਣੀ ਉਹਨਾਂ ਦਾ ਦੇਹਾਂਤ ਹੋ ਗਿਆ। ਠੀਕ ਹੈ, ਤੁਸੀਂ ਦੱਸਣਾ ਕਿ ਉਹ ਕਿਹੜੀ ਸਟੇਟ ਦੇ CM ਰਹੇ ਨੇ। ਮੋਸਟ ਇੰਪੋਰਟੈਂਟ ਸਵਾਲ ਹੈ। ਉਹ CM ਸੀਗੇ ਗੁਜਰਾਤ ਦੇ। 4 ਵਾਰ ਤਾਂ ਇਹ ਮੁੱਖ ਮੰਤਰੀ ਰਹੇ ਨੇ ਅਤੇ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੀ ਉਦੋਂ ਇਹ ਯੂਨੀਅਨ ਮਿਨਿਸਟਰ ਸੀ, ਇਹਨਾਂ ਕੋਲ ਐਕਸਟਰਨਲ ਅਫੇਅਰ ਮਿਨਿਸਟਰੀ ਸੀ। ਠੀਕ ਹੈ, ਤਾਂ ਕਰਕੇ ਇੰਪੋਰਟੈਂਟ ਨਾਮ ਹੈ, ਯਾਦ ਰੱਖ ਲਿਓ। ਠੀਕ ਹੈ ਜੀ, ਜੇ ਪੁੱਛ ਲਿਆ ਜਾਵੇ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਸੀ, ਕਈ ਵਾਰ ਇਹੋ ਜਿਹੇ ਸਵਾਲ ਵੀ ਪੈ ਜਾਂਦੇ ਆ, ਤਾਂ ਕਾਂਗਰਸ ਦੇ ਸੀ। ਠੀਕ ਹੈ, ਕਾਂਗਰਸ ਨੂੰ ਬਿਲੋਂਗ ਕਰਦੇ ਸੀਗੇ। ਲਓ ਜੀ ਅੱਗੇ ਆ ਜਾਓ। 18ਵਾਂ, ਦਿੱਲੀ ਕੈਬਨਿਟ ਨੇ ਅਪਰੂਵ ਕੀਤਾ ਸੈਟਿੰਗ ਅਪ ਏ ਕੋਨਕਣੀ ਅਕੈਡਮੀ ਇਨ ਕੈਪੀਟਲ ਆਫ ਇੰਡੀਆ। ਕੋਨਕਣੀ ਲੈਂਗੁਏਜ ਅਫੀਸ਼ੀਅਲ ਲੈਂਗੁਏਜ ਹੈ ਕਿਹੜੀ ਸਟੇਟ ਦੀ, ਦੱਸੋ। ਬੜਾ ਸੌਖਾ ਸਵਾਲ ਹੈ, ਇਹ ਤਾਂ ਆਉਣਾ ਚਾਹੀਦਾ। ਠੀਕ ਹੈ, ਗੋਆ ਦੀ ਕੋਨਕਣੀ ਹੈ ਲੈਂਗੁਏਜ ਹੈ ਅਤੇ ਕੇਜਰੀਵਾਲ ਜੀ ਹੁਣ ਉੱਥੇ ਅਕੈਡਮੀ ਖੋਲ੍ਹਣ ਲੱਗਿਆ ਤਾਂ ਕਿ ਕੋਨਕਣੀ ਬੋਲਣ ਵਾਲੀ ਲੈਂਗੁਏਜ ਨੂੰ ਪ੍ਰਮੋਟ ਕੀਤਾ ਜਾ ਸਕੇ। ਸਾਡੇ 8ਵੇਂ ਸ਼ਡਿਊਲ ਦੇ ਵਿੱਚ ਸੰਵਿਧਾਨ 'ਚ 22 ਲੈਂਗੁਏਜਿਸ ਨੇ। ਠੀਕ ਹੈ, ਜਿਨ੍ਹਾਂ ਨੂੰ ਅਸੀਂ ਸ਼ਡਿਊਲਡ ਲੈਂਗੁਏਜਿਸ ਬੋਲ ਦਿੰਦੇ ਹਾਂ। ਉਹ ਸ਼ਡਿਊਲਡ ਲੈਂਗੁਏਜਿਸ ਦੇ ਵਿੱਚੋਂ ਇੱਕ ਹੈ ਕੋਨਕਣੀ ਲੈਂਗੁਏਜ, ਤਾਂ ਇਹ ਵੀ ਯਾਦ ਰੱਖਿਓ ਤੁਸੀਂ। ਠੀਕ ਹੈ ਜੀ, ਲਓ ਜੀ ਅੱਗੇ ਆ ਜਾਓ। 19ਵੇਂ ਸਵਾਲ 'ਤੇ, ਇੰਡੀਆ ਦਾ ਪਹਿਲਾ ਇੰਡੋਰ ਸਕਾਈ ਪਾਰਕ ਟੂ ਬੀ ਬਿਲਟ ਬਣਨ ਜਾ ਰਿਹਾ ਕਿੱਥੇ? ਪਹਿਲਾ ਇੰਡੋਰ ਸਕਾਈ ਪਾਰਕ ਕਿੱਥੇ ਬਣਨ ਜਾ ਰਿਹਾ? ਇੰਪੋਰਟੈਂਟ ਸਵਾਲ ਹੈ। ਠੀਕ ਹੈ, ਤਾਂ ਇਹ ਬਣਨ ਜਾ ਰਿਹਾ ਕੁਫਰੀ ਦੇ ਵਿੱਚ। ਪੰਜਾਬ ਵਾਲਿਆਂ ਲਈ ਤਾਂ ਮੌਜਾਂ ਨੇ, ਦੇਖਿਆ ਕਰਾਂਗੇ ਜਦੋਂ ਜਾਵਾਂਗੇ ਉੱਥੇ। ਠੀਕ ਹੈ, ਤਾਂ ਪਹਿਲਾ ਇੰਡੋਰ ਬਣਨ ਜਾ ਰਿਹਾ ਸਕਾਈ ਪਾਰਕ। ਅਤੇ ਬਾਕੀ ਜੇ ਆਪਾਂ ਪੁੱਛ ਲਿਆ ਜਾਵੇ, ਇੱਥੇ ਇੰਪੋਰਟੈਂਟ ਹੈ ਗੁਆਂਢੀ ਸੂਬਾ, ਤਾਂ ਗੁਆਂਢੀ ਸੂਬੇ ਦਾ CM ਵੀ ਪੁੱਛ ਸਕਦੇ ਨੇ, ਗਵਰਨਰ ਵੀ ਪੁੱਛ ਸਕਦੇ ਨੇ। ਤਾਂ CM ਕੌਣ ਹੈ? ਜੈਰਾਮ ਠਾਕੁਰ। ਠੀਕ ਹੈ, ਜੇ ਮੈਂ ਪੁੱਛ ਲਵਾਂ ਕਿ ਗਵਰਨਰ ਕੌਣ ਹੈ, ਗਵਰਨਰ ਦਾ ਨਾਮ ਹੈਗਾ ਬੰਦਾਰੂ ਦੱਤਾਰੇਆ। ਬੰਦਾਰੂ DATTATRE ਦੱਤਾਰੇਆ, ਬੰਦਾਰੂ ਦੱਤਾਰੇਆ ਨਾਮ ਯਾਦ ਰੱਖਿਓ। ਗਵਰਨਰ ਇੰਪੋਰਟੈਂਟ ਹੈ। ਅੱਗੇ ਆ ਜਾਓ। ਰੀਸੈਂਟਲੀ ਸੁਬੋਧ ਕੁਮਾਰ ਜੈਸਵਾਲ, ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਡਾਇਰੈਕਟਰ ਜਨਰਲ। ਇਹਨਾਂ ਦੇ ਵਿੱਚੋਂ ਕਿਹਦਾ ਡਾਇਰੈਕਟਰ ਜਨਰਲ ਲਾਇਆ ਗਿਆ? ਰੇਲਵੇ ਪ੍ਰੋਟੈਕਸ਼ਨ ਫੋਰਸ ਦਾ, CRPF ਦਾ, BSF ਦਾ ਜਾਂ CISF ਦਾ? ਠੀਕ ਹੈ, ਤਾਂ ਇਹ ਕਿਹਦਾ ਲਾਇਆ ਗਿਆ ਜੀ? ਇਹਦਾ ਆਨਸਰ ਬਣਦਾ CISF। CISF ਬੇਸਿਕਲੀ ਫੁੱਲ ਫਾਰਮ ਇਹਦੀ ਲਿਖੀ ਹੋ ਪਈ ਹੈ, ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ। ਸਾਡੀਆਂ ਇੰਡਸਟਰੀਆਂ ਜਾਂ ਜਿਹੜੀਆਂ ਗੌਰਮੈਂਟ ਦਾ ਇਨਫਰਾਸਟਰਕਚਰ ਹੈ, ਜਿਵੇਂ ਤੁਸੀਂ ਕਹਿ ਸਕਦੇ ਹੋ, ਆਪਾਂ ਕਹਿ ਲਈਏ ਜਿੱਥੇ ਅਟੋਮਿਕ ਪਾਵਰ ਪਲਾਂਟ ਇੱਕ ਐਗਜ਼ਾਮਪਲ ਹੋ ਸਕਦੀ ਹੈ। ਸਪੇਸ ਇੰਸਟਾਲੇਸ਼ਨਸ ਨੇ, ਜਿੱਥੇ ਸਪੇਸ ਨੂੰ ਲੈ ਕੇ ਇੰਸਟਾਲੇਸ਼ਨਸ ਦੀਆਂ ਕਰੀਆਂ ਹੋਈਆਂ ਨੇ। ਸਾਡੀਆਂ ਮਾਈਨਸ ਨੇ ਸਰਕਾਰੀ, ਠੀਕ ਆ, ਖਾਨਾਂ ਨੇ, ਆਇਲ ਦੇ ਫੀਲਡ ਨੇ, ਤੇਲ ਨਿਕਲਦਾ ਜੇ ਕਿਤੋਂ ਨਾ ਕਿਤੋਂ। ਠੀਕ ਹੈ, ਰਿਫਾਈਨਰੀਜ਼ ਨੇ ਸਾਡੀਆਂ ਬਣੀਆਂ ਹੋਈਆਂ, ਉੱਥੇ ਸਾਰੇ ਕਿਤੇ ਇਹ ਫੋਰਸ ਨੂੰ ਲਾਇਆ ਜਾਂਦਾ। ਪੋਰਟ ਕਹਿ ਸਕਦੇ ਹੋ ਤੁਸੀਂ, ਕਈ ਪੋਰਟ 'ਤੇ, ਮੇਜਰ ਪੋਰਟਸ ਦੇ ਉੱਤੇ, ਤਾਂ ਉੱਥੇ ਕੰਮ ਕਰਦੀ ਹੈ ਇਹ। ਐਵੇਂ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ BSF ਕਿੱਥੇ ਹੈ। BSF ਦਾ ਹੁਣ ਆਪਾਂ ਨੂੰ ਪਤਾ ਕਿ BSF ਕਿੱਥੇ ਹੈ, ਪਾਕਿਸਤਾਨ ਅਤੇ ਬੰਗਲਾਦੇਸ਼ ਵਾਲੇ ਬਾਰਡਰ 'ਤੇ BSF ਖੜੀ ਹੈ ਆਪਣੇ ਕੋਲ। ਸਿਮਿਲਰਲੀ ਜੇ ਪੁੱਛ ਲੈਣ SSB ਕਿੱਥੇ, ਮਤਲਬ ਕਿਹਨੂੰ ਪ੍ਰੋਟੈਕਟ ਕਰਦੀ ਹੈ? ਸਸ਼ਸਤਰ ਸੀਮਾ ਬਲ, ਨੇਪਾਲ ਅਤੇ ਕਿਹਦੇ ਬਾਰਡਰ ਨੂੰ? ਭੂਟਾਨ ਦੇ ਬਾਰਡਰ ਨੂੰ। ਇਹ ਮੈਥ ਦਾ ਕਾਲਮ 'ਚ ਬਹੁਤ ਵਾਰ ਪੇਪਰਾਂ 'ਚ ਪੁੱਛਿਆ ਜਾਂਦਾ ਇਹ ਸਵਾਲ। ਠੀਕ ਹੈ, ਕਿ ਕਿਹਨੂੰ ਪ੍ਰੋਟੈਕਟ ਕਰਦੀ ਹੈ। ਐਵੇਂ ITBF ਹੈ, ਇੰਡੋ ਤਿੱਬਤੀਅਨ ਬਾਰਡਰ ਫੋਰਸ। ਠੀਕ ਹੈ, ਨਾਮ ਤੋਂ ਹੀ ਪਤਾ ਲੱਗ ਰਿਹਾ ਜ਼ਿਆਦਾਤਰ ਮਾਊਂਟੇਨ ਰੇਂਜ ਜਿਹੜੀ ਇੰਡੀਆ ਅਤੇ ਚਾਈਨਾ ਜਾਂ ਫਿਰ ਨੇਪਾਲ ਨਾਲ ਮਾਊਂਟੇਨ ਰੇਂਜ ਜਿਹੜੀ ਲੱਗਦੀ ਹੈ ਇੰਡੀਆ ਦੀ। ਠੀਕ ਹੈ, ਉੱਥੇ ITBF ਲਾਈ ਹੋਈ ਹੈ ਇਹਨਾਂ ਨੇ, ਤਾਂ ਇਹ ਯਾਦ ਰੱਖਿਓ। CRPF ਕਿੱਥੇ ਹੈ? ਇਹ ਵੀ ਵਿੱਚ ਲਿਖੀ ਪਈ ਹੈ। ਤਾਂ CRPF ਬਾਰੇ ਪਤਾ ਹੋਣਾ ਚਾਹੀਦਾ। ਜ਼ਿਆਦਾਤਰ ਇਹ ਸਟੇਟ ਪੁਲਿਸ ਨੂੰ ਅਸਿਸਟ ਕਰਦੀ ਹੈ। ਜਿਹੜੀਆਂ ਸਟੇਟ ਦੇ ਵਿੱਚ ਕੋਈ ਜੇ ਅਰਾਜਕਤਾ ਫੈਲ ਜੇ, ਇਨਸਰਜੈਂਸੀ ਹੋ ਗਈ ਉਹਨੂੰ, ਜਾਂ ਫਿਰ ਮਾਓਇਸਟ ਖਾਸ ਕਰਕੇ ਜਿਹੜੇ ਮਾਓਵਾਦੀ ਨੇ ਉਹਨਾਂ ਨੂੰ ਖ਼ਤਮ ਕਰਨ ਵਾਸਤੇ ਹੈ। ਰੇਲਵੇ ਦੇ ਤਾਂ ਨਾਮ ਤੋਂ ਹੀ ਸਮਝ ਆ ਰਿਹਾ ਕਿ ਕੀ ਕੰਮ ਕਰਦੀ। ਇੱਕ ਅਸਾਮ ਰਾਈਫਲ ਰਹਿ ਗਈ, ਉਹ ਵੀ ਯਾਦ ਕਰ ਲਿਓ। ਅਸਾਮ ਰਾਈਫਲ ਕਿੱਥੇ ਹੈ? ਨੌਰਥ ਈਸਟ ਵਾਲੀਆਂ ਸਟੇਟਾਂ ਦੇ ਵਿੱਚ ਹੈ। ਤਾਂ ਇਹਨਾਂ ਦਾ ਜ਼ਰੂਰ ਯਾਦ ਰੱਖਿਓ ਤੁਸੀਂ, ਇੰਪੋਰਟੈਂਟ ਹੈ। ਹੁਣੇ ਇੰਡੀਆ ਨੇ ਲਾਂਚ ਕੀਤਾ ਸਾਗਰ ਅਨਵੇਸ਼ਿਕਾ ਜਾਂ ਵੇਸ਼ਿਕਾ, ਤੁਸੀਂ ਜੋ ਵੀ ਨਾਮ ਬੋਲ ਸਕਦੇ ਹੋ। ਇੱਕ ਵੈਸਲ ਹੈ, ਕਾਹਦੇ ਲਈ? ਆਹ ਵੈਸਲ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਪਰਪਸ ਕੀ ਹੈ ਇਹਦਾ? ਬੜਾ ਸਿੰਪਲ ਹੈ,
ਪਰਪਸ ਇਹਦਾ ਇਹੀ ਹੈ ਕਿ ਰਿਸਰਚ ਪਰਪਸਿਸ ਵਾਸਤੇ। ਇਹਦੇ ਵਿੱਚ ਐਡਵਾਂਸ ਲੈਵਲ ਦਾ ਨੈਵੀਗੇਸ਼ਨ ਸਿਸਟਮ ਲਾਇਆ ਗਿਆ, ਠੀਕ ਹੈ। ਨੈਵੀਗੇਸ਼ਨ ਜਿਵੇਂ ਤੁਸੀਂ GPS ਚਲਾ ਲੈਂਦੇ ਹੋ ਵੀ ਤੁਹਾਨੂੰ ਲੱਭ ਸਕੇ ਕੁਝ ਵੀ, ਤੁਸੀਂ ਕਿਤੇ ਵੀ GPS ਚਲਾ ਕੇ ਪਹੁੰਚ ਜਾਂਦੇ ਹੋ, ਉਵੇਂ ਜੇ ਐਡਵਾਂਸ ਲੈਵਲ ਦਾ ਨੈਵੀਗੇਸ਼ਨ ਸਿਸਟਮ ਇਹ 'ਚ ਲਾਇਆ ਗਿਆ ਤਾਂ ਕਿ ਓਸ਼ੇਨੀਓਗ੍ਰਾਫੀ ਸਮੁੰਦਰ ਦੇ ਵਿੱਚ ਰਿਸਰਚ ਕੀਤੀ ਜਾਵੇ। ਸਮੁੰਦਰ ਦੇ ਥੱਲੋਂ ਨਾ ਇੱਕ ਐਡੇ ਕੁ ਆਲੂ ਜਿਹੇ ਨਿਕਲਦੇ ਹੁੰਦੇ ਨੇ ਜਿਨ੍ਹਾਂ ਨੂੰ ਨਡਿਊਲਸ ਬੋਲਦੇ ਆ, ਉਹਦੇ ਵਿੱਚੋਂ ਬੜਾ ਕੁਛ ਨਿਕਲਦਾ, ਮਤਲਬ ਬੜਾ ਕੁਛ ਮਿਨਰਲ, ਕਾਫੀ ਚੀਜ਼ਾਂ ਉਹਦੇ ਵਿੱਚ ਪਾਈਆਂ ਜਾਂਦੀਆਂ ਨੇ। ਤਾਂ ਉਹਨਾਂ ਨੂੰ ਅਸੀਂ ਆਪਣੇ ਜਿੰਨਾ ਕੁ ਪਾਣੀ ਦਾ ਏਰੀਆ ਸਾਡੇ ਹਿੱਸੇ ਆਉਂਦਾ ਹੈ, ਠੀਕ ਹੈ, ਉੱਥੋਂ ਅਸੀਂ ਰਿਸਰਚ ਕਰ ਸਕੀਏ, ਉਹਦੇ ਵਾਸਤੇ ਆ ਇਹ। ਕਈ ਨੇ ਇਹੋ ਜਿਹੀਆਂ ਇੰਡੀ ਦੀਆਂ, ਜਿਵੇਂ ਸਾਗਰ ਨਿਧੀ ਇੱਕ ਹੈ, ਠੀਕ ਹੈ, ਸਾਗਰ ਕੰਨਿਆ, ਸਾਗਰ ਤਾਰਾ, ਸਾਗਰ ਸੰਪਦਾ, ਐਂ 4-5 ਵੈਸਲਾਂ ਪਿੱਛੇ ਜੇ ਨਿਊਜ਼ ਦੇ ਵਿੱਚ ਸੀਗੀਆਂ ਜਿਨ੍ਹਾਂ ਨੂੰ ਯਾਨੀ ਕਿ ਇਹੀ ਪਰਪਸ ਵਾਸਤੇ ਬਣਾਇਆ ਹੋਇਆ ਕਿ ਇਹ ਰਿਸਰਚ ਕਰਨੀ ਹੈ। 22ਵਾਂ ਸਵਾਲ, ਹੂ ਹੈਜ਼ ਬੀਨ ਰੀਸੈਂਟਲੀ ਅਪੁਆਇੰਟਡ ਐਜ਼ ਏ ਪ੍ਰੈਜ਼ੀਡੈਂਟ ਆਫ COP 26। ਇੰਪੋਰਟੈਂਟ ਸਵਾਲ ਹੈ, ਧਿਆਨ 'ਚ ਰੱਖਿਓ। COP ਕਾਨਫਰੰਸ ਆਫ ਪਾਰਟੀਜ਼, ਕੀ ਹੁੰਦਾ ਇਹ COP, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਪਹਿਲਾਂ ਇਹਦਾ ਆਨਸਰ ਸੁਣ ਲਓ, ਅਲੋਕ ਸ਼ਰਮਾ। UK ਇਸ ਵਾਰ ਚੇਅਰ ਕਰ ਰਿਹਾ COP 26 ਨੂੰ, ਠੀਕ ਹੈ। COP 26 ਕੀ ਹੈ, ਕੁਛ ਨਹੀਂ, ਯੂਨਾਈਟਿਡ ਨੇਸ਼ਨ ਨਾ ਕਲਾਈਮੇਟ ਚੇਂਜ ਦੇ ਉੱਤੇ ਇੱਕ ਕਾਨਫਰੰਸ ਕਰਾਉਂਦਾ ਹੈ। ਉਹ ਕਾਨਫਰੰਸ ਦੇ ਵਿੱਚ ਕਲਾਈਮੇਟ ਨੂੰ ਬਦਲ ਰਿਹਾ, ਜਿਹੜਾ ਗਲੋਬਲ ਵਾਰਮਿੰਗ ਇੰਨੀ ਜ਼ਿਆਦਾ ਵਧੀ ਜਾ ਰਹੀ ਹੈ, ਗਰਮੀ ਇੰਨੀ ਵਧੀ ਜਾ ਰਹੀ ਹੈ, ਇਹਨੂੰ ਕਿਵੇਂ ਰੋਕਿਆ ਜਾ ਸਕਦਾ, ਉਹਦੇ 'ਤੇ ਚਰਚਾ ਹੁੰਦੀ ਹੈ। ਇਹਦੇ ਵਿੱਚ ਜਿਹੜੇ ਮੈਂਬਰ ਆਉਂਦੇ ਨੇ ਹਰ ਵਾਰ, ਜਿੰਨੇ ਵੀ UN ਦੇ ਮੈਂਬਰ ਨੇ ਉਹ ਸਾਰੇ ਇਹਦੇ ਵਿੱਚ ਪਾਰਟੀਸਪੇਟ ਕਰਦੇ ਆ। ਸਾਰੇ ਨਹੀਂ ਹੋਣਗੇ, ਚਲੋ ਜਿਹੜੇ ਨਹੀਂ ਜੁਆਇਨ ਕੀਤਾ, ਜਿਨ੍ਹਾਂ ਨੇ ਨਹੀਂ ਹੋਣਗੇ, ਜਿੰਨੇ ਵੀ ਦੇਸ਼ ਆਉਂਦੇ ਆ ਉਹ ਸਾਰਿਆਂ ਦੇ ਗਰੁੱਪ ਨੂੰ ਕਾਨਫਰੰਸ ਆਫ ਪਾਰਟੀਜ਼ ਬੋਲ ਦਿੱਤਾ ਜਾਂਦਾ। ਉਹ ਆ ਕੇ ਬੈਠਦੇ ਨੇ। ਇਸ ਵਾਰ ਦੀ ਚੇਅਰ ਹੈਗੀ ਆ UK ਕੋਲੇ। ਫਿਰ ਤੁਸੀਂ ਕਹੋਗੇ ਆ ਤਾਂ ਇੰਡੀਅਨ ਨਾਮ ਜਿਹਾ ਲੱਗਦਾ, ਲੋਕ ਸ਼ਰਮਾ, ਇਹ ਕਿਵੇਂ ਉੱਥੇ ਜਾ ਪਹੁੰਚਿਆ? ਦੇਖੋ, ਇਹ ਜਿਹੜੀ ਬੋਰਿਸ ਜੌਨਸਨ, ਤੁਹਾਨੂੰ ਪਤਾ ਗਾ ਕਿ ਇੰਗਲੈਂਡ ਦਾ ਪ੍ਰਧਾਨ ਮੰਤਰੀ ਹੈ, ਉਹਦੀ ਕੈਬਨਿਟ 'ਚ ਇਹ ਇੰਡੀਅਨ ਓਰੀਜਨ ਦਾ ਬੰਦਾ ਹੈ, ਇੰਡੀਆ ਦਾ ਬੰਦਾ, ਪਰ ਉੱਥੋਂ ਦਾ ਸਿਟੀਜ਼ਨ ਆ, ਸਭ ਕੁਛ ਹੈ। ਤਾਂ ਇਹਨੂੰ ਦਿੱਤੀ ਹੈ ਇਹ ਇਸ ਵਾਰ ਦੀ ਡਿਊਟੀ ਵੀ ਤੂੰ ਸੰਭਾਲਣਾ ਹੈ। ਅਤੇ ਜੇ ਤੁਹਾਨੂੰ ਸਵਾਲ ਦੂਜਾ, 2-3 ਸਵਾਲ ਬਣਦੇ ਨੇ, ਮੋਸਟ ਇੰਪੋਰਟੈਂਟ ਪਾਰਟ ਹੈ। ਦੂਜਾ ਸਵਾਲ ਇਹ ਬਣ ਸਕਦਾ ਕਿ ਹੋ ਕਿੱਥੇ ਰਹੀ ਹੈ ਇਹ ਜਿਹੜੀ COP 26 ਹੋਣ ਲੱਗੀ ਹੈ? ਤਾਂ ਇਹ ਗਲਾਸਗੋ 'ਚ ਹੋ ਰਹੀ ਹੈ। ਯਾਦ ਰੱਖਿਓ, ਸ਼ਹਿਰ ਦਾ ਨਾਮ ਗਲਾਸਗੋ। ਕਿਹਦਾ ਸ਼ਹਿਰ ਆ? ਸਕਾਟਲੈਂਡ ਦਾ ਸ਼ਹਿਰ ਹੈ। ਸਕਾਟਲੈਂਡ ਦਾ ਸ਼ਹਿਰ ਆ। ਪਹਿਲਾਂ ਹੋਣੀ ਸੀ 20 ਦੇ ਵਿੱਚ, COVID-19 ਕਰਕੇ ਟਲ ਗਈ, ਹੁਣ 21 'ਚ ਹੋਊਗੀ ਜਾ ਕੇ, ਠੀਕ ਹੈ। ਤਾਂ ਉਮੀਦ ਹੈ ਕਿੰਨੀਆਂ ਸਵਾਲ ਸੀ, ਸਾਰੇ ਤੁਹਾਨੂੰ ਕਲੀਅਰ ਹੋ ਗਏ ਹੋਣਗੇ। 23ਵਾਂ ਸਵਾਲ, ਕਿਹੜੀ ਸਟੇਟ ਨੇ ਲਾਂਚ ਕੀਤਾ ਦਾਖਿਲ? ਦਾਖਿਲ ਲਾਂਚ ਕੀਤਾ। ਵੈਸੇ ਤਾਂ ਨਾਮ ਤੋਂ ਹੀ ਸਮਝ ਆ ਰਿਹਾ, ਦਾਖਿਲ ਆ ਗਿਆ ਤਾਂ ਪੰਜਾਬ ਵਾਲੀ ਵਿੱਚ ਕਿਤੇ ਨਾ ਕਿਤੇ ਵਿੱਚ ਪੈ ਗਏ ਹੋਣਗੇ। ਕਿਹਦੇ ਲਈ? ਕੰਜ਼ਿਊਮਰ ਦੇ ਸੇਫਗਾਰਡ ਵਾਸਤੇ ਅਤੇ ਉਹਨਾਂ ਦੇ ਰਾਈਟ ਵਾਸਤੇ। ਤਾਂ ਪੰਜਾਬ ਦਾ ਸਵਾਲ ਹੈ ਜੀ, ਯਾਦ ਰੱਖਿਓ। ਆ ਕੈਪਟਨ ਸਾਹਿਬ ਦੀ ਫੋਟੋ ਹੈ, ਠੀਕ ਹੈ। ਔਨਲਾਈਨ ਸ਼ਿਕਾਇਤ ਦਰਜ ਕਰ ਸਕਦੇ ਹੋ, ਫੀਸ ਭਰੋ ਜਿਹੜੀ ਮਰਜ਼ੀ, ਔਨਲਾਈਨ ਸਟੇਟਸ ਜਾਣ ਸਕਦੇ ਹੋ ਔਨਲਾਈਨ ਹੀ। ਤਾਂ ਮਤਲਬ ਕਿ ਤੁਹਾਨੂੰ ਕੰਜ਼ਿਊਮਰ ਹੁੰਦੇ ਆ ਵੀ ਜਿਵੇਂ ਅਸੀਂ ਕੋਈ ਸਮਾਨ ਖਰੀਦਣ ਵਾਲੇ, ਵੀ ਸਾਨੂੰ ਲੁੱਟਿਆ ਨਾ ਜਾਵੇ। ਜਿਵੇਂ ਚਾਹੇ ਕੋਈ ਵੈੱਬਸਾਈਟ ਹੈ, ਹੁਣ ਤੁਸੀਂ ਐਮਾਜ਼ੋਨ ਜਾਂ ਕਿਤੋਂ ਵੀ ਸਮਾਨ ਮੰਗਵਾ ਲੈਂਦੇ ਹੋ, ਉੱਥੇ ਤੁਹਾਡੇ ਨਾਲ ਠੱਗੀ ਵੱਜ ਜਾਂਦੀ ਹੈ, ਤਾਂ ਤੁਸੀਂ ਇੱਥੇ ਦਾਖਲ ਕਰਾ ਸਕਦੇ ਹੋ ਆਪਣੀ ਕੰਪਲੇਂਟ ਵੀ ਸਾਡੇ ਨਾਲ ਠੱਗੀ ਵੱਜੀ ਆ। ਸਰਕਾਰ ਆਪੇ ਨਜਿੱਠੂਗੀ ਉਹਨਾਂ ਦੇ ਨਾਲ, ਸਮਝ ਗਏ? ਤਾਂ ਇਸ ਪਰਪਸ ਲਈ ਹੈ। ਅੱਗੇ ਆ ਜਾਓ, ਐਨਰਜੀ ਐਫੀਸ਼ੀਐਂਸੀ ਨੂੰ ਲੈ ਕੇ, ਐਨਰਜੀ ਐਫੀਸ਼ੀਐਂਸੀ ਸਰਵਿਸਿਜ਼ ਲਿਮਿਟਿਡ ਹੈਜ਼ ਟਾਈਡ ਡੈਸ਼, ਕਿਹਦੇ ਨਾਲ ਇਹਨਾਂ ਨੇ EESL, ਕਾਫੀ ਇੰਪੋਰਟੈਂਟ ਆਪਣੀ ਇਹ PSU ਆ ਇੱਕ, ਤਾਂ ਇਹਨੂੰ ਯਾਦ ਰੱਖਿਓ। ਇਹਨੇ ਹੁਣੀ ਕਿਹਦੇ ਨਾਲ ਸਮਝੌਤਾ ਕਰਿਆ? ਕਹਿੰਦਾ ਜਿਹੜੇ ਇਲੈਕਟ੍ਰੀਕਲ ਵਹੀਕਲ ਚਾਰਜਿੰਗ ਸਟੇਸ਼ਨ ਨੇ ਉਹ ਲਾਏ ਜਾਣਗੇ, ਇੰਸਟਾਲ ਕਰੇ ਜਾਣਗੇ। ਇੰਪੋਰਟੈਂਟ ਸਵਾਲ ਹੈ। ਤਾਂ ਸਵਾਲ ਦਾ ਆਨਸਰ ਦੱਸੋ, ਕੀ ਆਨਸਰ ਬਣ ਸਕਦਾ ਜੀ ਸਾਡੇ ਕੋਲ? NHAI, ਠੀਕ ਹੈ। ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾਲ ਇਹਨਾਂ ਨੇ ਸਮਝੌਤਾ ਕੀਤਾ ਕਿ ਆਪਾਂ, ਕਿਉਂਕਿ ਜੇ ਹੁਣ ਇਲੈਕਟ੍ਰਿਕ ਵਹੀਕਲਸ 'ਤੇ ਸਾਰਾ ਜ਼ੋਰ ਲਾ ਰੱਖਿਆ, ਤਾਂ ਪਹਿਲਾਂ ਸਟੇਸ਼ਨ ਤਾਂ ਲਾਓ ਯਾਰ ਚਾਰਜ ਕਰਨ ਵਾਲੇ, ਉਹਨਾਂ ਵਾਲੇ, ਫੇਰ ਹੀ ਇਲੈਕਟ੍ਰਿਕ ਵਹੀਕਲ ਚੱਲਣਗੇ ਆਪਣੇ ਦੇਸ਼ ਦੇ ਵਿੱਚ, ਠੀਕ ਹੈ। ਤਾਂ EV ਦੇ ਲਈ ਕਿਹਦੇ ਨਾਲ? NHAI ਦੇ ਨਾਲ ਸਮਝੌਤਾ ਕੀਤਾ ਹੋਇਆ। ਹੁਣ ਇਹਨੂੰ ਜ਼ਰੂਰ ਯਾਦ ਰੱਖਿਓ। EESL ਦੇ ਬਾਰੇ ਬੜੇ ਵਾਰ ਸਵਾਲ ਪੁੱਛੇ ਜਾਂਦੇ ਆ। ਇਹ ਜਿਹੜੀ ਹੈਗੀ ਹੈ, ਆਉਂਦੀ ਤਾਂ ਇਹ ਪਾਵਰ ਮਿਨਿਸਟਰੀ ਦੇ ਅੰਡਰ ਹੈ, ਮਿਨਿਸਟਰੀ ਆਫ ਪਾਵਰ ਦੇ ਅੰਡਰ, ਠੀਕ ਹੈ। ਪਰ ਇਹ ਕਿਹਨੇ ਮਿਲ ਕੇ ਬਣਾਈ ਸੀ? ਇਹ ਕਿਹਦਾ ਇੱਕ ਜੁਆਇੰਟ ਵੈਂਚਰ ਹੈ ਇਹ। ਜੁਆਇੰਟ ਵੈਂਚਰ ਮਤਲਬ 3-4 ਵਿੱਚੀ ਕੰਪਨੀਆਂ ਆ ਗਈਆਂ, ਜਿਨ੍ਹਾਂ ਨੇ ਕਾਰਪੋਰੇਸ਼ਨ ਆ ਗਈਆਂ, ਜਿਨ੍ਹਾਂ ਨੇ ਮਿਲ ਕੇ ਇਹਨੂੰ ਬਣਾਇਆ ਸੀਗਾ, ਸਟੈਬਲਿਸ਼ ਕੀਤਾ ਸੀ। ਉਹਨਾਂ ਦੇ ਨਾਮ ਬਹੁਤ ਇੰਪੋਰਟੈਂਟ ਨੇ। ਪਹਿਲੀ ਹੈਗੀ ਆ ਪਾਵਰ ਗ੍ਰਿਡ, ਦੂਜੀ ਮੇਰੇ ਕੋਲੇ ਆਹੀ ਆ ਗਈ ਤੁਹਾਡੀ, ਕੀ ਬੋਲਦੇ ਆ, NTPC। ਤੀਜੀ ਮੇਰੇ ਕੋਲੇ ਹੈਗੀ ਹੈ ਜੀ PFC, ਠੀਕ ਹੈ, ਜਿਹਨੂੰ ਅਸੀਂ ਬੋਲਦੇ ਹਾਂ ਪਾਵਰ ਫਾਈਨਾਂਸ ਕਾਰਪੋਰੇਸ਼ਨ।
ਤੇ ਚੌਥੀ ਜਿਹੜੀ ਸੰਸਥਾ ਜਿਹੜੀ ਹੈਗੀ ਹੈ ਉਹ ਹੈਗੀ ਹੈ ESC, ਯਾਨੀ ਕਿ ਐਨਰਜੀ ਸਰਵਿਸ ਕੰਪਨੀ। ਆ ਨੇ, ਠੀਕ ਹੈ, ਇਹ ਵੀ ਸਰਕਾਰੀ ਕੰਪਨੀ ਆ। ਇਹ 4 ਕੰਪਨੀਆਂ ਕਹਿ ਲਓ ਜਾਂ ਵਿੱਚ ਹੀ ਕਾਰਪੋਰੇਸ਼ਨਾਂ ਕਹਿ ਲਓ, ਇਹਨਾਂ ਨੇ ਰਲ ਕੇ ਇਹ ਇੱਕ ਜੁਆਇੰਟ ਵੈਂਚਰ ਦੇ ਤੌਰ 'ਤੇ ਆ ਬਣਾਇਆ ਹੋਇਆ ਐਨਰਜੀ ਐਫੀਸ਼ੀਐਂਸੀ ਸਰਵਿਸਿਜ਼ ਲਿਮਿਟਿਡ, ਜਿਹੜੀ ਕਿ ਸਾਰੀ ਰੀਨਿਊਏਬਲ ਐਨਰਜੀ, ਜਿਹੜੀ ਕਿ ਖਤਮ ਨਹੀਂ ਹੁੰਦੀ ਕਦੇ, ਇਹਦੇ ਵਿੱਚ ਕੰਮ ਕਰਦੀ ਹੈ। ਇੰਡੀਆ ਦੇ ਲਈ ਰੀਨਿਊਏਬਲ ਐਨਰਜੀ ਨੂੰ ਜਿੰਨੇ ਪ੍ਰੋਜੈਕਟ ਆ ਇਹੀ ਲਾਂਚ ਕਰਦੀ ਹੈ। ਇੰਪੋਰਟੈਂਟ ਸੰਸਥਾ ਹੈ, ਧਿਆਨ 'ਚ ਰੱਖਿਓ। 25ਵਾਂ ਸਵਾਲ, ਸ਼ੇਖ ਮੁਜਬਰ ਰਹਿਮਾਨ, ਨਾਮ ਸੁਣਿਆ ਹੋਊ ਤੁਸੀਂ ਨੇ, ਫਾਦਰ ਆਫ ਨੇਸ਼ਨ ਨੇ ਬੰਗਲਾਦੇਸ਼ ਦੇ। ਇਹਨਾਂ ਨੂੰ ਕਮੈਮੋਰੇਟ ਯਾਦ ਕਰਨ ਵਾਸਤੇ, ਇਹਨਾਂ ਦੀ ਬਰਥ ਐਨੀਵਰਸਰੀ 'ਤੇ ਇੰਡੀਅਨ ਪੈਰਾਮਿਲਟਰੀ ਫੋਰਸ ਰੀਸੈਂਟਲੀ ਆਰਗੇਨਾਈਜ਼ਡ ਮੈਤਰੀ ਸਾਈਕਲ ਰੈਲੀ। ਤਾਂ ਕਿੰਨੇ ਸਵਾਲ ਨਿਕਲ ਗਏ। ਮੈਤਰੀ ਸਾਈਕਲ ਰੈਲੀ ਕਿਹਦੇ ਲਈ ਕੀਤੀ ਗਈ ਆ? ਬੰਗਲਾਦੇਸ਼ ਲਈ। ਬੰਗਲਾਦੇਸ਼ ਦੇ ਵੀ ਫਾਦਰ ਵਾਸਤੇ, ਸ਼ੇਖ ਮੁਜਬਰ ਰਹਿਮਾਨ ਲਈ। ਕਿਹਨੇ ਕੀਤੀ ਹੈ? ਸਵਾਲ ਤਾਂ ਇਹ ਹੈ। ਤਾਂ ਕੀਤੀ ਕਿਹਨੇ? BSF ਨੇ। ਯਾਦ ਰੱਖਿਓ ਕਿੱਦਣ ਸੀ ਇਹਨਾਂ ਦਾ ਜਨਮ ਦਿਨ? 10 ਜਨਵਰੀ ਨੂੰ ਸੀਗਾ। ਇਹ ਤਾਂ ਚਲੋ ਬੜਾ ਇੰਪੋਰਟੈਂਟ ਸਵਾਲ ਹੈ ਨਹੀਂ, ਪਰ ਕਿਹਨੇ ਕੀਤੀ ਹੈ ਜ਼ਰੂਰ ਧਿਆਨ 'ਚ ਰੱਖਿਆ ਜਾਵੇ। ਯੂਕੋ ਵੈਲੀ, ਠੀਕ ਹੈ, ਯੋਕੋ ਵੈਲੀ, ਉੱਥੇ ਯੋਕੋ ਪੰਜਾਬੀ 'ਚ ਲਿਖਦੇ ਆ ਘਾਟੀ। ਹੁਣੇ ਨਿਊਜ਼ 'ਚ ਸੀ। ਕਿਉਂ ਨਿਊਜ਼ 'ਚ ਸੀ? ਜੰਗਲ ਦੀ ਅੱਗ, ਕਿਉਂਕਿ ਇੱਥੇ ਜੰਗਲ 'ਚ ਅੱਗ ਲੱਗ ਗਈ ਸੀ ਬੜੀ ਖਤਰਨਾਕ, ਠੀਕ ਹੈ, ਇਸ ਵੈਲੀ ਦੇ ਵਿੱਚ। ਇਹ ਵੈਲੀ ਦੱਸੋ ਕਿਹੜੀਆਂ 2 ਸਟੇਟਾਂ ਦੇ ਬਾਰਡਰ 'ਤੇ ਆਉਂਦੀ ਹੈ? ਮਤਲਬ ਕਈ ਲੋਕੇਸ਼ਨਾਂ ਨੂੰ ਲੈ ਕੇ ਸਵਾਲ ਪੁੱਛ ਲਏ ਜਾਂਦੇ ਨੇ, ਕੋਈ ਲੋਕੇਸ਼ਨ ਨਿਊਜ਼ ਦੇ ਵਿੱਚ ਹੋਵੇ ਤਾਂ ਉਵੇਂ ਦਾ ਸਵਾਲ ਹੈ। ਆਹ ਦੇਖ ਸਕਦੇ ਹੋ, ਆਹ ਇੱਥੇ ਹੈ ਇਹ ਵੈਲੀ, ਅਤੇ ਇਹ ਨਾਗਾਲੈਂਡ ਅਤੇ ਮਨੀਪੁਰ ਦੋਨਾਂ ਦੇ ਬਿਲਕੁਲ ਬਾਰਡਰ ਦੇ ਉੱਤੇ ਹੈ। ਤਾਂ ਆਨਸਰ ਹੋ ਗਿਆ ਨਾਗਾਲੈਂਡ ਇੱਕ ਸੈਕਿੰਡ, ਨਾਗਾਲੈਂਡ। ਤਾਂ ਮੇਰੇ ਕੋਲ ਆਨਸਰ ਕੀ ਬਣ ਗਿਆ? ਨਾਗਾਲੈਂਡ ਐਂਡ ਮਨੀਪੁਰ। ਨਾਗਾਲੈਂਡ ਐਂਡ ਮਨੀਪੁਰ। ਇੱਥੇ ਫਿਰ ਮੈਨੂੰ ਲੱਗਦਾ ਆਪਸ਼ਨਸ ਦੇ ਵਿੱਚ ਕਿਤੇ ਨਾ ਕਿਤੇ, ਹਾਂ ਠੀਕ ਹੈ, ਇਹ ਆਪਸ਼ਨ ਹੋ ਗਈ, ਮਨੀਪੁਰ ਦਿਖ ਹੀ ਨਹੀਂ ਰਿਹਾ ਸੀ। ਨਾਗਾਲੈਂਡ ਐਂਡ ਮਨੀਪੁਰ ਦੇ ਵਿੱਚ ਹੈ, ਰਾਈਟ, ਨਾਗਾਲੈਂਡ ਐਂਡ ਮਨੀਪੁਰ। ਅੱਗੇ ਆ ਜਾਓ ਅਗਲੇ ਸਵਾਲ 'ਤੇ। ਬਿੰਦੂ ਸਾਗਰ ਕਲੀਨਿੰਗ ਪ੍ਰੋਜੈਕਟ, ਹੁਣੀ ਨਿਊਜ਼ ਦੇ ਵਿੱਚ ਸੀ। ਇਹ ਬਿੰਦੂ ਸਾਗਰ ਕਲੀਨਿੰਗ ਪ੍ਰੋਜੈਕਟ ਕਿਹੜੀ ਸਟੇਟ ਨੇ ਲਾਂਚ ਕੀਤਾ? ਸਵਾਲ ਇਹ ਬਣਦਾ ਹੈ। ਉੜੀਸਾ ਦਾ ਪ੍ਰੋਜੈਕਟ ਹੈ। ਪ੍ਰੋਜੈਕਟ ਕੁਛ ਨਹੀਂ ਹੈਗਾ, ਇਹ ਨਾ ਇੱਕ ਤਾਂ ਇਹ ਯਾਦ ਰੱਖਿਓ, ਇਹਨੂੰ ਜਿੱਥੇ ਲਾਂਚ ਕੀਤਾ ਗਿਆ ਉਹਦੇ ਨੇੜੇ ਇੱਕ ਬੜਾ ਮਸ਼ਹੂਰ ਟੈਂਪਲ ਹੈ, ਭੁਵਨੇਸ਼ਵਰ 'ਚ ਹੀ ਲਾਂਚ ਕੀਤਾ ਇਹਨੂੰ। ਉਹਦੇ ਨੇੜੇ ਟੈਂਪਲ ਦਾ ਨਾਮ ਯਾਦ ਰੱਖਿਓ, ਟੈਂਪਲ ਦਾ ਨਾਮ ਹੈਗਾ ਲਿੰਗਾਰਾਜ ਟੈਂਪਲ, ਜਿਹਦੇ ਨੇੜੇ ਇਹਨੂੰ ਯਾਨੀ ਕਿ ਲਾਂਚ ਕੀਤਾ। ਤਾਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ, ਆਰਟ ਐਂਡ ਕਲਚਰ ਤੋਂ, ਕਿ ਕਿੱਥੇ ਆ ਇਹ ਟੈਂਪਲ ਪੁੱਛਿਆ ਜਾ ਸਕਦਾ, ਕਿਉਂਕਿ ਇਹ ਟੈਂਪਲ ਵੀ ਨਾਲ ਹੀ ਨਿਊਜ਼ ਦੇ ਵਿੱਚ ਆ ਗਿਆ। ਦੂਜੀ ਗੱਲ, ਪ੍ਰੋਜੈਕਟ ਨੂੰ ਇੰਪਲੀਮੈਂਟ ਕਰਨ ਲੱਗੀ ਹੋਈ ਹੈ ਇੰਡੀਅਨ ਆਇਲ ਕਾਰਪੋਰੇਸ਼ਨ, ਅਤੇ ਉਹਦੇ ਨਾਲ ਰਲਿਆ ਹੋਇਆ ਇੰਡੀਅਨ ਇੰਸਟੀਟਿਊਟ ਆਫ ਕੈਮੀਕਲ ਟੈਕਨੋਲੋਜੀ। ਬਿੰਦੂ ਸਾਗਰ ਤੋਂ ਬਸ ਸਵਾਲ ਤਾਂ ਇੰਨਾ ਹੀ ਬਣੂ ਮੈਨੂੰ ਲੱਗਦਾ ਕਿ ਕਿਹੜੀ ਸਟੇਟ ਦਾ ਪ੍ਰੋਜੈਕਟ ਆ, ਜਾਂ ਫਿਰ ਲਿੰਗਾ ਰਾਜਾ ਬਣ ਸਕਦਾ। ਪਰ ਕਈ ਵਾਰ ਜੇ ਮੈਂ ਥੋੜ੍ਹਾ ਜਿਹਾ ਹਿਸਟਰੀ ਦੇ ਪੁਆਇੰਟ ਆਫ ਵਿਊ ਸੋਚਿਆ, ਬਿੰਦੂ ਸਾਗਰ ਐਵੇਂ ਨਾਮ ਕਿਹਦੇ ਕਰਕੇ ਮਸ਼ਹੂਰ ਹੈ? ਪੁਰਾਣੇ ਜ਼ਮਾਨੇ 'ਚ ਕਹਿੰਦੇ ਮੰਨਿਆ ਜਾਂਦਾ ਹੁੰਦਾ ਸੀ, ਠੀਕ ਹੈ, ਕਿ ਇਹ ਇੱਕ ਹੋਲੀਐਸਟ ਟੈਂਕ ਸੀ, ਇੱਕ ਇਹੋ ਜਿਹਾ ਟੈਂਕ ਸੀ ਜਿਹਦੇ ਵਿੱਚ ਜਿੰਨੀਆਂ ਸਾਡੇ ਇੰਡੀਆ ਦੇ ਵਿੱਚ ਰਿਲੀਜੀਅਸ ਥਾਵਾਂ ਨੇ, ਧਾਰਮਿਕ ਥਾਵਾਂ ਨੇ, ਉੱਥੋਂ ਸਾਰਿਆਂ ਤੋਂ ਪਵਿੱਤਰ ਪਾਣੀ ਇਹਦੇ ਵਿੱਚ ਹੁੰਦਾ ਸੀ, ਕਹਿੰਦੇ ਮਿਲਦਾ ਸੀ ਇੱਥੇ, ਵੀ ਭਰ ਕੇ ਰੱਖਦੇ ਸੀ ਇਸ ਟੈਂਕ ਦੇ ਵਿੱਚ, ਲਿਆ ਕੇ ਉੱਥੋਂ ਹਰ ਜਗ੍ਹਾ 'ਤੇ, ਤਾਂ ਕਰਕੇ ਇਹਨੂੰ ਬਿੰਦੂ ਸਾਗਰ ਨਾਮ ਪਿਆ ਹੋਇਆ। ਅੱਗੇ 28ਵਾਂ ਕੁਐਸਚਨ, ਰੀਸੈਂਟਲੀ ਕਿਹੜੀ ਸਟੇਟ ਗੌਰਮੈਂਟ ਨੇ ਡਿਸਾਈਡ ਕੀਤਾ ਹੈ ਕਿ ਉਹ ਕੀ ਬਣਾਉਣ ਲੱਗੇ ਨੇ? ਕਲਾਰੀਪਯੱਟੂ ਅਕੈਡਮੀ। ਹੁਣ ਕਲਾਰੀਪਯੱਟੂ ਕੀ ਹੁੰਦਾ? ਪਹਿਲਾ ਸਵਾਲ ਤਾਂ ਆਹੀ ਖੜਾ ਹੋ ਜਾਂਦਾ। ਆਹ ਵੇਖ ਲਓ, ਆਹ ਕੁਸ਼ਤੀ ਜਿਹੜੀ ਚੱਲਦੀ ਹੈ, ਠੀਕ ਹੈ। ਤਾਂ ਜੇ ਆਪਾਂ ਨਾਮ ਤੋਂ ਹੀ ਹਿਸਾਬ ਕਿਤਾਬ ਲਾ ਲਈਏ ਕਿ ਇਹ ਗੇਮ ਇੱਧਰ ਤਾਂ ਹੁੰਦੀ ਨਹੀਂ, ਸਾਊਥ ਦੇ ਵਿੱਚ ਹੀ ਹੁੰਦੀ ਹੈ। ਤਾਂ ਸਾਊਥ 'ਚ ਵੀ ਕਿੱਥੇ ਹੁੰਦੀ ਹੈ? ਕੇਰਲਾ ਦੇ ਵਿੱਚ ਹੁੰਦੀ ਹੈ। ਤਾਂ ਕੇਰਲਾ ਨੇ ਫੈਸਲਾ ਕੀਤਾ ਕਿ ਅਕੈਡਮੀ ਬਣਾਈ ਜਾਊਗੀ, ਠੀਕ ਹੈ, ਜਿਹਦੇ ਵਿੱਚ ਇਹਨੂੰ ਲੈ ਕੇ, ਕਿਉਂਕਿ ਇਹ ਇੱਕ ਤਰ੍ਹਾਂ ਦਾ ਉਹ ਹੈ, ਮਾਰਸ਼ਲ ਆਰਟ ਹੈ। ਜਿਵੇਂ ਮਾਰਸ਼ਲ ਆਰਟ ਹੁੰਦਾ ਨਾ, ਚਾਈਨਾ ਵਾਲੀਆਂ ਫਿਲਮਾਂ ਕਿੰਨੀਆਂ ਬਣਦੀਆਂ ਨੇ ਮਾਰਸ਼ਲ ਆਰਟ 'ਤੇ। ਇੰਡੀਆ ਦਾ ਵੈਸੇ ਉਹਨਾਂ ਮਿਥ ਦੇ ਵਿੱਚ ਹੈ, ਵੈਸੇ ਕਿਤੇ ਆਉਂਦਾ ਨਹੀਂ ਰਿਕਾਰਡ 'ਚ, ਕਹਿੰਦੇ ਨੇ ਵੀ ਸਭ ਤੋਂ ਪੁਰਾਣਾ ਮਾਰਸ਼ਲ ਆਰਟ ਦੁਨੀਆ ਦਾ ਇਹੀ ਹੈ, ਠੀਕ ਹੈ, ਕਹਿਣ 'ਚ ਤਾਂ ਚਲੋ ਕੀ ਜਾਂਦਾ। ਅੱਗੇ ਆ ਗਿਆ, ਵਿਚ ਅਮੰਗ ਦਾ ਫੋਲੋਇੰਗ ਹੈਜ਼ ਡਿਵੈਲਪਡ ਹਿਮਤਪਕ। ਹਿਮਤਪਕ ਕਿਹਨੇ ਡਿਵੈਲਪ ਕੀਤੀ ਹੈ? ਇੱਕ ਹੀਟਿੰਗ ਡਿਵਾਈਸ ਹੈ ਇੰਡੀਅਨ ਆਰਮੀ ਦੇ ਲਈ। ਕਾਫੀ ਵਧੀਆ ਸਵਾਲ ਹੈ, ਧਿਆਨ 'ਚ ਰੱਖਿਓ। ਹਿਮਤਪਕ ਕੀਤਾ DRDO ਨੇ। ਅਸਲ 'ਚ ਕੀ ਹੈ, ਜਿਵੇਂ ਸਿਆਚਨ ਗਲੇਸ਼ੀਅਰ ਹੋ ਗਿਆ ਸਾਡਾ, ਠੀਕ ਹੈ, ਜਾਂ ਫਿਰ ਤੁਸੀਂ ਕਹਿ ਲਓ ਲਦਾਖ ਵਾਲਾ ਏਰੀਆ ਹੋ ਗਿਆ, ਉੱਥੇ ਠੰਡ ਬਹੁਤ ਪੈਂਦੀ ਹੈ, ਠੀਕ ਹੈ। ਤਾਂ ਉਦੋਂ ਠੰਡ ਦੇ ਵਿੱਚ ਜਿਵੇਂ ਹੀਟਰ ਲਾਉਂਦੇ ਆ, ਹੋਰ ਲਾਉਂਦੇ ਆ, ਤਾਂ ਉੱਦਾਂ ਦਾ ਡਿਵਾਈਸ ਬਣਾਇਆ ਇਹ, ਤਾਂ ਕਿ ਇਹਨਾਂ ਵਾਸਤੇ
ਕਿ ਆਪਣੇ ਜਿਹੜੇ ਆਰਮੀ ਹੈ ਉੱਥੇ ਡਿਪਲੋਏ ਹੁੰਦੀ ਹੈ, ਉੱਥੇ ਲਾਈ ਹੁੰਦੀ ਹੈ, ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਇਸ ਚੀਜ਼ ਦਾ। ਕਈ ਚੀਜ਼ਾਂ ਬਣਾਈਆਂ ਨੇ, ਇੱਕ ਬੋਟਲ ਵੀ ਬਣਾਈ ਹੈ ਜਿਹਦੇ ਵਿੱਚ ਬਰਫ਼ ਯਾਨੀ ਕਿ ਜੰਮਦਾ ਨਹੀਂ ਪਾਣੀ, ਗਰਮ ਰਹਿ ਸਕੇ ਜਾਂ ਪਾਣੀ ਜੰਮੇ ਨਾ, ਠੀਕ ਹੈ। ਅਤੇ 2-3 ਚੀਜ਼ਾਂ ਇਹਨਾਂ ਨੂੰ ਬਣਾ ਕੇ ਦਿੱਤੀਆਂ ਨੇ DRDO ਨੇ, ਬਸ ਯਾਦ ਰੱਖਿਓ। ਇਹ ਜ਼ਿਆਦਾ ਮਸ਼ਹੂਰ ਸੀ ਹਿਮ ਤਪਕ, ਕਿਉਂਕਿ ਉਹਨੂੰ ਨਾਮ ਇਹੋ ਜਿਹਾ ਦਿੱਤਾ। ਤਪਕ ਤੋਂ ਜਿਹੜਾ ਤਪਦਾ ਹੋਵੇ, ਬਸ ਐਂ ਯਾਦ ਰੱਖ ਲਓ ਕਿ ਇੱਕ ਉੱਥੋਂ ਜੇ ਧਿਆਨ 'ਚ ਰਹਿ ਜੂਗਾ ਵੀ ਇਹ ਇੱਕ ਡਿਵਾਈਸ ਹੈ ਜਿਹੜਾ ਹੀਟਿੰਗ ਡਿਵਾਈਸ ਹੈ। ਅੱਗੇ ਆ ਜਾਓ 3ਵੇਂ ਸਵਾਲ 'ਤੇ, ਕਿਹੜੀ UT ਹੈ ਸਾਡੀ ਯੂਨੀਅਨ ਟੈਰੀਟਰੀ ਹੈ ਜਿਹਨੇ ਲਾਂਚ ਕੀਤਾ ਟੈਸੋਲ ਕੋਰ ਸਰਟੀਫਿਕੇਟ ਪ੍ਰੋਗਰਾਮ? ਕਿਹਨੇ ਲਾਂਚ ਕੀਤਾ? ਦਿੱਲੀ ਨੇ ਕੀਤਾ। ਕੁਛ ਨਹੀਂ, ਇਹ ਨਾ ਇੱਕ ਯਾਨੀ ਕਿ ਜਿੰਨੇ ਇੰਗਲਿਸ਼ ਟੀਚਰ ਨੇ ਦਿੱਲੀ ਦੇ, ਉਹਨਾਂ ਨੂੰ ਪੜ੍ਹਾਇਆ ਜਾ ਰਿਹਾ ਕਿ ਪਹਿਲਾਂ ਉਹਨਾਂ ਦੀ ਇੰਗਲਿਸ਼ ਇੰਪਰੂਵ ਕੀਤੀ ਜਾ ਰਹੀ ਹੈ ਤਾਂ ਕਿ ਉਹ ਅੱਗੇ ਜਾ ਕੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਇੰਪਰੂਵ ਕਰ ਪਾਉਣ। ਇੰਗਲਿਸ਼ ਯਾਨੀ ਕਿ ਦਿੱਲੀ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਕਿ ਦਿੱਲੀ ਦੇ ਵਿੱਚ ਤਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਕਾਫੀ ਸੁਧਾਰ ਕੀਤਾ ਦਿੱਲੀ ਦੀ ਸਰਕਾਰ ਨੇ, ਇਸ ਗੱਲ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ। ਅਤੇ ਇਹ ਵੀ ਉਹਦੇ ਵਿੱਚੋਂ ਇੱਕ ਇਨੀਸ਼ੀਏਟਿਵ ਆ। ਲੀਡਰ, ਠੀਕ ਹੈ, LIDAR, ਏਰੀਅਲ ਗਰਾਊਂਡ ਸਰਵੇ ਰੀਸੈਂਟਲੀ ਕਰਵਾਇਆ ਗਿਆ ਕਿਹੜੇ ਪ੍ਰੋਜੈਕਟ ਨੂੰ ਲੈ ਕੇ? ਠੀਕ ਹੈ, ਤਾਂ ਪ੍ਰੋਜੈਕਟ ਸੀਗਾ ਦਿੱਲੀ ਵਾਰਾਣਸੀ ਰੇਲ ਕੋਰੀਡੋਰ। ਦੇਖੋ, ਸੜਕਾਂ ਦੇ ਮਾਮਲੇ ਦੇ ਵਿੱਚ ਤਾਂ ਫੱਟੇ ਚੱਕੇ ਪਏ ਆ ਇੰਡੀਆ ਦੀ ਸਰਕਾਰ ਨੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ, ਹੈ ਨਾ। ਯਾਨੀ ਕਿ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਸਾਡਾ ਰੋਡ ਵਾਲਾ ਮਹਿਕਮਾ ਹੈਗਾ, ਮਿਨਿਸਟਰੀ ਹੈਗੀ ਆ ਰੋਡ ਐਂਡ ਟਰਾਂਸਪੋਰਟ, ਉਹ ਵਧੀਆ ਕੰਮ ਕਰ ਰਹੀ ਹੈ। ਇਸ ਨੂੰ ਤਾਂ ਬਾਕੀ ਯਾਨੀ ਕਿ ਸ਼ਲਾਘਾ ਜੋ ਕੰਮ ਕੀਤਾ ਇਹਨੇ, ਇਹ ਤਾਂ ਮੰਨਣ ਵਾਲੀ ਗੱਲ ਹੈ। ਇਹ ਵੀ ਇੱਕ ਉਹਨਾਂ ਦਾ ਪ੍ਰੋਜੈਕਟ ਹੀ ਹੈ। ਪਹਿਲੀ ਗੱਲ ਤਾਂ ਇਹਦੀ ਫੁੱਲ ਫਾਰਮ ਪੇਪਰ 'ਚ ਬਹੁਤ ਪੁੱਛੀ ਜਾਂਦੀ ਹੈ, ਕਿਉਂਕਿ ਕਈ ਪ੍ਰੋਜੈਕਟਾਂ 'ਤੇ ਹੁਣ ਇਹੀ ਸਕੀਮ ਲੱਗਣ ਲੱਗ ਗਈ ਹੈ। ਕੀ ਹੈ ਕਿ ਸਰਵੇ ਕਰਨ ਦਾ ਇੱਕ ਤਰੀਕਾ, ਫੁੱਲ ਫਾਰਮ ਤੋਂ ਸਮਝ ਆ ਜਾਊਗਾ ਕਿਵੇਂ ਤਰੀਕਾ। ਲਾਈਟ ਡਿਟੈਕਸ਼ਨ, ਫੁੱਲ ਫਾਰਮ ਇਹਦੀ ਹੈਗੀ ਆ ਲਾਈਟ ਡਿਟੈਕਸ਼ਨ ਐਂਡ ਰੇਂਜਿੰਗ ਤਾਂ ਇਹ ਫੁੱਲ ਫਾਰਮ ਆ ਲੀਡਰ ਦੀ, ਲਾਈਟ ਡਿਟੈਕਸ਼ਨ ਐਂਡ ਰੇਂਜਿੰਗ ਸਰਵੇ ਟੈਕਨੋਲੋਜੀ। ਠੀਕ ਹੈ, ਇਹ 'ਚ ਕੀ ਹੈ ਹੋਏਗਾ ਕਿ ਜਿੰਨਾ ਇਹ ਰਾਸਤਾ ਹੈ ਦਿੱਲੀ ਤੋਂ ਵਾਰਾਣਸੀ, ਜਿੱਥੇ ਇਹ ਰੇਲ ਕੋਰੀਡੋਰ ਬਣ ਰਿਹਾ, ਵੈਸੇ ਬੇਸਿਕਲੀ ਮੈਂ ਰੋਡ ਨਾਲ ਰਿਲੇਟ ਕਰ ਗਿਆ, ਰੋਡ ਨੇ ਤਾਂ ਵਾਕਈ ਫੱਟੇ ਚੱਕਿਆ, ਪਰ ਰੇਲ 'ਚ ਵੀ ਜ਼ੋਰ ਤਾਂ ਲਾਇਆ ਹੀ ਹੋਇਆ। ਤਾਂ ਇਹ ਰੇਲ ਕੋਰੀਡੋਰ ਹੈ, ਨਾਟ ਦਾ ਐਕਸਪ੍ਰੈਸ ਵੇ। ਪਹਿਲੀ ਗੱਲ ਤਾਂ ਇਹ ਧਿਆਨ 'ਚ ਰੱਖਿਓ, ਸੌਰੀ। ਅਤੇ ਦੂਜੀ ਗੱਲ ਇਹ ਹੈ ਕਿ ਇਹ ਹੁੰਦਾ ਕਿਵੇਂ ਕੀਤਾ ਜਾਂਦਾ ਹੈ ਇਹਦੇ ਨਾਲ, ਜਿਹੜਾ ਇਹ ਸਰਵੇ ਹੈ ਮਤਲਬ ਹੈਲੀਕਾਪਟਰ ਦੇ ਥਰੂ ਉੱਪਰੋਂ ਹੀ, ਹਵਾ ਦੇ ਵਿੱਚੋਂ ਹੀ ਏਰੀਅਲ ਗਰਾਊਂਡ ਦੇ ਬਾਰੇ ਪੂਰੀ ਜਾਣਕਾਰੀ ਲਈ ਜਾਊਗੀ ਵੀ ਹਾਂ ਇੱਥੇ ਜਿੱਥੇ ਅਸੀਂ ਇਹ ਰੇਲ ਕੋਰੀਡੋਰ ਬਣਾਉਣ ਜਾ ਰਹੇ ਹਾਂ, ਜੇ ਕੋਈ ਪ੍ਰੋਬਲਮ ਤਾਂ ਨਹੀਂ। ਜਿਵੇਂ ਪਹਿਲਾਂ ਥਾਂ ਦਾ ਸਰਵੇ ਤਾਂ ਹੁੰਦਾ, ਜਿੱਥੋਂ ਰੋਡ ਵੀ ਬਣਨੀ ਹੋਵੇ, ਕੁਛ ਵੀ ਬਣਨਾ, ਸਰਵੇ ਕਰਨ ਤਾਂ ਆਉਂਦੀ ਹੈ, ਤਾਂ ਇਹ ਹਵਾ 'ਚੋਂ ਸਰਵੇ ਹੋਊਗਾ। ਤਾਂ ਇਹ ਕਾਫੀ ਮਸ਼ਹੂਰ ਆ, ਕਈ ਥਾਵਾਂ 'ਤੇ ਇਹਦੀ ਹੈਲਪ ਦੇ ਨਾਲ ਸਰਵੇ ਕਰਨ ਲੱਗ ਗਏ ਅੱਜ ਕੱਲ੍ਹ। ਠੀਕ ਹੈ, ਤਾਂ ਯਾਦ ਰੱਖਿਓ, ਧਿਆਨ 'ਚ ਰੱਖਿਓ, ਇੰਪੋਰਟੈਂਟ ਹੈ। ਅੱਗੇ ਆ ਜਾਓ, ਦ ਕੰਟਰੀ ਇਨ ਫੋਕਸ 51ਵੀਂ ਐਡੀਸ਼ਨ ਹੋ ਰਿਹਾ ਕਾਹਦਾ? ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ। ਠੀਕ ਹੈ, ਇਹਦੇ ਵਿੱਚ ਕਿਹੜੀ ਕੰਟਰੀ ਨੂੰ ਜਿਵੇਂ ਉੱਥੇ ਕੋਈ ਕੰਟਰੀ ਨੂੰ ਤਾਂ ਵੀ ਫੋਕਸ 'ਚ ਇਸ ਕੰਟਰੀ ਨੂੰ ਰੱਖਿਆ ਜਾਊਗਾ, ਜਾਂ ਇਹ ਕੰਟਰੀ ਸਾਡੀ ਗੈਸਟ ਬਣੂਗੀ ਜਾਂ ਉਹ ਬਣੂਗੀ, ਉਵੇਂ ਦੇ ਸਵਾਲ ਬਣ ਜਾਂਦੇ ਹੁੰਦੇ ਨੇ। ਤਾਂ ਜਿਹੜਾ ਇਹ ਇੰਟਰਨੈਸ਼ਨਲ ਫੈਸਟੀਵਲ ਹੈ, ਪਹਿਲਾਂ ਤਾਂ ਹਰ ਵਾਰ ਹੁੰਦਾ ਇਹ ਆਪਣਾ ਕਿੱਥੇ ਹੈ, ਤੁਹਾਨੂੰ ਪਤਾ ਇਸ ਗੱਲ ਦਾ ਆਈਡੀਆ ਹੈਗਾ ਕਿਸੇ ਨੂੰ, ਕੋਈ ਦੱਸ ਸਕਦਾ? ਗੋਆ ਦੇ ਵਿੱਚ ਹੁੰਦਾ, ਧਿਆਨ 'ਚ ਰੱਖਿਓ। 1952 ਤੋਂ ਹੁੰਦਾ ਆ ਰਿਹਾ ਇਹ, 52 ਤੋਂ ਸ਼ੁਰੂ ਹੋ ਗਿਆ ਸੀ, ਗੋਆ 'ਚ ਹੀ ਹੁੰਦਾ ਇਹ। ਇਹਦਾ ਇਸ ਵਾਰ 51ਵਾਂ ਐਡੀਸ਼ਨ ਹੈ, ਇਹ ਵੀ ਯਾਦ ਰੱਖਿਓ। ਅਤੇ ਇਸ ਵਾਰ ਜਿਹੜੀ ਕੰਟਰੀ ਇਨ ਫੋਕਸ ਰੱਖੀ ਆ, ਉਹ ਰੱਖੀ ਆ ਬੰਗਲਾਦੇਸ਼, ਤਾਂ ਇਹ ਵੀ ਧਿਆਨ 'ਚ ਰੱਖਿਆ ਜਾ ਸਕਦਾ। ਅੱਗੇ 33ਵਾਂ ਸਵਾਲ, ਰੀਸੈਂਟਲੀ ਕਹਿੰਦਾ ਕਿਹੜੀ ਗੌਰਮੈਂਟ ਏਜੰਸੀ ਹੈ ਜਿਹਨੇ ਡਿਸਾਈਡ ਕੀਤਾ ਕਿ 100 ਅਟਲ ਟਿੰਕਰਿੰਗ ਲੈਬਸ ਨੂੰ ਪ੍ਰਮੋਟ ਕੀਤਾ ਜਾਵੇ, ਠੀਕ ਹੈ, ਤਾਂ ਕਿ ਸਾਇੰਟੀਫਿਕ ਟੈਂਪਰਾਮੈਂਟ ਸਟੂਡੈਂਟਸ ਦੇ ਵਿੱਚ ਪੈਦਾ ਕੀਤਾ ਜਾ ਸਕੇ। ਮੋਸਟ ਇੰਪੋਰਟੈਂਟ ਸਵਾਲ ਆ, ਮਾਰਕ ਕਰ ਲਿਓ। ਇਸਰੋ ਇਹਦਾ ਆਨਸਰ ਹੈ। ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਅਟਲ ਟਿੰਕਰਿੰਗ ਲੈਬਸ ਬਾਰੇ, ਇਹਨਾਂ ਨੂੰ ATL ਅਟਲ ਇਨੋਵੇਸ਼ਨ ਮਿਸ਼ਨ ਸੀ, ਜਿਹਦੇ ਤਹਿਤ ਇਹ ATL ਬਣਾਏ ਗਏ। ਠੀਕ ਹੈ, ਨੀਤੀ ਆਯੋਗ ਦਾ ਪ੍ਰੋਜੈਕਟ ਹੈ ਇਹ, ਗੌਰਮੈਂਟ ਦਾ ਤਾਂ ਚਲੋ ਹੈਗੀ ਹੈਗਾ, ਨੀਤੀ ਆਯੋਗ ਨੇ ਇਹ ਸ਼ੁਰੂ ਕੀਤਾ ਹੋਇਆ। ਕਈ ਪੇਪਰਾਂ 'ਚ ਪੁੱਛਿਆ ਵੀ ਜਾ ਚੁੱਕਿਆ ਕਿ ਕਿਹਦਾ ਪ੍ਰੋਜੈਕਟ ਹੈ, ਅਟਲ ਇਨੋਵੇਸ਼ਨ ਮਿਸ਼ਨ ਜਾਂ ਅਟਲ ਟਿੰਕਰਿੰਗ ਲੈਬਸ। ਸਕੂਲਾਂ ਦੇ ਵਿੱਚ ਲੈਬਾਂ ਬਣਾਈਆਂ ਨੇ ਇਹਨਾਂ ਨੇ ਟੋਟਲ, ਅਤੇ ਉਹ ਲੈਬਸ ਦੇ ਥਰੂ ਬੱਚਿਆਂ ਦੇ ਵਿੱਚ ਕਿਵੇਂ ਸਾਇੰਟੀਫਿਕ ਟੈਂਪਰਾਮੈਂਟ ਬਣਾਇਆ ਜਾਵੇ, ਠੀਕ ਹੈ, ਕਿ ਤਾਂ ਕਿ ਉਹ ਸਾਇੰਸ ਨੂੰ ਅਪਣਾਉਣ, ਸਾਇੰਸ ਦੇ ਵਿੱਚ ਆਪਣਾ ਅੱਗੇ ਕੈਰੀਅਰ ਬਣਾਉਣ। ਠੀਕ ਹੈ, ਤਾਂ ਉਸ ਚੀਜ਼ ਨੂੰ ਲੈ ਕੇ ਹੈ। ਅਤੇ ਇਸਰੋ ਨੇ ਇਹ ਸਾਂਭ ਲਿਆ ਪ੍ਰੋਜੈਕਟ ਕਿ ਥੋੜ੍ਹਾ ਬਹੁਤਾ ਸਪੇਸ ਦੇ ਵਿੱਚ ਵੀ ਉਹਨਾਂ ਦਾ ਇੰਟਰਸਟ ਜਗਾਇਆ ਜਾਵੇ, ਤਾਂ ਕਿ ਸਪੇਸ ਵੱਲ ਨੂੰ ਵੀ ਉਹ ਆਪਦੇ ਕੈਰੀਅਰ ਨੂੰ ਚੂਜ਼ ਕਰਨ, ਕਿਉਂਕਿ ਬੱਚੇ ਬਹੁਤ ਘੱਟ ਚੂਜ਼ ਕਰਦੇ ਆ ਸਪੇਸ ਕੈਰੀਅਰ। 34ਵਾਂ ਸਵਾਲ 'ਤੇ ਆ ਗਏ ਆਪਾਂ ਹੁਣ। 34ਵਾਂ ਸਵਾਲ ਹੈਗਾ, ਕਹਿੰਦਾ ਇੰਡੀਆ ਦਾ ਸਭ ਤੋਂ ਲਾਰਜੈਸਟ
ਕੋਸਟਲ ਡਿਫੈਂਸ ਐਕਸਰਸਾਈਜ਼ ਸੀ ਵਿਗਲ ਸਟਾਰਟ ਹੋਈ 12 ਜਨਵਰੀ ਨੂੰ। ਇਹ ਦੱਸਣਾ ਕਿ ਹਰ ਕਿੰਨੇ ਸਾਲਾਂ ਬਾਅਦ ਇਹ ਹੁੰਦੀ ਹੈ, ਹਰ 2 ਸਾਲਾਂ ਬਾਅਦ ਹੁੰਦੀ ਹੈ। ਇਸ ਵਾਰ ਦੂਜਾ ਐਡੀਸ਼ਨ ਹੈ, 2019 'ਚ ਹੀ ਸ਼ੁਰੂ ਕੀਤੀ ਸੀ ਅਸੀਂ ਨੇ, ਠੀਕ ਹੈ। 21 'ਚ ਹੁਣ ਇਹਦਾ ਦੂਜਾ ਐਡੀਸ਼ਨ ਹੋਣ ਜਾ ਰਿਹਾ। ਸਾਡੀ ਜਿੰਨੀ ਕੋਸਟ ਲਾਈਨ ਹੈ ਅਰਾਊਂਡ 7516 ਕਿਲੋਮੀਟਰ ਬਣਦੀ ਹੈ ਸਾਡੀ ਕੋਸਟ ਲਾਈਨ। ਸਾਰੀ ਕੋਸਟ ਲਾਈਨ ਦੇ ਉੱਤੇ ਇਹ ਕਰਦੇ ਨੇ। ਮੇਨ ਕਾਰਨ ਕੀ ਹੈ? 26/11 ਵਾਲਾ ਅਟੈਕ। ਜਦੋਂ 26/11 ਦਾ ਮੁੰਬਈ ਅਟੈਕ ਹੋਇਆ ਸੀ, ਉਦੋਂ ਬਾਅਦ ਇੰਡੀਆ ਨੇ ਕੋਸਟਲ ਗਾਰਡ ਬਣਾਏ ਸੀ ਇੱਕ, ਠੀਕ ਹੈ, ਜਿੱਥੇ ਯਾਨੀ ਕਿ ਕੋਸਟਾਂ ਜਿਹੜੇ ਸਾਡੇ ਹੈਗੇ ਨੇ ਇਹਨਾਂ ਨੂੰ ਵੀ ਪ੍ਰੋਟੈਕਟ ਕਰਿਆ ਜਾਵੇ, ਕਿਉਂਕਿ ਉੱਥੋਂ ਹੀ ਅਟੈਕ ਹੋਇਆ ਸੀ ਉਹ ਪੂਰੇ ਦਾ ਪੂਰਾ। ਅਤੇ ਤੁਸੀਂ ਇਹ ਮੰਨੋ ਕਿ ਇਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਇਹ ਜਿੰਨੀਆਂ 13 ਦੀਆਂ 13 ਸਾਡੀਆਂ ਕੋਸਟਲ ਸਟੇਟਸ ਨੇ ਸਾਰੀਆਂ ਕਵਰ ਕਰ ਜਾਂਦੇ ਨੇ, ਸਾਰਿਆਂ ਦੇ ਵਿੱਚ ਦੀ ਇਹ ਐਕਸਰਸਾਈਜ਼ ਹੁੰਦੀ ਹੈ। ਤਾਂ ਇੰਪੋਰਟੈਂਟ ਹੈ ਐਕਸਰਸਾਈਜ਼। ਤੁਸੀਂ ਮੈਨੂੰ ਇੱਕ ਦੱਸਣਾ, ਟ੍ਰੋਪੈਕਸ, ਇੱਕ ਟ੍ਰੋਪੈਕਸ ਐਕਸਰਸਾਈਜ਼ ਵੀ ਹੁੰਦੀ ਹੈ। ਚਲੋ ਮੈਂ ਦੱਸ ਹੀ ਦਿੰਦਾ। ਥੀਏਟਰ ਲੈਵਲ ਰੈਡੀਨੈਸ ਐਂਡ ਆਪਰੇਸ਼ਨਲ ਐਕਸਰਸਾਈਜ਼। ਥੀਏਟਰ ਲੈਵਲ ਰੈਡੀਨੈਸ ਐਂਡ ਆਪਰੇਸ਼ਨਲ OP ਅਤੇ ਆਪਰੇਸ਼ਨਲ ਐਕਸਰਸਾਈਜ਼। ਥੀਏਟਰ ਲੈਵਲ ਰੈਡੀਨੈਸ TR ਦਾ ਮਤਲਬ ਹੋ ਗਿਆ। ਇਹਦੇ ਵਿੱਚ ਤਿੰਨੋਂ ਹਿੱਸਾ ਲੈਂਦੇ ਨੇ ਚਾਰੋਂ, ਇੰਡੀਅਨ ਏਅਰ ਫੋਰਸ ਵੀ, ਆਰਮੀ ਵੀ, ਨੇਵੀ ਵੀ ਅਤੇ ਕੋਸਟਲ ਗਾਰਡ ਵੀ। ਐਨੂਅਲ ਬੇਸਿਸ 'ਤੇ ਹੁੰਦੀ ਹੈ ਇਹ ਐਕਸਰਸਾਈਜ਼ ਇੰਡੀਆ ਦੀ, ਬੜੀ ਇੰਪੋਰਟੈਂਟ ਹੈ। ਇਹਦਾ ਨਾਮ ਵੀ ਯਾਦ ਰੱਖਿਓ, ਸੀ ਵਿਗਲ ਦਾ ਵੀ ਯਾਦ ਰੱਖਿਓ। ਸੀ ਵਿਗਲ ਕੌਣ ਕਰਦਾ? ਕੋਸਟਲ ਡਿਫੈਂਸ ਕਰਦਾ, ਇਹ ਵੀ ਪਤਾ ਹੋਵੇ। ਅੱਗੇ ਰੀਸੈਂਟਲੀ ਸਿਰੂਬਨੀ ਹਿਲਸ, ਇਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿ ਬਟਰਫਲਾਈ ਸੁਪਰ ਹੌਟ ਸਪੌਟ ਨੇ। ਕਿਹੜੀ ਸਟੇਟ ਦੇ ਵਿੱਚ ਇਹ ਹੈਗੀਆਂ ਨੇ? ਦੇਖੋ ਯਾਰ, ਬਟਰਫਲਾਈ ਨੂੰ ਲੈ ਕੇ ਜਿਹੜਾ ਵੀ ਸਵਾਲ ਆ ਗਿਆ, ਇਹਨਾਂ ਨੂੰ ਲੈ ਕੇ ਜ਼ਿਆਦਾ ਇਮੋਸ਼ਨਲ ਸਟੇਟ ਇੱਕੋ ਹੀ ਹੈ, ਉਹ ਹੈਗੀ ਆ ਤਾਮਿਲਨਾਡੂ। ਕਿਤੇ ਸਟੇਟ ਉਹ ਬਣਾ ਦਿੰਦੇ ਨੇ, ਸਟੇਟ ਬਟਰਫਲਾਈ ਵੀ ਕੱਢ ਰੱਖੀ ਇਹਨਾਂ ਨੇ ਆਪਦੀ, ਉਹਨੂੰ ਵੀ ਨਾਮ ਦਿੱਤਾ ਵੀ ਸਾਡੀ ਇਹ ਸਟੇਟ ਬਟਰਫਲਾਈ ਹੈ। ਅਤੇ ਇੱਥੇ ਹੀ ਇੱਕ ਜਗ੍ਹਾ ਹੈਗੀ ਸਿਰੂਬਨੀ ਹਿਲਸ, ਇੱਥੇ ਇਹਨਾਂ ਨੇ ਸਰਵੇ ਜਿਹਾ ਕਰਾਇਆ ਸੀ। ਇਹ ਮੰਨਿਆ ਜਾਂਦਾ ਕਿ ਸਭ ਤੋਂ ਹੌਟ ਸਪੌਟ ਹੈ, ਪੁਰਾਣੀਆਂ ਤਿਤਲੀਆਂ ਕੱਢੀਆਂ ਇਹਨਾਂ ਨੇ ਇੱਥੋਂ, ਠੀਕ ਹੈ। ਤਾਂ ਇਹਦੇ ਬਾਰੇ ਤੁੱਕਾ ਵੀ ਲਾਉਣਾ ਹੋਇਆ ਤਾਂ ਤਾਮਿਲਨਾਡੂ ਲਾ ਦਿਓ, ਠੀਕ ਹੀ ਜਾਊਗਾ। ਅੱਗੇ ਨੀਤੀ ਆਯੋਗ ਹੈਜ਼ ਕੋਲੈਬੋਰੇਟਡ ਵਿਦ ਵਿਚ ਈ-ਕਮਰਸ ਪਲੇਟਫਾਰਮ ਟੂ ਐਨਹਾਂਸ ਵਿਮਨ ਐਂਟਰਪ੍ਰੇਨਿਓਰਸ਼ਿਪ ਪਲੇਟਫਾਰਮ WP। ਸਵਾਲ ਕੀ ਹੈ ਕਿ ਨੀਤੀ ਆਯੋਗ ਨੇ ਇਹਨਾਂ ਦੇ ਵਿੱਚੋਂ ਵਿਮਨ ਐਂਟਰਪ੍ਰੇਨਿਓਰਸ਼ਿਪ ਪਲੇਟਫਾਰਮ ਨੂੰ ਹੋਰ ਬੜਾਵਾ ਦੇਣ ਵਾਸਤੇ ਕਿ ਵਿਮਨ ਵੀ ਆ ਕੇ ਈ-ਕਮਰਸ ਪਲੇਟਫਾਰਮ ਦੇ ਨਾਲ ਜੁੜਨ, ਠੀਕ ਹੈ, ਕਿ ਵਿਮਨ ਵੀ ਵਿੱਚ ਇਹਦੇ ਆਉਣ, ਹਿੱਸਾ ਪਾਉਣ। ਕਿਹਦੇ ਨਾਲ? ਭਾਈਵਾਲੀ ਕੀਤੀ ਹੈ। ਗੱਲ ਤਾਂ ਇਹ ਹੈ ਬਸ। ਤਾਂ ਯਾਦ ਰੱਖਿਓ ਫਲਿੱਪਕਾਰਟ। ਫਲਿੱਪਕਾਰਟ ਇਜ਼ ਦਾ ਕਰੈਕਟ ਆਨਸਰ। ਅੱਗੇ ਆ ਜਾਓ 37ਵੇਂ 'ਤੇ। ਫੋਰਨ ਏਸਟ ਇਨਵੈਸਟੀਗੇਸ਼ਨ ਯੂਨਿਟਸ। ਫੋਰਨ ਏਸਟ ਇਨਵੈਸਟੀਗੇਸ਼ਨ ਯੂਨਿਟਸ ਹੁਣੀ ਕ੍ਰੀਏਟ ਕੀਤੇ ਗਏ ਨੇ ਬਾਈ ਵਿਚ ਆਫ ਦਾ ਫੋਲੋਇੰਗ। ਕਿਹਦੇ ਦੁਆਰਾ? ਮੋਸਟ ਇੰਪੋਰਟੈਂਟ ਸਵਾਲ ਹੈ। ਇਨਕਮ ਟੈਕਸ ਡਿਪਾਰਟਮੈਂਟ ਦੁਆਰਾ। ਹੈ ਕੀ ਨੇ? ਦੇਖੋ ਇਹਨਾਂ ਦਾ ਮੇਨ ਕੰਮ ਕੀ ਹੈ? ਉਹ ਵਾਲੇ ਕੇਸਿਸ ਨੂੰ ਦੇਖਣਾ ਜਿਵੇਂ ਕੋਈ ਜਿਹੜੇ ਇੰਡੀਅਨ ਅਬਰੋਡ ਰਹਿੰਦੇ ਨੇ, ਠੀਕ ਹੈ, ਜਾਂ ਫਿਰ ਫੋਰਨ ਥਾਵਾਂ 'ਤੇ ਬਲੈਕ ਮਨੀ ਜਿਨ੍ਹਾਂ ਨੇ ਜਮ੍ਹਾਂ ਕਰਾ ਰੱਖੀ ਹੈ, ਯਾਨੀ ਕਿ ਤੁਸੀਂ ਕਹਿ ਸਕਦੇ ਹੋ ਅਨਡਿਸਕਲੋਜ਼ਡ ਮਨੀ ਜਾਂ ਅਨਡਿਸਕਲੋਜ਼ਡ ਐਸੈਟਸ ਬਾਹਰ ਲਿਆਂਦੇ, ਇੰਡੀਅਨਸ ਦੇ ਨਹੀਂ, ਬਾਹਰ ਲਿਆਂਦੇ, ਜਿਹੜੇ ਬਾਹਰ ਬੈਠੇ ਨੇ ਇੰਡੀਅਨਸ ਅਬਰੋਡ ਨੇ, ਉਹਨਾਂ 'ਤੇ ਫੋਕਸ ਰੱਖੂਗੀ, ਉਹਨਾਂ ਨੂੰ ਪ੍ਰੋਬ ਕਰੂਗੀ, ਉਹਨਾਂ ਦਾ ਧਿਆਨ ਰੱਖੂਗੀ, ਮਤਲਬ ਉੱਥੋਂ ਪੈਸੇ ਕਿਵੇਂ ਲਿਆਂਦੇ ਜਾਣ। ਤਾਂ ਇਹਦੇ ਵਾਸਤੇ ਇੱਕ ਸਪੈਸ਼ਲ ਬਣਾਈ ਹੈ ਇਹ, ਠੀਕ ਹੈ। ਯਾਦ ਰੱਖਿਓ FAIU, ਫੋਰਨ ਐਸੈਟ, ਜਿਵੇਂ ਫੋਰਨ ਤੋਂ ਹੀ ਪਤਾ ਲੱਗ ਰਿਹਾ, ਇਨਵੈਸਟੀਗੇਸ਼ਨ ਯੂਨਿਟ ਉਹਨਾਂ ਨੂੰ ਇਨਵੈਸਟੀਗੇਟ ਕਰੂਗੀ। ਅਤੇ ਜੇ ਇਨਕਮ ਟੈਕਸ ਡਿਪਾਰਟਮੈਂਟ ਦੀ ਗੱਲ ਕਰ ਲਈਏ, ਇਹਨੂੰ ਹੈੱਡ ਕੌਣ ਕਰਦਾ? ਕੋਈ ਦੱਸ ਸਕਦਾ? CBDT। ਯਾਦ ਰੱਖਿਓ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ। ਅੱਗੇ ਆ ਜਾਓ ਜੀ। ਕਿਹੜੀ ਗਲਫ ਕੰਟਰੀ ਹੈ ਜਿਹਨੇ ਹੁਣੀ ਕੀ ਕੀਤਾ ਮੇਰੇ ਕੋਲੇ? ਦ ਲਾਇਨ ਸਿਟੀ ਲਾਂਚ ਕੀਤੀ ਹੈ। ਇੰਪੋਰਟੈਂਟ ਸਵਾਲ ਹੈ। ਸਾਊਦੀ ਅਰੇਬੀਆ। ਦ ਲਾਇਨ ਸਿਟੀ ਹੈ ਕੀ ਹੈ? ਇਹਨਾਂ ਨੇ 170 ਕਿਲੋਮੀਟਰ ਦਾ ਇਹ ਡਿਵੈਲਪ ਕੀਤਾ, ਪੈਸੇ ਬਹੁਤ ਖਰਚ ਤੇ। ਮੇਨ ਪ੍ਰੋਜੈਕਟ ਦਾ ਨਾਮ ਹੈਗਾ ਨਿਓਮ ਗੀਗਾ ਪ੍ਰੋਜੈਕਟ। ਕਿਹਨੇ ਲਾਂਚ ਕੀਤਾ ਸੀ ਇਹ ਨਿਓਮ ਗੀਗਾ ਪ੍ਰੋਜੈਕਟ? ਸਾਡੇ ਵੈਸੇ ਵਾਲਾ ਕੰਮ ਦਾ ਨਹੀਂ, ਫਿਰ ਵੀ ਨਾਮ ਯਾਦ ਰੱਖ ਲਿਓ ਬਸ, ਇਕੱਲਾ ਇੰਨਾ ਹੀ ਬਹੁਤ ਹੈ। ਜਿਹੜਾ ਇਹ ਸਾਊਦੀ ਅਰੇਬੀਆ ਦਾ ਪ੍ਰਿੰਸ ਹੈ ਸਲਮਾਨ, ਇਹਨੇ ਲਾਂਚ ਕੀਤਾ ਸੀ। ਉਹਦੇ ਅੰਡਰ ਹੀ ਇੱਕ ਇਹ ਪ੍ਰੋਜੈਕਟ ਹੈ, ਯਾਨੀ ਕਿ ਦ ਲਾਇਨ ਸਿਟੀ। ਕਹਿੰਦੇ ਇਹੋ ਜਿਹੀ ਸਿਟੀ ਹੋਊ ਜਿੱਥੇ ਨਾ ਕਾਰ ਹੋਊ, ਨਾ ਕੋਈ ਰੋਡ ਹੋਊ, ਕਾਰਬਨ ਐਮਿਸ਼ਨ ਹੋਣੀ ਹੀ ਨਹੀਂ, ਵੀ ਕਾਰਬਨ ਜਿਹੜੀ ਆਪਾਂ ਛੱਡਦੇ ਹਾਂ, ਵਾਤਾਵਰਨ ਪ੍ਰਦੂਸ਼ਿਤ ਹੁੰਦਾ, ਉਹ ਹੋਣਾ ਹੀ ਨਹੀਂ ਹੈਗਾ, ਠੀਕ ਹੈ। ਤਾਂ ਸਾਊਦੀ ਅਰੇਬੀਆ ਦਾ ਇਹ ਪ੍ਰੋਜੈਕਟ ਆ, ਧਿਆਨ 'ਚ ਰੱਖਿਓ। ਹੁਣੇ ਕਿਹੜੀ ਏਸ਼ੀਆਨ ਕੰਟਰੀ ਹੈ? 10 ਕੰਟਰੀਜ਼ ਆਉਂਦੀਆਂ ਨੇ ਏਸ਼ੀਆਨ ਦੇ ਵਿੱਚ, ਉਹਨਾਂ ਨੇ ਡਿਕਲੇਅਰ ਕੀਤੀ ਹੈ ਸਟੇਟ ਆਫ ਐਮਰਜੈਂਸੀ। ਉਹ ਹੈਗੀ ਆ ਮਲੇਸ਼ੀਆ। ਕਿਉਂ? ਕੋਵਿਡ-19 ਕਰਕੇ। ਕੋਵਿਡ-19 ਕਰਕੇ ਬੁਰਾ ਹਾਲ ਹੋ ਰਿਹਾ ਇੱਥੇ, ਹੈਲਥ ਨੂੰ ਲੈ ਕੇ, ਇਸ਼ੂਜ਼ ਨੂੰ ਲੈ ਕੇ। ਤਾਂ ਇੱਥੋਂ ਦਾ ਜਿਹੜਾ ਰਾਜਾ, ਉਹਨੇ ਫਿਰ
ਥੋੜ੍ਹੇ ਟਾਈਮ ਵਾਸਤੇ ਸਸਪੈਂਡ ਕਰਤੀ, ਪਾਰਲੀਮੈਂਟ ਤੇ ਸਟੇਟ ਐਮਰਜੈਂਸੀ ਲਾਤੀ ਇੱਥੇ। ਲਓ ਜੀ ਅੱਗੇ ਆ ਜਾਓ 40ਵਾਂ ਸਵਾਲ। ਹੈਨਲੇ ਪਾਸਪੋਰਟ ਇੰਡੈਕਸ ਹੁਣੀ ਨਿਕਲਿਆ, ਠੀਕ ਹੈ, ਹਰ ਵਾਰ ਆਉਂਦਾ, ਇਹਨੂੰ ਲੈ ਕੇ ਸਵਾਲ ਪੇਪਰ 'ਚ ਪੁੱਛ ਲਿਆ ਜਾਂਦਾ। ਇਹ ਪੁੱਛਿਆ ਕਿ ਇੰਡੀਆ ਦਾ ਰੈਂਕ ਕਿੰਨਾ ਇਹਦੇ ਵਿੱਚ। ਇੰਡੀਆ ਦਾ ਰੈਂਕ ਇਸ ਵਾਰ ਹੈਗਾ 85, ਪਿਛਲੀ ਵਾਰ ਸੀਗਾ 84, ਤਾਂ ਇਸ ਵਾਰ ਮਾੜਾ ਹੀ ਹਾਲ ਹੋਇਆ, ਪਿੱਛੇ ਗਏ ਆ ਉਹਦੇ ਤੋਂ ਅਸੀਂ। ਹੁਣ ਸਵਾਲ ਇਹ ਹੈ ਕਿ ਇੰਡੀਆ ਦਾ ਸਕੋਰ ਇਹਦੇ 'ਚ ਹੈਗਾ 58। ਸਕੋਰ ਕਿਵੇਂ ਦਿੱਤਾ ਜਾਂਦਾ ਇਹਦੇ 'ਚ? ਸਕੋਰ ਐਵੇਂ ਦਿੱਤਾ ਜਾਂਦਾ ਕਿ ਕੋਈ ਦੇਸ਼ ਦਾ ਪਾਸਪੋਰਟ ਸਟਰੋਂਗ ਕਿਸ ਹਿਸਾਬ ਨਾਲ ਮੰਨਿਆ ਜਾਂਦਾ, ਵੀ ਮਤਲਬ ਉਹ ਦੇਸ਼ ਦੇ ਲੋਕ ਕਿੰਨੇ ਦੇਸ਼ਾਂ ਦੇ ਵਿੱਚ ਜਾ ਸਕਦੇ ਨੇ, ਪਹਿਲਾਂ ਵੀਜ਼ਾ ਲੈ ਕੇ ਨਹੀਂ, ਮਤਲਬ ਔਨ ਵਿਜ਼ਿਟ 'ਤੇ ਵੀਜ਼ਾ ਮਿਲ ਸਕੇ ਉਹਨਾਂ ਨੂੰ, ਠੀਕ ਹੈ, ਬਿਨਾਂ ਵੀਜ਼ੇ ਤੋਂ ਤੁਸੀਂ ਗਏ, ਪ੍ਰਾਇਰ ਵੀਜ਼ਾ ਤੋਂ ਬਿਨਾਂ। ਪ੍ਰਾਇਰ ਵੀਜ਼ਾ ਕਹਿਣਾ ਵਧੀਆ ਸ਼ਬਦ ਹੈ, ਮਤਲਬ ਉੱਥੇ ਜਾ ਕੇ ਤਾਂ ਲੈਣਾ ਹੀ ਪਊਗਾ, ਪਰ ਇੱਥੋਂ ਬਿਨਾਂ ਵੀਜ਼ੇ 'ਤੇ ਸਿੱਧਾ ਚੜ੍ਹ ਗਏ ਅਤੇ ਉੱਥੇ ਦੇਸ਼ 'ਚ ਜਾ ਕੇ ਵੀਜ਼ਾ ਲੈ ਲਿਆ, ਸਿਰਫ 58 'ਚ ਜਾ ਸਕਦੇ ਹਾਂ। ਸਭ ਤੋਂ ਤਕੜਾ ਇਹਨਾਂ ਨੇ ਕੱਢਿਆ ਜਾਪਾਨ ਦਾ, ਹਰ ਵਾਰ ਇਹੀ ਜਾਂਦਾ ਜਾਪਾਨ ਹੀ। ਜਾਪਾਨ ਕੋਲ ਪਤਾ ਕਿੰਨੇ ਦੇਸ਼ਾਂ ਦੇ ਵਿੱਚ ਪਰਮਿਸ਼ਨ ਹੈ ਇਸ ਗੱਲ ਨੂੰ ਲੈ ਕੇ? 191 ਦੇ ਵਿੱਚ, 191 ਦੇਸ਼ਾਂ 'ਚ ਜਾ ਸਕਦੇ ਨੇ। ਤੁਸੀਂ ਦੇਖੋ ਇੰਨਾ ਸਕੋਰ ਗਿਆ ਉਹਨਾਂ ਦਾ, ਜਾਪਾਨ ਵਾਲਿਆਂ ਦਾ 191 ਸਕੋਰ। ਤਾਂ ਉਮੀਦ ਹੈ ਕਿ ਗੱਲ ਕਲੀਅਰ ਹੋ ਗਈ ਹੋ। ਅੱਗੇ ਆ ਜਾਓ। US ਨੇ ਰੀਸੈਂਟਲੀ ਨੇਮ ਵਿਚ ਆਫ ਦਾ ਫੋਲੋਇੰਗ ਕੰਟਰੀ ਦੇ ਸਟੇਟ ਸਪੋਂਸਰ ਟੈਰਰਿਜ਼ਮ। ਇਹਦੇ ਤੋਂ ਤੁੱਕਾ ਲਾਉਣਾ ਔਖਾ ਹੈ। ਜ਼ਿਆਦਾਤਰ ਲੋਕ ਜਾਂ ਪਾਕਿਸਤਾਨ ਵੱਲ ਜਾਣਗੇ, ਜਿਹੜੇ ਪਾਕਿਸਤਾਨ ਨੂੰ ਰਿਜੈਕਟ ਕਰ ਦੇਣਗੇ ਉਹ ਇਰਾਕ 'ਤੇ ਤੁੱਕਾ ਲਾਉਣਗੇ, ਕਿਉਂਕਿ 2 ਦੇ ਨਾਲ ਹੀ ਇਹਨਾਂ ਦੇ ਸਿੰਘ ਭਿੜੇ ਰਹੇ ਨੇ, ਜਾਂ ਪਾਕਿਸਤਾਨ ਨਾਲ ਟਰੰਪ ਦੇ ਜਾਂ ਇਰਾਕ ਨਾਲ। ਪਰ ਇਹਦਾ ਆਨਸਰ ਦੋਨੋਂ ਹੀ ਨਹੀਂ। ਕਿਉਂ ਨਹੀਂ ਹੈਗੇ? ਕਿਉਂਕਿ ਹੁਣ ਟਰੰਪ ਨਹੀਂ ਨਾ ਰਿਹਾ, ਹੁਣ ਜੋ ਬਾਈਡਨ ਆ ਗਿਆ, ਪਾਕਿਸਤਾਨ ਨਾਲ ਵੀ ਸਮਝੌਤਾ ਕਰੀ ਜਾਂਦਾ ਹੈ, ਇਰਾਕ ਨਾਲ ਵੀ ਕਰੀ ਜਾਂਦਾ। ਹੁਣ ਉਹਨੇ ਨਵਾਂ ਦੇਸ਼ ਫੜ ਲਿਆ, ਉਹ ਕਿਹੜਾ? ਕਿਊਬਾ। ਕਿਊਬਾ ਦੇ ਉੱਤੇ ਲਾਇਆ। ਕਿਊਬਾ ਨੂੰ ਇਹਨਾਂ ਨੇ ਸਟੇਟ ਸਪੋਂਸਰ ਟੈਰਰਿਜ਼ਮ ਦੀ ਲਿਸਟ ਦੇ ਵਿੱਚ ਪਾਤਾ, ਤੁਸੀਂ ਕਹਿ ਸਕਦੇ ਹੋ, ਠੀਕ ਹੈ। ਕਿਊਬਾ ਦੀ ਕੈਪੀਟਲ ਬਹੁਤ ਪੇਪਰਾਂ 'ਚ ਪੁੱਛੀ ਜਾਂਦੀ ਹੈ, ਕੈਪੀਟਲ ਹੈਗੀ ਆ ਹਵਾਨਾ, ਯਾਦ ਰੱਖਿਓ, ਕਈ ਵਾਰ ਪੇਪਰਾਂ 'ਚ ਪੁੱਛਿਆ ਗਿਆ ਸਵਾਲ। ਹਵਾਨਾ ਇਹਨਾਂ ਦੀ ਕੈਪੀਟਲ ਆ, ਪੀਸੋ ਇਹਨਾਂ ਦੀ ਕਰੰਸੀ ਆ, PESO, ਠੀਕ ਹੈ। ਬਾਕੀ ਹੋਰ ਇਹਦੇ ਬਾਰੇ ਜੋ ਪੜ੍ਹਨਾ ਉਹ ਤੁਸੀਂ ਪੜ੍ਹ ਸਕਦੇ ਹੋ। ਅੱਗੇ ਆ ਜਾਓ ਜੀ 42ਵੇਂ ਸਵਾਲ 'ਤੇ। ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਕੁਐਸਚਨ, ਬੜਾ ਇੰਪੋਰਟੈਂਟ ਸਵਾਲ ਹੈ, ਕਿਸੇ ਨਾ ਕਿਸੇ ਪੇਪਰ 'ਚ ਤਾਂ ਜ਼ਰੂਰ ਦੇਖਣ ਨੂੰ ਮਿਲੂਗਾ। ਅਕੋਰਡਿੰਗ ਟੂ ਮੈਨੇਜਮੈਂਟ ਇਫੈਕਟਿਵਨੈਸ ਐਵੈਲੂਏਸ਼ਨ ਰਿਪੋਰਟ, MW ਰਿਪੋਰਟ ਰਿਲੀਜ਼ ਕੀਤੀ ਹੈ ਐਨਵਾਇਰਨਮੈਂਟ ਮਿਨਿਸਟਰ ਨੇ ਸਾਡੇ ਨੇ। ਕੌਣ ਐਨਵਾਇਰਨਮੈਂਟ ਮਿਨਿਸਟਰ? ਪਹਿਲਾਂ ਤਾਂ ਕਮੈਂਟ ਬਾਕਸ 'ਚ ਦੱਸਿਓ। ਹਾਊ ਮੈਨੀ ਪ੍ਰੋਟੈਕਟਡ ਏਰੀਆਜ਼ ਐਗਜ਼ਿਸਟ ਇਨ ਇੰਡੀਆ? ਕਿੰਨੇ ਪ੍ਰੋਟੈਕਟਡ ਏਰੀਆ ਇੰਡੀਆ 'ਚ ਐਗਜ਼ਿਸਟ ਕਰਦੇ ਨੇ? ਬੜਾ ਇੰਟਰਸਟਿੰਗ ਸਵਾਲ ਆ। 903, ਯਾਦ ਰੱਖਿਓ ਕਿੰਨੇ ਨੇ? 903। ਹੁਣ ਕਹਿੰਦਾ ਇਹ 903 ਸਾਡੇ ਇੰਡੀਆ ਦਾ 5% ਜਗਰਾਫੀਕਲ ਏਰੀਆ ਦਾ ਹਿੱਸਾ ਹੈ। ਜਿੰਨੀ ਸਾਡੀ ਕੰਟਰੀ ਦਾ ਪੂਰਾ ਜਗਰਾਫੀਕਲ ਏਰੀਆ ਬਣਦਾ ਹੈ, ਖੇਤਰਫਲ ਬਣਦਾ ਹੈ, ਉਹਦਾ 5% ਖੇਤਰਫਲ ਹੈ ਇਹ, ਠੀਕ ਹੈ। ਹੁਣ ਇਹਦੀ ਰਿਪੋਰਟ ਦੇ ਮੁਤਾਬਕ ਦੇਖੋ, ਜਿਹੜਾ ਸਾਡਾ 1972 ਵਾਲਾ ਐਕਟ ਆ ਨਾ, ਜਿਹਨੂੰ ਆਪਾਂ ਬੋਲਦੇ ਹਾਂ ਯਾਨੀ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972, ਠੀਕ ਹੈ। 72 ਵਾਲੇ ਐਕਟ ਦੇ ਤਹਿਤ 3-4 ਚੀਜ਼ਾਂ ਬਣਦੀਆਂ ਨੇ। 4 ਪ੍ਰੋਟੈਕਟਡ ਏਰੀਏ ਕੱਢੇ ਹੋਏ ਨੇ ਅਸੀਂ ਨੇ, ਠੀਕ ਹੈ। ਉਹਨਾਂ ਨੂੰ ਕੀ ਬੋਲਿਆ ਜਾਂਦਾ? ਜਾਂ ਤਾਂ ਨੈਸ਼ਨਲ ਪਾਰਕ, ਜਾਂ ਵਾਈਲਡ ਲਾਈਫ ਸੈਂਚਰੀਜ਼ ਨੇ, ਠੀਕ ਹੈ, ਜਾਂ ਅਸੀਂ ਕਹਿ ਦਿੰਦੇ ਹਾਂ ਕੰਜ਼ਰਵੇਸ਼ਨ ਰਿਜ਼ਰਵ ਨੇ, ਇੱਕ ਅਸੀਂ ਨੇ ਬਣਾਏ ਹੋਏ ਨੇ ਕਮਿਊਨਿਟੀ ਰਿਜ਼ਰਵ। ਆਹ 4 ਚੀਜ਼ਾਂ ਅਸੀਂ ਪ੍ਰੋਟੈਕਟ ਕਰਨ ਵਾਸਤੇ ਚਲਾਉਂਦੇ ਹਾਂ। ਹੁਣ ਇਹਨਾਂ ਦੇ ਅਕੋਰਡਿੰਗਲੀ 104 ਸਾਡੇ ਦੇਸ਼ 'ਚ ਅਰਾਊਂਡ ਨੈਸ਼ਨਲ ਪਾਰਕ ਨੇ। 105ਵਾਂ ਹੁਣ ਬਣਨ ਜਾ ਰਿਹਾ, ਸ਼ਾਇਦ ਉਹਨੂੰ ਪਰਮਿਸ਼ਨ ਮਿਲ ਜੇ, ਪਰ ਹਾਲੇ ਤੱਕ 104 ਹੀ ਨੇ। ਵਾਈਲਡ ਲਾਈਫ ਸੈਂਚਰੀ ਅਰਾਊਂਡ ਅਬਾਊਟ 553 ਨੇ, ਯਾਦ ਰੱਖਿਓ। 86 ਕੰਜ਼ਰਵੇਸ਼ਨ ਰਿਜ਼ਰਵ ਨੇ, 163 ਮੇਰੇ ਕੋਲ ਕਮਿਊਨਿਟੀ ਰਿਜ਼ਰਵ ਨੇ। ਤਾਂ ਇਹੋ ਜਿਹੇ ਸਵਾਲ ਜਿਵੇਂ PSPCL ਦਾ ਪੇਪਰ ਹੋ ਗਿਆ, ਹੋਰ ਹੋ ਗਿਆ, ਤਾਂ ਇਹੀ ਕੁਛ ਪੁੱਛੀ ਜਾਂਦੇ ਨੇ ਕਿ ਕਿੰਨੇ ਨੈਸ਼ਨਲ ਪਾਰਕ ਨੇ ਦੇਸ਼ 'ਚ, ਦੱਸੋ। ਤਾਂ ਤੁਹਾਨੂੰ ਧਿਆਨ 'ਚ ਰਹਿਣ, ਆਹੇ ਜਿਹੀਆਂ ਰਿਪੋਰਟਾਂ 'ਚੋਂ ਹੀ ਇਹ ਗੱਲਾਂ ਨਿਕਲਦੀਆਂ ਨੇ ਕਿ ਕਿੰਨੇ ਨੇ ਸਾਡੇ ਕੋਲੇ। ਇਸ ਰਿਪੋਰਟ 'ਚ ਇਹਨਾਂ ਨੇ ਇਹ ਲਿਖਿਆ ਵੀ ਇੰਨੇ ਨੇ ਸਾਡੇ ਕੋਲੇ, ਤਾਂ ਬਿਲਕੁਲ ਮਤਲਬ ਇੱਕ ਅਥੈਂਟੀਕੇਟਡ ਸੋਰਸ ਹੋ ਗਿਆ, ਜਿੱਥੋਂ ਕਿ ਕਰੈਕਟ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਆ ਵੀ ਹਾਂ ਇੰਨੇ ਹੀ ਨੇ। ਹੁਣ ਇਹਨਾਂ ਨੇ ਜਿਹੜਾ ਰੈਂਕ ਵਾਈਜ਼ ਇਹਨਾਂ ਨੂੰ ਰੈਂਕ ਦਿੱਤਾ, ਇਸ ਤੋਂ ਇਲਾਵਾ ਇਹਨਾਂ ਨੇ ਚੱਕ ਕੇ ਸਾਰਿਆਂ ਨੂੰ ਰੈਂਕ ਦਿੱਤਾ ਕਿ ਕਿਹੜਾ ਪਹਿਲਾ ਕਿਹੜਾ ਦੂਜੇ ਨੰਬਰ 'ਤੇ ਸਾਡੇ ਕੋਲੇ ਆਉਂਦਾ। ਤਾਂ ਰੈਂਕ 'ਚ ਯਾਦ ਰੱਖਿਓ, ਪਹਿਲਾ ਰੈਂਕ 2 ਨੂੰ ਗਿਆ, ਇੱਕ ਤਾਂ ਤੀਰਥਨ ਵਾਈਲਡ ਲਾਈਫ ਸੈਂਚਰੀ ਨੂੰ, ਦੂਜਾ ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ ਨੂੰ, ਠੀਕ ਹੈ। ਇਹਨਾਂ ਦੋਨਾਂ ਨੂੰ ਗਿਆ, ਦੋਨੇ ਹੀ ਹਿਮਾਚਲ ਪ੍ਰਦੇਸ਼ 'ਚ ਨੇ। ਤਾਂ ਹਿਮਾਚਲ ਪ੍ਰਦੇਸ਼ ਦੀ ਪੂਰੀ ਚੜ੍ਹਾਈ ਹੈ ਇਸ ਟਾਈਮ 'ਤੇ, ਠੀਕ ਹੈ। ਤਾਂ ਤੀਜੇ ਨੰਬਰ 'ਤੇ, ਕਿਉਂਕਿ ਫਿਰ ਦੂਜਾ ਰੈਂਕ ਤਾਂ ਰਿਹਾ ਹੀ ਨਹੀਂ, ਪਹਿਲੇ ਦੂਜੇ 'ਤੇ ਤਾਂ ਇਹੀ ਨੇ ਦੋਨੋਂ, ਪਹਿਲੇ 'ਤੇ ਹੀ ਆ ਗਏ, ਸੇਮ ਸਕੋਰ ਹੈ ਦੋਵਾਂ ਦਾ। ਤੀਜੇ ਨੰਬਰ 'ਤੇ ਹਿਮਾਚਲ ਦਾ ਹੈਗਾ ਸੈਂਜ ਵਾਈਲਡ ਲਾਈਫ ਸੈਂਚਰੀ। ਚੌਥਾ ਨੰਬਰ ਰਾਇਗੰਜ ਵਾਈਲਡ ਲਾਈਫ ਸੈਂਚਰੀ, ਇਹ ਵੈਸਟ ਬੰਗਾਲ 'ਚ ਹੈ। ਅਤੇ 5ਵਾਂ ਹੈਗਾ ਜਲਦਾਪਾਰਾ ਨੈਸ਼ਨਲ ਪਾਰਕ,
ਤਾਂ ਸਾਰਿਆਂ ਦੇ ਨਾਮ ਯਾਦ ਕਰ ਲਿਓ, ਇੰਪੋਰਟੈਂਟ ਨੇ, ਪੇਪਰ 'ਚ ਪੁੱਛੇ ਜਾ ਸਕਦੇ ਨੇ। ਜਾਂ ਤਾਂ ਐਂ ਪੁੱਛ ਲੈਣਗੇ ਕਿੱਥੇ ਹੈ, ਜਾਂ ਐਂ ਵੀ ਪੁੱਛ ਸਕਦੇ ਨੇ ਕਿਹਦਾ ਪਹਿਲਾ ਦੂਜਾ। ਸਟੇਟ ਵਾਈਜ਼ ਰੈਂਕ ਵੀ ਕੱਢਿਆ ਇਹਨਾਂ ਨੇ। ਸਟੇਟ ਵਾਈਜ਼ ਰੈਂਕ ਦੇ ਹਿਸਾਬ ਨਾਲ ਵੀ ਸਟੇਟ ਦੇ ਵਿੱਚ ਸਭ ਤੋਂ ਵੱਧ ਕਿਹਨੂੰ ਉਹ ਬੈਟਰ ਮਿਲਿਆ, ਬੈਸਟ। ਤਾਂ ਸਭ ਤੋਂ ਬੈਸਟ ਕੌਣ ਨਿਕਲਿਆ? ਮੇਘਾਲਿਆ। ਯਾਦ ਰੱਖਿਓ, ਮੇਘਾਲਿਆ ਸਟੇਟ ਸਭ ਤੋਂ ਬੈਸਟ ਨਿਕਲਿਆ। ਦੂਜਾ ਨੰਬਰ ਲੈ ਕੇ ਗਿਆ ਵੈਸਟ ਬੰਗਾਲ, ਅਤੇ ਤੀਜਾ ਤ੍ਰਿਪੁਰਾ। 3 ਕੁ ਯਾਦ ਕਰ ਲਓ, ਬਹੁਤ ਨੇ। ਇਹਦੇ 'ਤੇ ਟਾਈਮ ਲੱਗ ਰਿਹਾ ਕਿਉਂਕਿ ਇਹ ਇੰਪੋਰਟੈਂਟ ਸਵਾਲ ਬਣਦਾ। ਅੱਛਾ, ਇੱਕ ਜੇ ਪਹਿਲੇ ਕਈ ਵਾਰ ਆਪਾਂ ਯਾਦ ਕਰ ਲੈਣੇ, ਲਾਸਟ ਨਹੀਂ ਯਾਦ ਕਰਦੇ। ਆਖਰੀ ਸਭ ਤੋਂ ਨਿਕਲਿਆ ਟਰਟਲ ਵਾਈਲਡ ਲਾਈਫ ਸੈਂਚੁਰੀ। ਟਰਟਲ ਵਾਈਲਡ ਲਾਈਫ ਸੈਂਚੁਰੀ ਸਭ ਤੋਂ ਵਰਸਟ, ਸਭ ਤੋਂ ਆਖਰੀ। ਠੀਕ ਹੈ, ਮਾੜਾ ਹਾਲ ਹੈ। ਕਿੱਥੇ ਹੈ ਇਹ? ਯੂਪੀ 'ਚ ਹੈ, ਧਿਆਨ 'ਚ ਰੱਖਿਓ। ਆ ਜਾਓ ਅੱਗੇ। ਇਨ ਵਿਚ ਆਫ ਦਾ ਫੋਲੋਇੰਗ ਸਿਟੀ ਟੈਸਲਾ ਇਜ਼ ਡਿਸਾਈਡਡ ਟੂ। ਬਈ ਟੈਸਲਾ ਤੁਸੀਂ ਸਾਰੇ ਜਾਣਦੇ ਹੋ, ਐਲੋਨ ਮਸਕ ਦੀ ਕੰਪਨੀ ਹੈ। ਠੀਕ ਹੈ, ਇਸ ਟਾਈਮ ਇਹਦਾ ਬਹੁਤ ਵੱਡਾ ਪਲਾਂਟ ਚਾਈਨਾ ਦੇ ਵਿੱਚ ਹੈ। ਇੰਡੀਆ 'ਚ ਸਰਵੇ ਕਰਕੇ ਗਿਆ ਹੈ ਵੀ ਮਾਰਕੀਟ ਐਕਸਪਲੋਰ ਕਰੀ ਜਾਵੇ, ਕਿਉਂਕਿ ਇਲੈਕਟ੍ਰਿਕ ਵਹੀਕਲ ਹੁਣ ਇੰਡੀਆ 'ਚ ਆਉਣ ਜਾ ਰਹੀਆਂ ਨੇ। ਉੱਥੇ ਦੀਆਂ ਇਲੈਕਟ੍ਰੀਕਲ ਵਹੀਕਲ ਚੱਲਦੇ ਨੇ ਸਾਰੀਆਂ ਦੀਆਂ ਗੱਡੀਆਂ। ਬੰਗਲੌਰ ਦੇ ਵਿੱਚ ਇਹ ਲਾਉਣ ਜਾ ਰਿਹਾ। ਲੱਗੂ ਨਹੀਂ ਲੱਗੂ ਇਹ ਸਮਾਂ ਦੱਸੂ, ਕਿਉਂਕਿ ਚਾਈਨਾ ਨੇ ਇਹਦੇ ਵਿਰੁੱਧ ਹੁਣ ਕਾਫੀ ਕੁਛ ਕਰਨਾ ਸ਼ੁਰੂ ਕਰਤਾ ਤਾਂ ਕਿ ਇੰਡੀਆ ਨਾ ਜਾਵੇ ਕਿਸੇ ਵੀ ਤਰੀਕੇ ਨਾਲ। ਠੀਕ ਹੈ, ਤਾਂ ਲੱਗਣੀ ਨਹੀਂ ਲੱਗਣੀ ਸਮਾਂ ਦੱਸੂ। ਅੱਗੇ ਆ ਜਾਓ। ਰੀਸੈਂਟਲੀ ਕਿਹੜੀ ਕੰਟਰੀ ਨੇ ਹੋਸਟ ਕੀਤਾ ਵਨ ਪਲੈਨਟ ਸਮਿਟ 2021 ਵਿਦ ਵਰਲਡ ਬੈਂਕ ਐਂਡ UN ਅਤੇ ਵਰਲਡ ਬੈਂਕ ਦੇ ਨਾਲ ਰਲ ਕੇ? ਕਿਹੜੀ ਕੰਪਨੀ ਨੇ ਇਹ ਕੀਤਾ? ਇਹ ਆਨਸਰ ਕਰਨਾ ਫਰਾਂਸ ਨੇ। ਦੇਖੋ, ਇਹਦਾ ਮੋਟਿਵ ਸਿੱਧਾ ਇਹਦਾ ਮੋਟਿਵ ਇੰਨਾ ਹੀ ਆ, ਕਹਿੰਦੇ ਇੱਕੋ ਹੀ ਪਲੈਨਟ ਹੈ ਜਿੱਥੇ ਜੀਵਨ ਪੋਸੀਬਲ ਹੈ। ਨਹੀਂ, ਜਿੰਨੇ ਪਲੈਨਟ ਹੁਣ ਤੱਕ ਬੰਦੇ ਨੇ ਲੱਭੇ ਨੇ, ਸਾਇੰਸ ਨੇ, ਕੋਈ ਇਹੋ ਜਿਹਾ ਪਲੈਨਟ ਨਹੀਂ, ਗ੍ਰਹਿ ਨਹੀਂ ਹੈਗਾ ਜਿੱਥੇ ਜੀਵਨ ਪੋਸੀਬਲ ਹੈ। ਇਸ ਕਰਕੇ ਇਹਨੂੰ ਬਚਾ ਲਓ ਜੇ ਬਚਾਇਆ ਜਾਂਦਾ। ਪੋਲਿਊਸ਼ਨ ਘਟਾ ਲਓ, ਮਾਨਵ ਵਾਲੀਆਂ ਹਰਕਤਾਂ ਜਿਹੜੀਆਂ ਐਂਥਰਾਪੋਜੈਨਿਕ ਐਕਟੀਵਿਟੀਜ਼ ਨਾਲ ਅਸੀਂ ਖ਼ਤਮ ਕਰਨ ਲੱਗੇ ਹੋਏ ਹਾਂ, ਇਹ ਇਹਦਾ ਮੋਟਿਵ ਸੀ। ਅਤੇ ਇਹਦਾ ਥੀਮ ਵੀ ਫਿਰ ਇਹੋ ਜਿਹਾ ਹੀ ਰੱਖਿਆ ਸੀ ਇਹਨਾਂ ਨੇ, ਇੰਪੋਰਟੈਂਟ ਹੈ ਥੀਮ। ਉਹ ਹੈਗਾ ਲੈਟਸ ਐਕਟ ਟੂਗੈਦਰ, ਲੈਟਸ ਐਕਟ ਟੂਗੈਦਰ ਫॉर ਨੇਚਰ। ਇਹਦਾ ਥੀਮ ਸੀ। ਦੋਨੋਂ ਤਿੰਨੋਂ ਗੱਲਾਂ ਹੀ ਇੰਪੋਰਟੈਂਟ ਨੇ। ਲਓ ਜੀ ਅੱਗੇ, ਸਵਾਲ ਨੰਬਰ 45। ਰੀਸੈਂਟਲੀ ਕਹਿੰਦਾ ਦ ਕਮੇਟੀ ਟੂ ਰਿਵਿਊ ਟੈਲੀਵਿਜ਼ਨ ਰੇਟਿੰਗ ਪੁਆਇੰਟ, TRP ਜਿਹਨੂੰ ਅਸੀਂ ਬੋਲ ਦਿੰਦੇ ਹਾਂ। ਅਰਨਬ ਗੋਸਵਾਮੀ ਵਾਲੀ ਸੁਣੀ ਹੋ ਤੁਸੀਂ ਨੇ ਨਿਊਜ਼ ਦੇ ਵਿੱਚ, ਹੈ ਨਾ। TRP ਤਾਂ ਬਹੁਤ ਨਿਊਜ਼ 'ਚ ਰਹੀ ਹੈ। ਇਹਦੀਆਂ ਗਾਈਡਲਾਈਨਸ ਸਬਮਿਟ ਕਰਨ ਵਾਸਤੇ ਰਿਪੋਰਟ ਸਬਮਿਟ ਕੀਤੀਆਂ ਨੇ, ਯਾਨੀ ਕਿ ਇੱਕ ਰਿਪੋਰਟ ਦਿੱਤੀ। ਇਹਦੇ 'ਤੇ ਇੱਕ ਕਮੇਟੀ ਬਿਠਾਈ ਗਈ ਸੀ ਅਤੇ ਉਹਨੇ ਆਪਣੀ ਰਿਪੋਰਟ ਦੇ ਦਿੱਤੀ ਇਨਫੋਰਮੇਸ਼ਨ ਅਤੇ ਬਰੋਡਕਾਸਟਿੰਗ ਮਿਨਿਸਟਰੀ ਨੂੰ, ਸਾਡੀ ਨੂੰ। ਉਹ ਕਮੇਟੀ ਦਾ ਹੈੱਡ ਕਿਹਨੂੰ ਲਾਇਆ ਸੀ? ਸਵਾਲ ਇਹ ਹੈ ਕਿ ਕਿਹਨੂੰ ਉਹਦਾ ਹੈੱਡ ਲਾਇਆ ਗਿਆ ਸੀ। ਕਾਫੀ ਵਧੀਆ ਸਵਾਲ ਹੈ, ਇੰਪੋਰਟੈਂਟ ਸਵਾਲ ਹੈ, ਧਿਆਨ 'ਚ ਰੱਖਿਓ। ਆਨਸਰ ਹੈਗਾ ਸ਼ਸ਼ੀ ਸ਼ੇਖਰ ਵੈਂਪਤੀ। ਕੌਣ ਹੈ ਇਹ ਬੰਦਾ? ਪ੍ਰਸਾਰ ਭਾਰਤੀ ਹੈ ਸਾਡਾ ਇੱਕ। ਠੀਕ ਹੈ, PSU ਆ ਕੰਪਨੀ ਆ। ਪ੍ਰਸਾਰ ਭਾਰਤੀ ਦਾ CEO ਆ ਇਹ ਬੰਦਾ। ਇਹਨੂੰ ਲਾਇਆ ਸੀ ਕਿਉਂਕਿ ਜੋ ਪਿੱਛੇ ਹੋਇਆ, ਠੀਕ ਹੈ, ਜੋ ਜਿਸ ਤਰੀਕੇ ਨਾਲ TRP ਚੈਨਲਾਂ ਨੇ ਲਈ ਹੈ ਧੱਕੇ ਨਾਲ, ਤਾਂ ਇਹਦੇ ਵਿੱਚ ਥੋੜ੍ਹੇ ਜਿਹੇ ਸੁਧਾਰ ਹੋਣੇ ਜ਼ਰੂਰੀ ਨੇ। ਉਸ ਪੁਆਇੰਟ ਆਫ ਵਿਊ ਤੋਂ ਇਹ ਬਣਾਈ ਗਈ ਹੈ। ਥੋੜ੍ਹਾ ਜਿਹਾ ਮਿਸਲੇਨੀਅਸ ਡਿਸਕਸ ਕਰ ਲੈਂਦੇ ਹਾਂ ਬਸ, ਇਸ ਤੋਂ ਬਾਅਦ ਆਪਣਾ ਲੈਕਚਰ ਵਾਈਂਡ ਅਪ ਹੈ। ਵਰਲਡ ਹਿੰਦੀ ਦਿਵਸ 10 ਜਨਵਰੀ ਨੂੰ, ਠੀਕ ਹੈ, ਮਨਾਇਆ ਜਾਂਦਾ। ਟਵਿੱਟਰ ਨੇ ਕਿਹਦਾ ਅਕਾਊਂਟ ਸਸਪੈਂਡ ਕਰਤਾ ਸੀ? ਸਵਾਲ ਬਣਦਾ ਕਿ ਟਵਿੱਟਰ ਨੇ ਕਿਹਦਾ ਅਕਾਊਂਟ ਸਸਪੈਂਡ ਕੀਤਾ ਸੀ? ਬੜਾ ਨਿਊਜ਼ ਦੇ ਵਿੱਚ ਰਿਹਾ ਡੋਨਲਡ ਟਰੰਪ ਦਾ। ਠੀਕ ਹੈ, ਡੋਨਲਡ ਟਰੰਪ ਦਾ ਇਹਨਾਂ ਨੇ ਅਕਾਊਂਟ ਹੀ, ਜਦੋਂ ਰੌਲਾ ਸੀ, ਕਿਉਂਕਿ ਇਹ ਕਹਿੰਦੇ ਇਹ ਨਾ ਵੀ ਦੰਗੇ ਭੜਕਾਉਂਦਾ ਇੱਥੇ ਇਹੋ ਜਿਹੇ ਟਵੀਟ ਪਾ ਕੇ ਜਾਂ ਇਹੋ ਜਿਹੀਆਂ ਪੋਸਟਾਂ ਸ਼ੇਅਰ ਕਰਕੇ, ਤਾਂ ਕਰਕੇ ਇਹਦਾ ਅਕਾਊਂਟ ਬਲੌਕ ਕਰਤਾ ਸੀ ਉਹਨਾਂ ਨੇ, ਸਸਪੈਂਡ ਹੀ ਕਰਤਾ ਪੂਰੇ ਦਾ ਪੂਰਾ। ਸਵਾਲ ਇੱਕ ਹੋਰ ਵੀ ਬਣ ਸਕਦਾ, ਜਿਵੇਂ ਆਮ ਤੌਰ 'ਤੇ ਪੰਜਾਬ ਦੇ ਪੇਪਰਾਂ 'ਚ ਆਉਂਦਾ, ਕਿ ਟਵਿੱਟਰ ਦਾ CEO ਕੌਣ ਹੈ? ਤਾਂ ਟਵਿੱਟਰ ਦੇ CEO ਦਾ ਨਾਮ ਯਾਦ ਕਰ ਲਿਓ, ਜੈਕ ਡੋਰਸੀ। ਠੀਕ ਹੈ, ਕੀ ਨਾਮ ਆ ਜੀ? ਜੈਕ ਡੋਰਸੀ। ਕਿਉਂਕਿ ਸਾਨੂੰ ਸਭ ਦਾ ਪਤਾ ਹੁੰਦਾ, ਠੀਕ ਹੈ, ਮਾਰਕ ਜ਼ਕਰਬਰਗ ਦਾ ਵੀ ਯਾਦ ਕਰਾਤਾ PPSC ਜਾਂ PSSSB ਵਾਲਿਆਂ ਨੇ। ਠੀਕ ਹੈ, ਅਤੇ ਨਾਲ ਬਿਲ ਗੇਟ ਦਾ ਵੀ ਯਾਦ ਹੈ, ਗੂਗਲ ਵਾਲੇ ਦਾ ਵੀ ਯਾਦ ਹੋਣਾ ਤੁਹਾਨੂੰ। ਠੀਕ ਹੈ, ਮਾਈਕਰੋਸਾਫਟ ਦਾ ਵੀ ਯਾਦ ਹੋਣਾ। ਬਸ ਇਹਦਾ ਨਹੀਂ ਕਈ ਵਾਰ ਰਹਿ ਜਾਂਦਾ ਟਵਿੱਟਰ ਵਰਗੇ ਦਾ, ਤਾਂ ਇਹਦਾ ਜ਼ਰੂਰੀ ਯਾਦ ਕਰ ਲਿਓ। ਠੀਕ ਹੈ ਜੀ, ਅੱਗੇ ਆ ਜਾਓ। ਨੈਸ਼ਨਲ ਯੂਥ ਡੇ ਕਦੋਂ ਮਨਾਇਆ ਜਾਂਦਾ? 12 ਜਨਵਰੀ ਨੂੰ। ਨੈਸ਼ਨਲ ਯੂਥ ਡੇ ਦਾ ਦੇਖੋ ਸਿੱਧਾ ਹਿਸਾਬ ਕਿਤਾਬ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨੈਸ਼ਨਲ ਯੂਥ ਡੇ ਐਨੀਵਰਸਰੀ ਹੁੰਦੀ ਹੈ ਸਵਾਮੀ ਵਿਵੇਕਾਨੰਦ ਜੀ ਦੀ, ਉਹਨਾਂ ਦੀ ਯਾਦ 'ਚ ਹੀ ਮਨਾਇਆ ਜਾਂਦਾ। ਰੋਡ ਸੇਫਟੀ ਵੀਕ 11 ਤੋਂ 17 ਜਨਵਰੀ ਤੱਕ ਮਨਾਇਆ ਗਿਆ ਸੀ। ਥੀਮ ਰੱਖਿਆ ਸੀਗਾ ਸੇਫ ਯੂਅਰਸੈਲਫ ਟੂ ਸੇਵ ਯੂਅਰ ਫੈਮਿਲੀ। ਅੱਗੇ ਕਰੁਣਾ ਅਭਿਆਨ, ਇੱਕ ਅਭਿਆਨ ਚਲਾਇਆ ਸੀ। ਕਿਹਨੇ? ਗੁਜਰਾਤ ਦੀ ਗੌਰਮੈਂਟ ਨੇ। ਕਿਉਂਕਿ ਕਾਈਟ ਫਲਾਈਂਗ ਦੇ ਟਾਈਮ ਨਾ ਜਿਹੜੀਆਂ ਚਾਈਨਾ ਦੀਆਂ ਡੋਰਾਂ ਆਉਂਦੀਆਂ ਨੇ ਜਿਹਨਾਂ ਨਾਲ ਪਤੰਗ ਉਡਾਉਂਦੇ ਆ,
ਉਹਨਾਂ ਨਾਲ ਬਰਡਸ ਦੀ ਬਹੁਤ ਮੌਤ ਹੋ ਜਾਂਦੀ ਹੈ ਵਿਚਾਰਿਆਂ ਦੀ। ਉਹਨਾਂ ਨੂੰ ਬਚਾਉਣ ਵਾਸਤੇ ਇਹ ਪ੍ਰੋਜੈਕਟ ਸੀਗਾ ਕਰੁਣਾ ਅਭਿਆਨ, ਗੁਜਰਾਤ ਦਾ ਸੀ, ਯਾਦ ਰੱਖਿਓ। DRDO ਨੇ ਇੱਕ ਸਾਡੀ ਇੰਡੀਅਨ ਆਰਮੀ ਵਾਸਤੇ ਇੱਕ ਨਾ ਆਹ ਪਿਸਟਲ ਕੱਢਿਆ ASMI। ਇਹਦੀ ਮਾਰ 100 ਮੀਟਰ ਦੀ ਰੇਂਜ ਤੱਕ ਦੀ ਮਾਰ ਹੈ। ਇਸ ਤੋਂ ਪਹਿਲਾਂ ਜਿਹੜੇ ਅਸੀਂ 9mm ਦੇ ਪਿਸਟਲ ਇਸ ਟਾਈਮ 'ਤੇ ਵਰਤ ਰਹੀ ਹੈ, ਕਹਿੰਦੇ ਇਹਨੂੰ ਰਿਪਲੇਸ ਕਰ ਦੂਗੀ ਇਹ ਪਿਸਟਲ, ਯਾਨੀ ਕਿ ਚੰਗੀ ਮਾਰ ਵਾਲੀ ਵਧੀਆ ਕੁਆਲਿਟੀ ਦਾ ਪਿਸਟਲ ਹੈ, ਤਾਂ ਯਾਦ ਰੱਖ ਲਿਓ। RBI ਨੇ ਹੁਣੇ ਇੱਕ ਬੈਂਕ ਹੈ ਬਸੰਤ ਦਾਦਾ ਨਗਰੀ ਸਹਿਕਾਰੀ ਬੈਂਕ, ਇਹਦਾ ਲਾਇਸੈਂਸ ਰੱਦ ਕਰਤਾ ਬੈਂਕ ਦਾ, ਕਿਉਂਕਿ ਇਹਦੇ ਗਾਈਡਲਾਈਨਸ ਫੋਲੋ ਨਹੀਂ ਕਰ ਰਹੀ ਸੀ। ਪਿੱਛੇ ਦੇ ਲਾਸਟ ਆਪਣਾ ਕਿ ਸੈਂਟਰਲ ਅਫਰੀਕਨ ਰਿਪਬਲਿਕ ਦੇਸ਼ ਹੈ, ਅਫਰੀਕਾ ਦਾ ਹੀ ਦੇਸ਼ ਹੈ, ਇਹ ਨਿਊਜ਼ 'ਚ ਸੀ ਕਿਉਂਕਿ ਇੱਥੇ ਸੀਗੇ ਇਲੈਕਸ਼ਨ। ਫਰਾਂਸ ਵਾਲਿਆਂ ਨੇ ਇਹਦੇ ਉੱਤੋਂ ਦੀ ਜਹਾਜ਼ ਉਡਾਏ ਸੀ, ਉਹਦੇ ਨਾਲ ਇਲੈਕਸ਼ਨ ਦੇ ਵਿੱਚ ਕਾਫੀ ਇਹਨਾਂ 'ਤੇ ਹੱਲਾ ਬੁੱਲੀ ਹੋਈ, ਤਾਂ ਕਰਕੇ ਨਿਊਜ਼ 'ਚ ਰਿਹਾ ਇਹ ਕਾਫੀ। ਤਾਂ ਸਾਨੂੰ ਪਤਾ ਹੋਣਾ ਚਾਹੀਦਾ, ਵੈਸੇ ਤਾਂ ਅਫਰੀਕਨ ਤੋਂ ਤਾਂ ਨਾ ਹੀ ਸਮਝ ਆ ਗਿਆ ਅਫਰੀਕਾ 'ਚ, ਬਸ ਇੰਨਾ ਕੁ ਯਾਦ ਕਰ ਲੈਣਾ ਕਿ ਇਹਦੀ ਕੈਪੀਟਲ ਕਿਹੜੀ ਹੈ, ਬੈਂਗੂਈ ਕਰੰਸੀ ਕਿਹੜੀ ਹੈ, ਫਰੈਂਕ। ਤਾਂ ਇਹ ਆਪਣੇ ਕਰੰਟ ਅਫੇਅਰ ਨੇ ਜੀ ਅੱਜ ਦੇ, ਅਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਸੀਰੀਜ਼ ਪਸੰਦ ਆ ਰਹੀ ਹੋਊਗੀ। ਕਾਫੀ ਮੈਂ ਕੋਸ਼ਿਸ਼ ਕਰੀ ਹੈ ਕਿ ਮੈਂ ਸ਼ਾਰਟ ਕਰਨ ਦੀ, ਕਿ ਮੈਂ ਬਾਹਲਾ ਸਟੈਟਿਕ ਪੋਰਸ਼ਨ ਵਿੱਚ ਨਾ ਐਡ ਕਰਾਂ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਕਿਹਾ ਸੀ ਕਿ ਥੋੜ੍ਹਾ ਸ਼ਾਰਟ ਕਰੋ। ਪਰ ਦੇਖੋ ਯਾਰ, ਕੁੱਲ ਮਿਲਾ ਕੇ ਜੇ ਰੋਜ਼ ਦੀ ਤੁਸੀਂ ਇੱਕ ਵੀਡੀਓ ਵੀ ਦੇਖਦੇ ਹੋ, ਕੋਈ ਵੀ ਚੈਨਲ ਦੀ ਕਰੰਟ ਅਫੇਅਰ 'ਤੇ ਆਉਂਦੀ ਹੈ, ਇੱਕ ਦਿਨ ਦੇ ਕਰੰਟ ਅਫੇਅਰ 'ਤੇ ਵੀ 15 ਕੁ ਮਿੰਟ ਦੀ ਵੀਡੀਓ ਬਣਦੀ ਹੈ, ਅਤੇ ਆਪਾਂ ਤਾਂ ਪੂਰੇ ਹਫਤੇ ਦੇ ਕੰਪਾਈਲ ਕਰ ਰਹੇ ਹਾਂ। ਤਾਂ ਹਫਤੇ ਦੇ ਤੁਸੀਂ ਕੰਪਾਈਲ ਕਰਨੇ ਆ ਤਾਂ 40 ਤੋਂ 50 ਮਿੰਟ ਦੀ ਵੀਡੀਓ ਤਾਂ ਬਣੇਗੀ ਉਹ ਬਣੇਗੀ, ਇਦੋਂ ਮੈਨੂੰ ਲੱਗਦਾ ਨਹੀਂ। ਮੈਂ ਕੋਸ਼ਿਸ਼ ਕਰ ਰਿਹਾ ਕਿ ਇਸ ਤੋਂ ਛੋਟੀ ਕਰ ਲਾਂ, ਪਰ ਛੋਟੀ ਕਰੇ ਤੋਂ ਫਿਰ ਕਰੰਟ ਅਫੇਅਰ ਸਕਿਪ ਹੋਣਗੇ, ਫਿਰ ਉਹਦਾ ਫਾਇਦਾ ਨਹੀਂ ਕੋਈ ਹੈਗਾ, ਠੀਕ ਹੈ। ਕਿਉਂਕਿ ਅੱਜ ਕੱਲ੍ਹ ਪੇਪਰਾਂ ਦਾ ਤੁਸੀਂ ਦੇਖੋ ਦਾਇਰਾ ਇੰਨਾ ਚੌੜਾ ਹੁੰਦਾ ਜਾ ਰਿਹਾ ਕਿ ਇੰਨੇ ਸਵਾਲ ਬਣ ਰਹੇ ਨੇ, ਤਾਂ ਛੋਟੇ ਸਵਾਲ ਵੀ ਕਵਰ ਕਰਨੇ ਪੈਂਦੇ ਆ। ਤਾਂ ਹੀ ਮੈਂ ਕਿਤੇ ਮਿਸਲੇਨੀਅਸ 'ਚ ਪਾ ਕੇ ਕਰਤੇ, ਕਿਵੇਂ ਨਾ ਕਿਵੇਂ, ਜਾਂ ਬੋਲ ਕੇ ਦੱਸਤੇ। ਤਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਵਾਲ ਮੈਕਸੀਮਮ ਕਵਰ ਕਰਾਂ, ਜਿੰਨੇ ਘੱਟ ਤੋਂ ਘੱਟ ਟਾਈਮ 'ਚ ਕੀਤੇ ਜਾ ਸਕਣ। ਤਾਂ ਇਸ ਲੈਕਚਰ ਦੇ ਵਿੱਚ ਇੰਨਾ ਹੀ ਆ। ਥੈਂਕ ਯੂ ਫॉर ਵਾਚਿੰਗ।